आओ अज आपां जिस विषय दे उत्ते आपां सीखना है वचन दे विचों ओह हैगा आ प्रेयरलैसनेस। प्रेयरलैसनेस मीनस प्रेयरलैसनेस दा मतलब आ प्रार्थना दी कमी दा होना, साडी जिंदगी विच प्रार्थना दी कमी होना। और अज आपां देखना है कि प्रार्थना दी कमी जिहड़ी आ ओह क्यों हुंदी आ साडे जीवन दे विच, कदों हुंदी आ। इह जिहड़ी प्रॉब्लम आ ओह प्रार्थना दी कमी दी जिहड़ी समस्या साडे जीवन दे विच आउंदी आ ते ओह कदों जाके आउंदी आ, इस चीज़ दे बारे विच सिखांगे। फिर जदों प्रार्थना दी कमी साडे जीवन दे विच आउंदी ते फिर की हुंदा साडे जीवन दे विच, इस चीज़ दे बारे विच आपां सिखांगे। क्योंकि मैं जदों प्रोग्राम ओवर हो जांदा आ तो मैं जरूर जिहड़े कॉमेंट्स आ मैं उन्हां नूं पढ़दी हाँ पर्सनली। तो बहुत सारे भैन भरावां दी जिहड़ी एक सबजैक्ट हुंदा आ जिहड़ा उन्हां दी प्रेयर दा जिहड़ा आ विशा हुंदा आ, तो ਉਹਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਕਿ ਸਿਸਟਰ ਵੀ ਅਸੀਂ ਪ੍ਰਾਰਥਨਾ ਨਹੀਂ ਕਰ ਪਾਉਂਦੇ, ਅਸੀਂ ਪ੍ਰਾਰਥਨਾ ਦੇ ਵਿੱਚ ਵਧਣਾ ਚਾਹੁੰਦੇ ਹਾਂ ਜਾਂ ਸਾਨੂੰ ਡਿਸਟਰਬੈਂਸ ਹੁੰਦੀ ਪ੍ਰਾਰਥਨਾ ਦੇ ਵਿੱਚ, ਜਾਂ ਕੀ ਚੀਜ਼ਾਂ ਆ ਇਹ ਉਸ ਵਿਸ਼ੇ ਦੇ ਵਿੱਚ ਕਿ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਾਏ। ਤਾਂ ਅੱਜ ਆਪਾਂ ਇਸੇ ਹੀ ਵਿਸ਼ੇ ਦੇ ਵਿੱਚ ਜਿਹੜਾ ਆ ਉਹ ਪਵਿੱਤਰ ਵਚਨ ਦੇ ਵਿੱਚੋਂ ਸਿੱਖਣਾ ਆ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਅਯੂਬ ਦੀ ਕਿਤਾਬ, ਉਹਦਾ ਜਿਹੜਾ ਆ 15 ਨੰਬਰ ਅਧਿਆਏ ਆਪਾਂ ਦੇਖਦੇ ਹਾਂ। अयूब की किताब ओदा 15 नंबर अध्याय और ओदी 4 नंबर पंक्ति दे विच आपां देखदे हां की लिखिया आ। कहंदा पर तू भै नूं मिटा दिंदा है अते परमेश्वर दे हजूरों ध्यान हटा लैंदा है। सो फस्ट ऑफ ऑल प्रार्थना दी कमी कदों आउंदी है साडी लाइफ दे विच, जदों साडे मन दे विचों परमेश्वर दा जिहड़ा भै आ ओह हट जांदा है। ਜਦੋਂ ਪਰਮੇਸ਼ਵਰ ਦਾ ਜਿਹੜਾ ਭੈ ਆ ਸਾਡੇ ਜੀਵਨ ਦੇ ਵਿੱਚੋਂ ਘਟ ਜਾਂਦਾ ਆ ਜਾਂ ਬਿਲਕੁਲ ਅਸੀਂ ਉਹਨੂੰ ਖਤਮ ਕਰ ਦਿੰਨੇ, ਪਰਮੇਸ਼ਵਰ ਦੇ ਡਰ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਦਿੰਨੇ ਆ, ਤਾਂ ਫਿਰ ਕੀ ਹੁੰਦਾ ਆ ਉਸ ਟਾਈਮ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਜਿਹੜੀ ਆ ਪ੍ਰਾਰਥਨਾ ਦੀ ਕਮੀ ਆ ਜਾਂਦੀ ਆ। ਪ੍ਰੇਅਰਲੈਸਨੈਸ ਦੀ ਜਿਹੜੀ ਪ੍ਰੋਬਲਮ ਆ ਉਹ ਉਸ ਵੇਲੇ ਸਾਡੀ ਲਾਈਫ ਦੇ ਵਿੱਚ ਆਉਂਦੀ ਹੈ ਤੇ ਪਰਮੇਸ਼ਵਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ। ਜਦੋਂ ਅਸੀਂ ਆਪਣਾ ਧਿਆਨ ਪਰਮੇਸ਼ਵਰ ਦੇ ਹਜ਼ੂਰੋਂ ਹਟਾ ਲੈਂਦੇ ਆ ਉਦੋਂ ਜਿਹੜਾ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਪ੍ਰਾਰਥਨਾ ਦੀ ਕਮੀ ਆ ਜਾਂਦੀ ਆ। ਕਿਉਂਕਿ ਦੇਖੋ ਜੇ ਸਾਡਾ ਜਿੱਦਾਂ ਵਚਨ ਦੇ ਵਿੱਚ ਲਿਖਿਆ ਜਿੱਥੇ ਤੇਰਾ ਧਨ ਆ ਉੱਥੇ ਤੇਰਾ ਮਨ ਹੋਊਗਾ, ਭਾਵ ਜਿਸ ਚੀਜ਼ ਨੂੰ ਅਸੀਂ ਇੰਪੋਰਟੈਂਸ ਦਿੰਦੇ ਆਪਣੀ ਲਾਈਫ ਦੇ ਵਿੱਚ, ਜਿਸ ਚੀਜ਼ ਨੂੰ ਅਸੀਂ ਕੀਮਤੀ ਸਮਝਦੇ ਆਪਣੀ ਜ਼ਿੰਦਗੀ ਦੇ ਵਿੱਚ, ਜਿਸ ਚੀਜ਼ ਨੂੰ ਅਸੀਂ ਖਾਸ ਸਮਝਦੇ ਆਪਣੀ ਜ਼ਿੰਦਗੀ ਦੇ ਵਿੱਚ, ਜਿੱਥੇ ਸਾਡਾ ਧਿਆਨ ਟਿਕਿਆ ਰਹਿੰਦਾ ਆ ਉੱਥੇ ਸਾਡਾ ਮਨ ਟਿਕਿਆ ਰਹਿੰਦਾ ਆ। ਉਸ ਚੀਜ਼ ਨੂੰ ਅਸੀਂ ਬਾਰ-ਬਾਰ ਦੇਖਣਾ ਪਸੰਦ ਕਰਦੇ, ਉਸ ਚੀਜ਼ ਨੂੰ ਬਾਰ-ਬਾਰ ਸੁਣਨਾ ਪਸੰਦ ਕਰਦੇ, ਉਸ ਕੰਮ ਨੂੰ ਅਸੀਂ ਬਾਰ-ਬਾਰ ਕਰਨਾ ਪਸੰਦ ਕਰਦੇ ਹਾਂ। ਪਰ ਜਿੱਥੇ ਸਾਡਾ ਮਨ ਨਹੀਂ ਟਿਕਦਾ, ਜਿੱਥੇ ਸਾਡਾ ਮਨ ਹੈ ਹੀ ਨਹੀਂ, ਜਿੱਥੇ ਸਾਡਾ ਇੰਟਰਸਟ ਹੈ ਹੀ ਨਹੀਂ, ਜਿੱਥੇ ਸਾਨੂੰ ਲਗਾਵ ਹੈ ਨਹੀਂ, ਜਿੱਥੇ ਸਾਨੂੰ ਪਿਆਰ ਹੈ ਨਹੀਂ, ਜਿਹਦਾ ਸਾਨੂੰ ਡਰ ਹੈ ਨਹੀਂ, ਜਿਹਦੇ ਵਿੱਚ ਸਾਨੂੰ ਆਨੰਦ ਨਹੀਂ ਆਉਂਦਾ, ਉੱਥੇ ਉਸ ਚੀਜ਼ ਤੋਂ ਅਸੀਂ ਪਿੱਛੇ ਹੋਣਾ ਸ਼ੁਰੂ ਹੋ ਜਾਂਦੇ ਹਾਂ। ਔਰ ਫਿਰ ਕੀ ਹੁੰਦਾ ਉੱਥੇ ਅਸੀਂ ਉਸ ਕੰਮ ਨੂੰ ਅਸੀਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜੀ ਪ੍ਰਾਰਥਨਾ ਦੀ ਕਮੀ ਆ ਉਹ ਸਾਨੂੰ ਇਹੀ ਚੀਜ਼ ਸਿਖਾਉਂਦੀ ਆ ਕਿ ਕਦੋਂ ਜਾ ਕੇ ਪ੍ਰਾਰਥਨਾ ਦੀ ਕਮੀ ਆਉਂਦੀ। ਜਦੋਂ ਤੁਹਾਡੀ ਲਾਈਫ 'ਚ ਪ੍ਰਾਰਥਨਾ ਦੀ ਕਮੀ ਆ ਇਹਦਾ ਮਤਲਬ ਕਿ ਤੁਹਾਡਾ ਪਿਆਰ ਜਿਹੜਾ ਆ ਪਰਮੇਸ਼ਵਰ ਦੇ ਨਾਲ ਉਹ ਘਟ ਗਿਆ। ਜਦੋਂ ਤੁਹਾਡੀ ਲਾਈਫ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ ਉਦੋਂ ਸਮਝੋ ਕਿ ਪਰਮੇਸ਼ਵਰ ਦਾ ਡਰ ਤੁਹਾਡੇ ਦਿਲ ਦੇ ਵਿੱਚੋਂ ਘਟ ਗਿਆ। ਜਦੋਂ ਤੁਹਾਡੀ ਲਾਈਫ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ ਉਦੋਂ ਸਮਝੋ ਕਿ ਤੁਸੀਂ ਪਰਮੇਸ਼ਵਰ ਦੇ ਕੰਮ ਦੇ ਵਿੱਚ ਇੰਟਰਸਟ ਲੈਣਾ ਬੰਦ ਕਰਤਾ, ਤੁਸੀਂ ਪਰਮੇਸ਼ਵਰ ਦੇ ਨਾਲ ਪਿਆਰ ਜਿਹੜਾ ਤੁਹਾਡਾ ਆ ਉਹ ਘਟ ਗਿਆ ਆ, ਪਰਮੇਸ਼ਵਰ ਦੇ ਵਿੱਚ ਤੁਹਾਡਾ ਜਿਹੜਾ ਇੰਟਰਸਟ ਆ ਉਹ ਤੁਹਾਡਾ ਘਟ ਗਿਆ। ਤੇ ਮਤਲਬ ਤੁਸੀਂ ਸਮਝ ਲਓ ਕਿ ਹੁਣ ਤੁਸੀਂ ਡੇਂਜਰਸ ਜ਼ੋਨ ਦੇ ਵਿੱਚ ਆ। ਜਦੋਂ ਤੁਸੀਂ ਤੁਹਾਨੂੰ ਲੱਗਦਾ ਨਾ ਕਿ ਮੇਰੇ ਜੀਵਨ 'ਚ ਪ੍ਰਾਰਥਨਾ ਦੀ ਕਮੀ ਆ, ਜਦੋਂ ਤੁਹਾਨੂੰ ਲੱਗਦਾ ਮੇਰਾ ਪ੍ਰਾਰਥਨਾ ਕਰਨ ਨੂੰ ਦਿਲ ਨਹੀਂ ਕਰਦਾ, ਉਦੋਂ ਤੁਸੀਂ ਇਹ ਚੀਜ਼ ਨਾ ਸਮਝੋ ਕਿ ਮੇਰਾ ਪ੍ਰਾਰਥਨਾ ਕਰਨ ਨੂੰ ਦਿਲ ਨਹੀਂ ਕਰ ਰਿਹਾ, ਇੱਕ ਛੋਟੀ ਚੀਜ਼ ਆ, ਨਹੀਂ। ਉਦੋਂ ਲਾਲ ਬੱਤੀ ਤੁਹਾਡੇ ਜਿਹੜੀ ਆ ਉਹ ਜੀਵਨ ਦੇ ਵਿੱਚ ਜਗਣੀ ਸ਼ੁਰੂ ਹੋ ਗਈ ਕਿ ਹੁਣ ਤਾਂ ਤੂੰ ਫਸਣ ਹੀ ਵਾਲਾ ਆ, ਹੁਣ ਤਾਂ ਤੂੰ ਆਤਮਿਕ ਪੱਧਰ ਤੇ ਮਤਲਬ ਜਿਹੜਾ ਆ ਉਹ ਤੇਰਾ ਸਿਸਟਮ ਜਿਹੜਾ ਆ ਉਹ ਬਿਲਕੁਲ ਡਿਸਟਰਬ ਹੋਣ ਵਾਲਾ ਆ। ਇਸ ਲਈ ਕੁਛ ਵੀ ਕਰੋ ਪਰ ਇਸ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰੋ। ਬੇਸ਼ੱਕ ਤੁਹਾਡਾ ਨਹੀਂ ਦਿਲ ਕਰਦਾ ਪ੍ਰਾਰਥਨਾ ਕਰਨ ਦਾ ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਕਮੀ ਆ, ਪਰ ਫਿਰ ਵੀ ਗੋਡਿਆਂ ਤੇ ਆ ਜਾਓ, ਫਿਰ ਵੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਜਾਓ, ਫਿਰ ਵੀ ਤੁਸੀਂ ਬੈਠੋ ਔਰ ਫਿਰ ਵੀ ਤੁਸੀਂ ਜੱਦੋ ਜਹਿਦ ਕਰੋ। ਕਿਉਂਕਿ ਸਾਡੀ ਲੜਾਈ ਕੀ ਆ? ਸਾਡੀ ਲੜਾਈ ਤਾਂ ਇਹੋ ਆ ਕਿ ਅਸੀਂ ਹਨੇਰੇ ਦੀਆਂ ਸ਼ਕਤੀਆਂ ਨੂੰ ਹਰਾਉਣਾ ਆ ਔਰ ਚਾਨਣ ਦੇ ਵਿੱਚ ਜੈਵੰਤ ਹੋਣਾ ਆ। ਚਾਨਣ ਦੇ ਵਿੱਚ ਅਸੀਂ ਫਤਿਹ ਨੂੰ ਪ੍ਰਾਪਤ ਕਰਨਾ, ਕਿਉਂਕਿ ਚਾਨਣ ਦੇ ਵਿੱਚ ਹੀ ਫਤਿਹ ਆ ਔਰ ਹਨੇਰੇ ਦੇ ਵਿੱਚ ਮੌਤ ਆ।
ਇਸ ਲਈ ਜਿਨ੍ਹਾਂ ਨੂੰ ਇਹ ਲੱਗਦਾ ਨਾ ਕਿ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ, ਹੁਸ਼ਿਆਰ ਹੋ ਜਾਓ। ਤੁਹਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਮਤਲਬ ਵੈਰੀ ਨੇ ਦਸਤਕ ਦੇ ਦਿੱਤੀ ਆ। ਤੁਹਾਡੇ ਜੀਵਨ 'ਚ ਪ੍ਰਾਰਥਨਾ ਦੀ ਕਮੀ ਮਤਲਬ ਸਮੱਸਿਆਵਾਂ ਆਉਣ ਦਾ ਬੂਹਾ ਖੁੱਲ ਗਿਆ। ਤੁਹਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਮਤਲਬ ਕਿ ਤੁਸੀਂ ਨਰਕ ਵੱਲ ਨੂੰ ਜਾਣਾ ਸ਼ੁਰੂ ਕਰ ਦਿੱਤਾ। ਤੁਹਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਮਤਲਬ ਤੁਸੀਂ ਅਸਮਾਨ ਤੋਂ ਹੇਠਾਂ ਡਿੱਗਣ ਵਾਲੇ ਹੋ। ਕਿਉਂਕਿ ਜਦੋਂ ਪ੍ਰਾਰਥਨਾ ਦੀ ਕਮੀ ਜਿਹੜੀ ਆ ਉਹ ਹੋ ਜਾਂਦੀ ਆ ਤਾਂ ਪਵਿੱਤਰ ਆਤਮਾ ਦੀ ਹਜ਼ੂਰੀ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚੋਂ ਉਹਦਾ ਡੇਰਾ ਚੱਕਿਆ ਜਾਂਦਾ ਆ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹਿੰਦੇ ਆ ਉਨੀ ਦੇਰ ਤੱਕ ਅਸੀਂ ਪਵਿੱਤਰ ਆਤਮਾ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਰਹਿੰਦੇ ਆ। ਔਰ ਜਦੋਂ ਜਿਹੜਾ ਪ੍ਰਾਰਥਨਾ ਆ ਉਹ ਜਿਹੜੀ ਪ੍ਰਾਰਥਨਾ ਅਸੀਂ ਕਰਦੇ ਉਹ ਪਵਿੱਤਰ ਆਤਮਾ ਦੀ ਹਜ਼ੂਰੀ ਨੂੰ ਸਾਡੀ ਲਾਈਫ ਦੇ ਵਿੱਚ ਵਧਾਉਂਦੀ ਆ। ਪ੍ਰਾਰਥਨਾ ਜਿਹੜੀ ਆ ਪਵਿੱਤਰ ਆਤਮਾ ਦੀ ਦਸਤਕ ਨੂੰ ਸਾਡੇ ਜੀਵਨ ਦੇ ਵਿੱਚ ਵਧਾਉਂਦੇ ਆ। ਸੋ ਜੇ ਅਸੀਂ ਪ੍ਰਾਰਥਨਾ ਦੇ ਵਿੱਚ ਨਹੀਂ ਹੋਵਾਂਗੇ ਮਤਲਬ ਅਸੀਂ ਪਵਿੱਤਰ ਆਤਮਾ ਦੀ ਗਾਈਡੈਂਸ ਵਿੱਚ ਨਹੀਂ ਹੋਵਾਂਗੇ। ਜਦੋਂ ਅਸੀਂ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਨਹੀਂ ਹੋਵਾਂਗੇ ਭਾਵ ਅਸੀਂ ਕਈ ਗਲਤ ਡਿਸੀਜਨ ਲੈ ਸਕਦੇ ਹਾਂ। ਜਦੋਂ ਅਸੀਂ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਨਹੀਂ ਹੋਵਾਂਗੇ, ਜਾਂ ਪਵਿੱਤਰ ਆਤਮਾ ਦੀ ਪ੍ਰੈਜ਼ੈਂਸ ਸਾਡੇ ਨਾਲ ਨਹੀਂ ਹੋਏਗੀ, ਭਾਵ ਸਾਡਾ ਮਦਦਗਾਰ ਸਾਡੇ ਨਾਲ ਨਹੀਂ ਹੈ, ਸਾਡਾ ਸਲਾਹਕਾਰ ਸਾਡੇ ਨਾਲ ਨਹੀਂ ਹੈ, ਸਾਡਾ ਅਗਵਾਈ ਕਰਨ ਵਾਲਾ ਸਾਡੇ ਨਾਲ ਨਹੀਂ ਹੈ, ਤਾਂ ਅਸੀਂ ਕਿਸੇ ਵੀ ਸਮੱਸਿਆ ਦੇ ਵਿੱਚ ਫਸ ਸਕਦੇ ਹਾਂ। ਚਾਹੇ ਉਹ ਦੁਨਿਆਵੀ ਹੋਏ ਚਾਹੇ ਉਹ ਆਤਮਿਕ ਹੋਏ, ਤਾਂ ਕਿਸੇ ਵੀ ਸਮੱਸਿਆ ਦੇ ਵਿੱਚ ਅਸੀਂ ਜਿਹੜਾ ਆ ਉਹ ਈਜ਼ੀਲੀ ਫਸ ਸਕਦੇ ਹਾਂ। ਸੋ ਪ੍ਰੇਅਰ ਇਜ਼ one of the most important part of our spiritual life. So ਇੱਦਾਂ ਕਹਿ ਲਓ ਵੀ ਜਿਹੜੀ ਪ੍ਰਾਰਥਨਾ ਆ ਸਾਡੇ ਆਤਮਿਕ ਜੀਵਨ ਦਾ ਬਹੁਤ ਹੀ ਖਾਸ ਜਿਹੜਾ ਆ ਹਿੱਸਾ ਆ। ਸੋ ਪ੍ਰਾਰਥਨਾ ਦੀ ਕਮੀ ਸਾਡੀ ਲਾਈਫ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ, ਇੱਕ ਵੱਡੀ ਸਮੱਸਿਆ ਹੈ। ਸੋ ਜਿਹੜੇ ਭੈਣ ਭਰਾ ਪ੍ਰਾਰਥਨਾ ਦੀ ਕਮੀ ਦੇ ਵਿੱਚੋਂ ਦੀ ਇਸ ਪ੍ਰੋਬਲਮ ਦੇ ਵਿੱਚੋਂ ਦੀ ਲੰਘ ਰਹੇ ਆ, ਸੋ ਅਵੇਅਰ ਹੋ ਜਾਓ, ਕੇਅਰਫੁਲ ਹੋ ਜਾਓ ਔਰ ਇਸ ਕਮੀ ਨੂੰ ਜਿਹੜਾ ਆ ਦੂਰ ਕਰਕੇ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਧਾਓ। ਕਿਉਂਕਿ ਪ੍ਰਾਰਥਨਾ ਹੀ ਉਹ ਹਥਿਆਰ ਆ ਜਿਹਦੇ ਨਾਲ ਅਸੀਂ ਵੈਰੀ ਦੇ ਜਾਲ ਨੂੰ ਕੁਤਰ ਸਕਦੇ ਹਾਂ। ਪ੍ਰਾਰਥਨਾ ਹੀ ਉਹ ਹਥਿਆਰ ਆ ਜਦੋਂ ਅਸੀਂ ਮਨ ਤੋਂ ਕਰਾਂਗੇ, ਅਸੀਂ ਆਪਣੀਆਂ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਆਤਮਿਕ ਤੌਰ ਤੇ ਜਿਨ੍ਹਾਂ ਨੇ ਸਾਨੂੰ ਬੰਨਿਆ ਆ, ਜਿਹੜੇ ਅਸੀਂ ਆਤਮਿਕ ਬੰਧਨਾਂ ਦੇ ਵਿੱਚ ਬੱਝੇ ਆ, ਜਿਨ੍ਹਾਂ ਨੇ ਸਾਡੇ ਆਤਮਾ ਨੂੰ ਆਪਣੇ ਵੱਸ ਵਿੱਚ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕੀਤਾ, ਅਸੀਂ ਪ੍ਰਾਰਥਨਾ ਦੇ ਨਾਲ ਹੀ ਉਹਨਾਂ ਚੀਜ਼ਾਂ ਚੋਂ ਬਾਹਰ ਆ ਸਕਦੇ ਹਾਂ। ਪ੍ਰਾਰਥਨਾ ਦੇ ਨਾਲ ਹੀ ਅਸੀਂ ਹਨੇਰੇ ਚੋਂ ਬਾਹਰ ਆ ਸਕਦੇ ਹਾਂ। ਪ੍ਰਾਰਥਨਾ ਦੇ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੈਵੰਤ ਹੋ ਸਕਦੇ ਹਾਂ। ਇਸ ਲਈ ਕੁਝ ਵੀ ਕਰੋ, ਚਾਹੇ ਤਾਂ ਮੂੰਹ ਧੋ ਕੇ ਪ੍ਰਾਰਥਨਾ ਕਰੋ, ਚਾਹੇ ਤੁਹਾਨੂੰ ਨਹਾ ਕੇ ਕਰਨੀ ਪਏ, ਚਾਹੇ ਤੁਹਾਨੂੰ ਖਲੋ ਕੇ ਕਰਨੀ ਪਏ ਪ੍ਰਾਰਥਨਾ, ਚਾਹੇ ਤੁਹਾਨੂੰ ਬਹਿ ਕੇ ਕਰਨੀ ਪਏ ਪ੍ਰਾਰਥਨਾ, ਚਾਹੇ ਤੁਹਾਨੂੰ ਲੰਮੇ ਪੈ ਕੇ ਪ੍ਰਾਰਥਨਾ ਕਰਨੀ ਪੈਂਦੀ ਹੈ, ਤੁਸੀਂ ਨਹੀਂ ਬੈਠ ਸਕਦੇ, ਤੁਹਾਡੀਆਂ ਲੱਤਾਂ ਦੁਖਦੀਆਂ, ਤੁਹਾਡੀ ਰੀੜ੍ਹ ਦੀ ਹੱਡੀ ਦੁਖਦੀ, ਤੁਹਾਨੂੰ ਬੁਖਾਰ ਚੜਿਆ, ਤੁਹਾਡਾ ਸਿਰ ਦੁਖਦਾ, ਲੰਮੇ ਪੈ ਜਾਓ ਪਰ ਪ੍ਰਾਰਥਨਾ ਕਰੋ। ਕੁਛ ਵੀ ਕਰੋ, ਪ੍ਰਾਰਥਨਾ ਕਰੋ। ਬੇਸ਼ੱਕ ਮੂਧੇ ਲੰਮੇ ਪੈ ਕੇ ਪ੍ਰਾਰਥਨਾ ਕਰੋ, ਗੋਡਿਆਂ ਭਰ ਹੋ ਕੇ ਕਰੋ, ਹੱਥ ਚੱਕ ਕੇ ਕਰੋ, ਖਲੋ ਕੇ ਕਰੋ, ਵਿਹੜੇ ਵਿੱਚ ਚੱਕਰ ਲਾ ਕੇ ਕਰੋ, ਕੋਠੇ ਦੀ ਛੱਤ ਤੇ ਚੜ੍ਹ ਕੇ ਕਰੋ, ਪਰ ਪ੍ਰਾਰਥਨਾ ਕਰੋ। ਪ੍ਰਾਰਥਨਾ ਨਹੀਂ ਕਰੋਗੇ ਤਾਂ ਮਰ ਜਾਓਗੇ ਆਤਮਿਕ ਤੌਰ ਤੇ। ਇਸ ਲਈ ਪ੍ਰਾਰਥਨਾ ਦਾ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਮੈਂ ਬਹੁਤ ਇੱਦਾਂ ਕਹਿ ਲਓ ਵੀ ਜਿੰਨਾ ਸਖਾਲੇ ਤਰੀਕੇ ਨਾਲ ਮੈਂ ਕਹਿ ਸਕਦੀ ਹਾਂ, ਪਰ ਸੌਖੇ ਤਰੀਕੇ ਦੇ ਵਿੱਚ ਦੱਸਣ ਦੇ ਚੱਕਰ 'ਚ ਕਈ ਵਾਰੀ ਥੋੜਾ ਕਠੋਰ ਸ਼ਬਦ ਜਿਹੜੇ ਆ ਉਹ ਮੇਰੇ ਕੋਲੋਂ ਇਸਤੇਮਾਲ ਹੋ ਜਾਂਦੇ ਆ। ਬਟ ਆਈ ਐਮ ਟੈਲਿੰਗ ਯੂ ਕਿ ਜੇ ਪ੍ਰਾਰਥਨਾ ਨਹੀਂ ਹੋਊਗੀ ਤਾਂ ਸੱਚੀ ਆਤਮਿਕ ਤੌਰ ਤੇ ਮਰ ਜਾਓਗੇ। ਜੇ ਆਤਮਿਕ ਤੌਰ ਤੇ ਮਰ ਗਏ ਤੇ ਇਹ ਜਿਹੜਾ ਜਿਸਮ ਆ ਨਾ ਇਹ ਤਾਂ ਮਰਿਆ ਹੀ ਮਰਿਆ ਆ। ਇਹਨੇ ਤਾਂ ਜਦੋਂ ਮਰਜ਼ੀ ਮਰ ਜਾਣਾ ਆ। ਸੋ ਇਹਦੇ ਮਰਨ ਦਾ ਇੰਨਾ ਫਿਕਰ ਨਹੀਂ ਆ, ਪਰ ਆਤਮਾ ਦੇ ਵਿੱਚ ਨਾ ਮਰਿਓ। ਆਤਮਾ ਨੂੰ ਆਪਣੇ ਨੂੰ ਜਿਹੜਾ ਆ ਜਿੰਦਾ ਰੱਖਣ ਦੇ ਲਈ ਉਹਨੂੰ ਰੂਹ ਦੀ ਖੁਰਾਕ ਦਿਓ, ਔਰ ਰੂਹ ਦੀ ਖੁਰਾਕ ਪਰਮੇਸ਼ਵਰ ਦਾ ਵਚਨ ਆ, ਰੂਹ ਦੀ ਖੁਰਾਕ ਪ੍ਰਾਰਥਨਾ ਦੇ ਵਿੱਚ ਬੈਠਣਾ ਆ। ਸੋ ਏਦਾਂ ਕਹਿ ਲਓ ਕਿ ਜੇ ਪਰਮੇਸ਼ਵਰ ਦਾ ਵਚਨ ਰੋਟੀ ਆ ਤੇ ਪ੍ਰਾਰਥਨਾ ਪਾਣੀ ਆ, ਨਾ ਤਾਂ ਤੁਸੀਂ ਇਕੱਲੇ ਪਾਣੀ ਦੇ ਨਾਲ ਜਿੰਦਾ ਰਹਿ ਸਕਦੇ ਆ, ਨਾ ਤੁਸੀਂ ਇਕੱਲੀ ਰੋਟੀ ਦੇ ਨਾਲ ਜਿੰਦਾ ਰਹਿ ਸਕਦੇ। ਸੋ ਦੋਵੇਂ ਚੀਜ਼ਾਂ ਦਾ ਕੰਬੀਨੇਸ਼ਨ ਜਿਹੜਾ ਆ ਉਹ ਦੋਵੇਂ ਚੀਜ਼ਾਂ ਦਾ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਤਾਂ ਹੀ ਅਸੀਂ ਜਿਹੜਾ ਆ ਉਹ ਇੱਕ ਸਟਰੋਂਗ ਜਿਹੜਾ ਸਾਡਾ ਸਪਿਰਿਟ ਆ ਉਹਦੇ ਨਾਲ ਅਸੀਂ ਡੀਲ ਕਰ ਸਕਦੇ ਆ, ਜਾਂ ਉਹਨੂੰ ਅਸੀਂ ਬਿਲਡ ਕਰ ਸਕਦੇ ਆ, ਸਟਰੋਂਗ ਸਪਿਰਿਟ ਬਿਲਡ ਕਰ ਸਕਦੇ ਆਪਣੇ ਅੰਦਰ। ਸੋ ਹਰ ਮੁਮਕਿਨ ਕੋਸ਼ਿਸ਼ ਕਰੋ ਕਿ ਤੁਹਾਡੀ ਆਤਮਾ ਨੂੰ ਆਤਮਿਕ ਰੋਟੀ ਮਿਲੇ, ਭਾਵ ਪਰਮੇਸ਼ਵਰ ਦਾ ਵਚਨ ਮਿਲੇ, ਔਰ ਤੁਹਾਨੂੰ ਆਤਮਿਕ ਜੀਵਨ ਦਾ ਜਿਹੜਾ ਜਲ ਆ ਪ੍ਰਾਰਥਨਾ ਦੇ ਰਾਹੀਂ ਉਹ ਪ੍ਰਾਪਤ ਹੋਏ। ਸੋ ਆਪਣੇ ਆਤਮਾ ਨੂੰ ਉਹ ਜਿਹੜਾ ਆ ਹੋਲੀ ਵਾਟਰ ਦਿਓ। ਉਹ ਹੋਲੀ ਵਾਟਰ ਕੀ ਆ? ਬਹੁਤ ਸਾਰੇ ਲੋਕ ਹੋਲੀ ਵਾਟਰ ਸਮਝਦੇ ਕਿ ਆਪਾਂ ਪਾਣੀ ਦਾ ਗਲਾਸ ਲਿਆ, ਉਹਦੇ ਉੱਤੇ ਪ੍ਰਾਰਥਨਾ ਕਰਤੀ ਤੇ ਚਲੋ ਜੀ ਇਟ ਬਿਕਮਸ ਹੋਲੀ ਵਾਟਰ। ਠੀਕ ਹੈ, ਜਿੱਦਾਂ ਤੁਹਾਡੀ ਨੇਚਰ ਹੈ ਉਦਾਂ ਹੀ ਹੋ ਜਾਂਦਾ ਹੈ, ਪਰ ਅਸਲ ਦੇ ਵਿੱਚ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਦਾ ਅਸਲ ਜਿਹੜਾ ਪਵਿੱਤਰ ਪਾਣੀ ਆ, ਜਿਹੜਾ ਤੁਹਾਡੇ ਰੂਹ ਦੀ ਪਿਆਸ ਨੂੰ ਬੁਝਾਉਂਦਾ ਆ, ਉਹ ਪ੍ਰਾਰਥਨਾ ਆ।
ਕਿਉਂਕਿ ਜਦੋਂ ਆਪਾਂ ਪ੍ਰਾਰਥਨਾ ਕਰਦੇ ਹਾਂ ਤਾਂ ਪਰਮੇਸ਼ਵਰ ਦੀ ਹਜ਼ੂਰੀ ਤੱਕ ਸਾਡੀਆਂ ਪ੍ਰਾਰਥਨਾਵਾਂ ਬੇਨਤੀਆਂ ਜਾਂਦੀਆਂ, ਔਰ ਫਿਰ ਪਰਮੇਸ਼ਵਰ ਦੀ ਹਜ਼ੂਰੀ ਪਵਿੱਤਰ ਆਤਮਾ ਦੇ ਵਸੀਲੇ ਸਾਡੇ ਉੱਤੇ ਪ੍ਰਗਟ ਹੁੰਦੀ ਆ, ਔਰ ਫਿਰ ਜੀਵਨ ਦੀਆਂ ਜਿਹੜੀਆਂ ਨਦੀਆਂ ਜਾਂ ਮਿੱਠੇ ਪਾਣੀਆਂ ਦੇ ਜਿਹੜੇ ਸਰੋਤ ਆ ਨਾ, ਫਿਰ ਉਹ ਜਦੋਂ ਸਾਡੇ ਅੰਦਰ ਵਹਿਣੇ ਸ਼ੁਰੂ ਹੁੰਦੇ ਤੇ ਫਿਰ ਜਿਹੜਾ ਉਹਦਾ ਆਨੰਦ ਹੈ ਨਾ, ਉਹ ਤੇ ਇਦਾਂ ਕਹਿ ਲਓ ਵੀ ਕੋਈ ਸ਼ਰਬਤ ਵੀ ਓਨਾ ਮਿੱਠਾ ਨਹੀਂ ਤੇ ਕੋਈ ਜੂਸ ਵੀ ਓਨਾ ਮਿੱਠਾ ਨਹੀਂ ਜਿੰਨਾ ਮਿੱਠਾ ਜਿਹੜਾ ਹੈ ਨਾ ਉਹ ਜਿਹੜਾ ਇਹ ਆਤਮਕ ਜਲ ਆ। ਸੋ ਇਹਦਾ ਟੇਸਟ ਕਰਕੇ ਦੇਖੋ, ਜਦੋਂ ਤੁਸੀਂ ਇਹਦਾ ਟੇਸਟ ਆਪਣੀ ਲਾਈਫ ਦੇ ਵਿੱਚ ਕਰ ਲਿਆ, ਸਾਰੇ ਟੇਸਟ ਜਿਹੜੇ ਉਹ ਨਿਕੰਮੇ ਲੱਗਣੇ ਆ। ਸੋ ਬਹੁਤ ਜ਼ਰੂਰੀ ਆ ਕਿ ਪ੍ਰਾਰਥਨਾ ਦੀ ਕਮੀ ਨੂੰ ਆਪਣੀ ਲਾਈਫ ਦੇ ਵਿੱਚ ਨਾ ਆਉਣ ਦਿਓ। ਸੋ ਫਸਟ ਆਫ ਆਲ ਅਸੀਂ ਪੁਆਇੰਟ ਸਿੱਖਿਆ ਆ ਕਿ ਪ੍ਰਾਰਥਨਾ ਦੀ ਕਮੀ ਕਦੋਂ ਆਉਂਦੀ ਆ, ਜਦੋਂ ਪਰਮੇਸ਼ਵਰ ਦਾ ਭੈ ਸਾਡੇ ਦਿਲ ਚੋਂ ਮੁੱਕ ਜਾਵੇ, ਜਦੋਂ ਸਾਨੂੰ ਲੱਗਦਾ ਸਾਰੀਆਂ ਸਿਚੁਏਸ਼ਨਸ ਠੀਕ ਆ, ਬਹੁਤ ਸਾਰੇ ਲੋਕ ਆ ਇਦਾਂ ਹੋ ਸਕਦਾ। ਦੇਖੋ ਮੈਂ ਤੁਹਾਨੂੰ ਜਿਹੜਾ ਆ ਉਹ ਇਹ ਇੱਕ ਆਪਣਾ ਐਕਸਪੀਰੀਅੰਸ ਦੱਸਦੀ, ਇਦਾਂ ਨਹੀਂ ਹੈਗਾ ਕਿ ਜੇ ਕੋਈ ਪਾਸਟਰਸ ਆ ਤੇ ਉਹਨਾਂ ਦੀ ਲਾਈਫ ਦੇ ਵਿੱਚ ਉਹ ਜੀ ਆਲਵੇਜ਼ ਦੁੱਧ ਵਰਗੀਆਂ ਚਿੱਟੀਆਂ ਸੋਚਾਂ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੀਆਂ ਆ ਤੇ ਕਦੀ ਕੁਛ ਨਹੀਂ ਹੁੰਦਾ। ਵੈਰੀ ਉਹਨਾਂ ਦੀਆਂ ਸੋਚਾਂ ਤੇ ਵੀ ਅਟੈਕ ਕਰਦਾ ਆ। ਸੋ ਉਹ ਕਈ ਵਾਰੀ ਖਰਾਬ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕਰਦਾ ਆ, ਐਂਡ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕਰਦੀ ਰਹਿੰਦੀ ਆਲਵੇਜ਼। ਤਾਂ ਮੈਂ ਇੱਕ ਹੋਰ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਥੋੜੇ ਦਿਨ ਪਹਿਲਾਂ ਦਾ, ਮਤਲਬ ਕੋਈ 10 ਕੁ ਦਿਨ ਪਹਿਲਾਂ ਦਾ। ਤਾਂ ਕੀ ਹੈ ਕਿ ਕਈ ਵਾਰੀ ਇੱਦਾਂ ਹੁੰਦਾ ਮੇਰੇ ਮਾਈਂਡ ਦੇ ਵਿੱਚ, ਇੱਦਾਂ ਆਇਆ ਵੈਰੀ ਨੇ, ਹਨਾ, ਕਿਉਂਕਿ ਉਹ ਸਾਡੀ ਪ੍ਰਾਰਥਨਾ ਦੇ ਟਾਈਮ ਨੂੰ ਚੋਰੀ ਕਰਨਾ ਚਾਹੁੰਦਾ ਆ, ਉਹ ਸਾਡੀ ਆਤਮਿਕ ਬਰਕਤ ਨੂੰ ਚੋਰੀ ਕਰਨਾ ਚਾਹੁੰਦਾ ਆ। ਤਾਂ ਵੈਰੀ ਨੇ ਕੀ ਪਾਇਆ ਦਿਮਾਗ ਦੇ ਵਿੱਚ ਕਿ ਤੁਸੀਂ ਘਰਾਂ ਦੇ ਵਿੱਚ ਬੰਦ ਆ, ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ, ਕਿਸੇ ਨੂੰ ਕੋਈ ਗਾਲ ਮੰਦਾ ਨਹੀਂ ਕਰ ਰਹੇ, ਕੋਈ ਪਾਪ ਨਹੀਂ ਕਰ ਰਹੇ, ਇਸ ਲਈ ਪ੍ਰਾਰਥਨਾ ਕਰਨ ਦੀ ਕੀ ਜ਼ਰੂਰਤ ਆ। ਤਾਂ ਉਹ ਕਈ ਵਾਰੀ ਸਾਡੇ ਮਾਈਂਡ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਉਂਦਾ ਕਿ ਕੀ ਪ੍ਰਾਰਥਨਾ ਕਰਨ ਦੀ ਕੀ ਜ਼ਰੂਰਤ ਹੈ, ਐਵੇਂ ਗੋਡੇ ਟੇਕ ਕੇ ਕਮਲੇ ਹੋਏ ਫਿਰਦੇ ਆ ਤੁਸੀਂ, ਕਦੀ ਵਚਨ ਖੋਲ ਕੇ ਬਹਿ ਜਾਓ ਜੀ, ਕਦੀ ਕੁਛ। ਤਾਂ ਮਤਲਬ ਗੱਲਾਂ ਬਾਤਾਂ ਕਰੋ, ਉਸ ਟਾਈਮ ਨੂੰ ਇੰਜੋਏ ਕਰੋ। ਤੇ ਉਹ ਇੱਕ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਆ ਨਾ ਉਹ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਆ ਸਾਡੀਆਂ ਸੋਚਾਂ ਦੇ ਉੱਤੇ ਜਾਂ ਸਾਡੇ ਸਮੇਂ ਦੇ ਉੱਤੇ ਕਿ ਕਿਸ ਤਰੀਕੇ ਨਾਲ ਉਹਨੂੰ ਚੋਰੀ ਕਰ ਸਕੇ। ਤਾਂ 1 ਮਿੰਟ ਦੇ ਲਈ ਮੇਰੇ ਮਨ ਦੇ ਵਿੱਚ ਵੀ ਆਇਆ ਵੀ ਹਾਂ ਵੀ ਇੰਨਾ ਵੀ ਜ਼ਰੂਰੀ ਨਹੀਂ ਹੈਗਾ ਕਿ ਬਹੁਤ ਲੌਂਗ ਟਾਈਮ ਜਿਹੜਾ ਹੈ ਉਹ ਸਪੈਂਡ ਕੀਤਾ ਜਾਏ, ਬਸ ਠੀਕ ਹੈ 2 ਘੰਟੇ ਹੀ ਨਾ ਫਿਆ, 2 ਘੰਟੇ ਤੋਂ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਆ 2 ਮਿੰਟ ਦੇ ਲਈ। ਬਟ ਜਿੱਦਾਂ ਹੀ ਇਹ ਖਿਆਲ ਮੇਰੇ ਮਾਈਂਡ 'ਚ ਆਇਆ, ਪ੍ਰਾਰਥਨਾ ਕੀਤੀ, ਮੈਂ ਕਿਹਾ ਪਵਿੱਤਰ ਆਤਮਾ ਜੀ ਤੁਸੀਂ ਅਗਵਾਈ ਕਰੋ ਕਿ ਕੋਈ ਵੀ ਇਹੋ ਜਿਹੀ ਸੋਚ ਨਾ ਹੋਏ ਜਿਹੜੀ ਡਿਮੋਨਿਕ ਹੋਏ ਔਰ ਉਹ ਕੈਚ ਕਰ ਲੇ। ਪਰ ਜਦੋਂ ਹੋਲੀ ਸਪਿਰਿਟ ਆਪਾਂ ਨੂੰ ਲੀਡ ਕਰਦਾ ਆ, ਉਹਨੇ ਆਪਾਂ ਨੂੰ ਕਦੀ ਨਹੀਂ ਕਹਿਣਾ ਕਿ ਤੁਸੀਂ ਜ਼ਿਆਦਾ ਟਾਈਮ ਪ੍ਰਾਰਥਨਾ ਨਹੀਂ ਕਰਨੀ, ਪਰ ਹੋਲੀ ਸਪਿਰਿਟ ਨੇ ਆਪਾਂ ਨੂੰ ਇਹੀ ਗਾਈਡ ਕਰਨਾ ਕਿ ਵੱਧ ਤੋਂ ਵੱਧ ਪ੍ਰਾਰਥਨਾ ਕਰੋ। ਸੋ ਜਿੰਨੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਜ਼ਿਆਦੀ ਹੋਊਗੀ, ਓਨੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਚਾਂਸ ਪਰਮੇਸ਼ਵਰ ਦੇ ਨੇੜੇ ਜਾਣ ਦੇ ਵੱਧ ਜਾਂਦੇ ਆ। ਪਰ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਘਟਦੇ ਆ, ਅਸੀਂ ਪ੍ਰਾਰਥਨਾ ਦੇ ਵਿੱਚ ਤਾਂ ਘਟਦੇ ਆ, ਆਤਮਿਕ ਪੱਧਰ ਦੇ ਉੱਤੇ ਵੀ ਡਿੱਗਦੇ ਆ, ਪਰਮੇਸ਼ਵਰ ਤੋਂ ਵੀ ਦੂਰ ਹੋ ਜਾਂਦੇ ਆ। ਫਿਰ ਸਾਡੀਆਂ ਜਿਹੜੀਆਂ ਰਿਕੁਐਸਟ ਅਸੀਂ ਪਰਮੇਸ਼ਵਰ ਦੇ ਅੱਗੇ ਕਰਦੇ, ਬੇਨਤੀਆਂ ਕਰਦੇ, ਉਹ ਵੀ ਨਹੀਂ ਪਹੁੰਚਦੀਆਂ। ਸੋ ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹੀਏ। ਔਰ ਸੈਕਿੰਡ ਥਿੰਗ ਜਿਹੜੀ ਆ ਉਹ ਕਦੋਂ ਪ੍ਰਾਰਥਨਾ ਦੀ ਕਮੀ ਆਉਂਦੀ ਆ, ਕਈ ਵਾਰੀ ਤੁਹਾਡੇ ਘਰਾਂ ਦੇ ਵਿੱਚ ਕੋਈ ਆ ਸਕਦਾ, ਉਹ ਤੁਹਾਨੂੰ ਕਹੇ ਕਿ ਮੈਂ ਪਾਸਟਰ ਆ, ਹੋ ਸਕਦਾ ਉਹ ਪਾਸਟਰ ਹੋਣ, ਮੈਂ ਇੱਦਾਂ ਨਹੀਂ ਕਹਿੰਦੀ ਕਿ ਉਹ ਪਾਸਟਰ ਨਹੀਂ ਆ, ਪਰ ਬਹੁਤ ਸਾਰੇ ਲੋਕ ਮੈਂ ਦੇਖੇ ਆ ਜਿਹੜੇ ਫਿਰ ਆਣ ਕੇ ਸਾਨੂੰ ਜਦੋਂ ਮਿਲਦੇ ਆ, ਸਿਸਟਰ ਜੀ ਸਾਡੀ ਤਾਂ ਪ੍ਰਾਰਥਨਾ 3-4 ਘੰਟੇ ਦੀ ਸੀ, ਕਿਉਂਕਿ ਜਿਹੜੇ ਦਾ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਦੇ ਚਰਚ ਕੰਗਰੀਗੇਸ਼ਨ ਆ, ਉਹਨਾਂ ਦੇ ਮੋਸਟਲੀ ਜਿਹੜੇ ਲੋਕੀ ਆ 92 ਤੋਂ ਲੈ ਕੇ 95% ਤੱਕ ਲੋਕ ਜਿਹੜੇ ਆ ਉਹਨਾਂ ਦੀ ਪ੍ਰਾਰਥਨਾ 2 ਘੰਟੇ ਦੀ ਹੈਗੀ ਆ, ਕਿਉਂਕਿ ਹਰ ਸੰਡੇ ਨੂੰ, ਹਰ ਥਰਸਡੇ ਨੂੰ ਉਹਨਾਂ ਨੂੰ ਟੀਚ ਕੀਤਾ ਜਾਂਦਾ ਆ ਪ੍ਰਾਰਥਨਾ ਕਰਨ ਦੇ ਬਾਰੇ ਵਿੱਚ ਕਿ ਤੁਸੀਂ ਪ੍ਰਾਰਥਨਾ ਕਰੋ ਐਂਡ ਤੁਹਾਡੀ 2 ਘੰਟੇ ਦੀ ਪ੍ਰਾਰਥਨਾ ਹੋਣੀ ਬਹੁਤ ਜ਼ਰੂਰੀ ਆ। ਇਹ ਇੱਕ ਦਸਵੰਧ ਬਣਦਾ ਸਾਡੇ 24 ਘੰਟਿਆਂ ਦਾ, ਔਰ ਉਸ ਤੋਂ ਵੱਧ ਜਿਹੜੀ ਅਸੀਂ ਪ੍ਰਾਰਥਨਾ ਕਰਦੇ ਉਸ ਚੀਜ਼ ਨੂੰ ਅਸੀਂ ਬੀਜਦੇ ਆਪਣੀ ਲਾਈਫ ਦੇ ਵਿੱਚ, ਹਨਾ। ਤਾਂ ਉਹ ਬਹੁਤ ਸਾਰੇ ਲੋਕ ਆ ਜਿਹੜੇ ਪ੍ਰਾਰਥਨਾ ਕਰਦੇ, ਔਰ ਜਦੋਂ ਉਹ ਫਿਰ ਇੱਕ ਪ੍ਰੇਅਰਲੈਸਨੈਸ ਦੀ ਪ੍ਰੇਅਰ ਰਿਕੁਐਸਟ ਲੈ ਕੇ ਆਉਂਦੇ ਆ, ਪ੍ਰਾਰਥਨਾ ਦੀ ਕਮੀ ਆ ਗਈ ਜ਼ਿੰਦਗੀ ਦੇ ਵਿੱਚ, ਹਨਾ, ਤਾਂ ਅਜੀਬ ਲੱਗਦਾ ਕਿ ਤੁਹਾਡੀ ਲਾਈਫ ਦੇ ਵਿੱਚ ਪ੍ਰਾਰਥਨਾ ਦੀ ਕਮੀ ਕਿੱਦਾਂ ਆ ਗਈ, ਕਿ ਤੁਹਾਡੇ ਉੱਤੇ ਤਾਂ ਇਹ ਅਨੋਇੰਟਿੰਗ ਨਹੀਂ ਵਰਕ ਕਰਦੀ, ਪਰ ਤੁਸੀਂ ਕਿੱਥੋਂ ਲੈ ਕੇ ਆਏ ਇਸ ਕਮੀ ਨੂੰ? ਤੁਸੀਂ ਕਿਸੇ ਦੇ ਝੋਲੇ ਦੇ ਵਿੱਚੋਂ ਲਈ ਆ ਇਹ ਕਮੀ, ਤੁਸੀਂ ਖਰੀਦੀ ਆ ਇਹ ਕਮੀ। ਤਾਂ 2-4 ਕੇਸ ਜਿਹੜੇ ਆ ਮੇਰੇ ਕੋਲ ਉਹ ਇੱਦਾਂ ਦੇ ਆਏ, ਔਰ ਜਦੋਂ ਉਹਨਾਂ ਦੇ ਲਈ ਇੱਦਾਂ ਗੱਲਬਾਤ ਕੀਤੀ ਉਹਨਾਂ ਦੇ ਨਾਲ, ਤਾਂ ਪਾਕਰੂ ਨੇ ਦੱਸਿਆ ਕਿ ਇਹਨਾਂ ਨੇ ਕਿਸੇ ਦੇ ਕੋਲੋਂ ਪ੍ਰਾਰਥਨਾ ਕਰਵਾਈ ਆ, ਔਰ ਉਸ ਇਨਸਾਨ ਦੀ ਲਾਈਫ ਦੇ ਵਿੱਚ, ਉਹਦੀ ਲਾਈਫ 'ਚ ਬਿਲਕੁਲ ਪ੍ਰਾਰਥਨਾ ਨਾਂ ਦੀ ਚੀਜ਼ ਨਹੀਂ ਸੀਗੀ, ਠੀਕ ਹੈ। ਤਾਂ ਜਦੋਂ ਉਹਨਾਂ ਨੂੰ ਇਹੀ ਗੱਲ ਪੁੱਛੀ ਕਿ ਭਾਜੀ ਵੀ ਮੇਰੇ ਮਨ 'ਚ ਪਵਿੱਤਰ ਆਤਮਾ ਇੱਦਾਂ ਪਾਉਂਦਾ ਆ ਬਈ ਜਿੱਦਾਂ
ਤੁਸੀਂ ਤੁਹਾਡੇ ਘਰ ਦੇ ਵਿੱਚ ਕੋਈ ਆਇਆ ਔਰ ਤੁਸੀਂ ਉਹਦੇ ਕੋਲੋਂ ਆਪਣੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਵਾਈ ਆ ਔਰ ਉਸ ਦਿਨ ਤੋਂ ਤੁਹਾਡੀ ਜਿਹੜੀ ਪ੍ਰੇਅਰ ਲਾਈਫ ਆ ਉਹ ਖਤਮ ਹੋ ਗਈ ਆ ਔਰ ਉਹ ਇਸ ਕਰਕੇ ਹੋਈ ਆ, ਮੈਂ ਨਹੀਂ ਜਾਣਦੀ ਉਸ ਇਨਸਾਨ ਦੀ ਜ਼ਿੰਦਗੀ ਕਿੱਦਾਂ ਦੀ ਆ, ਪਰ ਇਸ ਕਰਕੇ ਹੋਈ ਕਿ ਉਹਦੀ ਜ਼ਿੰਦਗੀ 'ਚ ਪ੍ਰਾਰਥਨਾ ਦੀ ਅਨੋਇੰਟਿੰਗ ਜਿਹੜੀ ਆ ਉਹ ਨਹੀਂ ਹੈਗੀ, ਕਿਉਂਕਿ ਉਹਦੀ ਪਰਸਨਲ ਪ੍ਰੇਅਰ ਜਿਹੜੀ ਆ ਉਹ ਨਹੀਂ ਹੈਗੀ। ਤਾਂ ਫਿਰ ਉਹਨਾਂ ਨੇ ਮੰਨੀ ਇਹ ਚੀਜ਼, ਉਹਨਾਂ ਨੇ ਖੁਦ ਮੰਨੀ ਇਹ ਚੀਜ਼ ਕਿ ਹਾਂਜੀ ਸਾਡੇ ਨਾਲ ਇਦਾਂ ਹੋਇਆ। ਸਾਡੇ ਘਰ ਦੇ ਵਿੱਚ ਉਹ ਆਏ, ਉਹਨਾਂ ਨੇ ਕਿਹਾ ਜੀ ਪਾਸਟਰ ਜੀ ਤੇ ਆਓ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰ ਦਿੰਦੇ ਆ, ਤੇ ਹਾਂਜੀ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਔਰ ਐਗਜ਼ੈਕਟਲੀ ਉਸੇ ਦਿਨ ਤੋਂ ਜਿਹੜੀ ਆ ਉਹ ਮੇਰੀ ਪ੍ਰਾਰਥਨਾ ਦੇ ਵਿੱਚ ਕਮੀ ਆ ਗਈ। ਸੋ ਵਚਨ ਦੇ ਵਿੱਚ ਇਦਾਂ ਵੀ ਲਿਖਿਆ ਕਿ 36 ਦਿਨੀ ਕਿਸੇ ਤੇ ਹੱਥ ਨਾ ਰੱਖ, ਪਰ ਇਦਾਂ ਵੀ ਸਾਨੂੰ ਵਚਨ ਗਿਆਨ ਬਖਸ਼ਦਾ ਆ ਕਿ 36 ਦਿਨੀ ਸਾਨੂੰ ਕਿਸੇ ਦੇ ਮੂਹਰੇ ਆਪਣਾ ਸਿਰ ਵੀ ਜਿਹੜਾ ਹੈ ਨਾ ਉਹ ਬਲੀ ਹੋਣ ਲਈ ਨਹੀਂ ਦੇ ਦੇਣਾ ਚਾਹੀਦਾ, ਕਿਉਂਕਿ ਆਪਾਂ ਇੱਕ ਗੀਤ ਗਾਉਂਦੇ ਹੁੰਦੇ, ਮੇਰਾ ਸਿਰ ਹੈ ਅਮਾਨਤ ਯਿਸੂ ਦੀ, ਦਰ ਦਰ ਤੇ ਝੁਕਾਇਆ ਨਹੀਂ ਜਾਣਾ। ਤਾਂ ਮਤਲਬ ਐਡੀ ਛੇਤੀ ਤੁਸੀਂ ਨਾ ਉਹ ਬਲੀ ਦਾ ਬੱਕਰਾ ਨਾ ਬਣ ਜਾ ਕਰੋ ਕਿ ਜਿਹਦੇ ਮਰਜ਼ੀ ਅੱਗੇ ਆਪਣਾ ਸਿਰ ਦੇ ਦਿੱਤਾ ਤੇ ਉਹਨੂੰ ਜੀ ਲਓ ਜੀ ਹੱਥ ਰੱਖ ਦੋ ਜੀ ਪ੍ਰਾਰਥਨਾ ਕਰ ਦੋ, ਕਿਉਂਕਿ ਜਿਹਨੂੰ ਤੁਸੀਂ ਪਰਸਨਲੀ ਨਹੀਂ ਜਾਣਦੇ, ਜਿਹਦੀ ਪ੍ਰੇਅਰ ਲਾਈਫ ਬਾਰੇ ਨਹੀਂ ਤੁਹਾਨੂੰ ਪਤਾ, ਜਿਹਦੀ ਤੁਹਾਨੂੰ ਪਰਸਨਲ ਲਾਈਫ ਦੇ ਬਾਰੇ ਵਿੱਚ ਨਹੀਂ ਪਤਾ, ਤੁਸੀਂ ਉਹਦੇ ਅੱਗੇ ਤੁਸੀਂ ਆਪਣਾ ਸਿਰ ਦੇਣ ਡਏ ਔਰ ਉਹ ਤੁਹਾਨੂੰ ਆਸ਼ੀਸ਼ ਕਰ ਰਿਹਾ, ਤਾਂ ਜਿਹੜੀ ਆਸ਼ੀਸ਼ ਉਹਦੇ ਕੋਲ ਆ ਨਾ ਉਹੀ ਤੁਹਾਡੇ ਉੱਤੇ ਆਏਗੀ। ਆਮ ਟੈਲਿੰਗ ਯੂ, ਇਹ ਸੱਚੀ ਗੱਲ ਆ। ਕੋਈ ਇਹਦੇ ਨਾਲ ਐਗਰੀ ਕਰੇ ਜਾਂ ਨਾ ਐਗਰੀ ਕਰੇ, ਮੈਨੂੰ ਇਹਦੇ ਨਾਲ ਕੋਈ ਚੱਕਰ ਨਹੀਂ ਆ, ਪਰ ਸੱਚ ਇਹੀ ਆ ਕਿ ਜੋ ਤੁਹਾਡੇ ਝੋਲੇ ਵਿੱਚ ਆ ਉਹੀ ਤੁਸੀਂ ਵੰਡੋਗੇ। ਔਰ ਬਹੁਤ ਸਾਰਿਆਂ ਦੇ ਝੋਲੇ ਦੇ ਵਿੱਚ ਜਿਹੜੀ ਆ ਨਾ ਉਹ ਪ੍ਰਾਰਥਨਾ ਦੀ ਕਮੀ ਆ, ਵਿਸ਼ਵਾਸ ਦੀ ਕਮੀ ਆ, ਉਹਨਾਂ ਦੇ ਝੋਲੇ ਦੇ ਵਿੱਚ ਅਣਆਗਿਆਕਾਰੀ ਆ। ਤੇ ਜਦੋਂ ਤੁਸੀਂ ਉਹਨਾਂ ਦੇ ਅੱਗੇ ਝੁਕੋਗੇ ਤੇ ਉਹ ਤੁਹਾਨੂੰ ਕਿਹੜੀ ਚੀਜ਼ ਨਾਲ ਬਲੈਸ ਕਰਨਗੇ? ਉਹੀ ਚੀਜ਼ ਦੇਣਗੇ ਜੋ ਉਹਨਾਂ ਦੇ ਕੋਲ ਆ। ਸੋ ਇਸ ਲਈ ਇੰਨੀ ਛੇਤੀ ਜਿਹੜਾ ਆ ਨਾ ਤੁਸੀਂ ਇਦਾਂ ਨਾ ਹੋਇਆ ਕਰੋ ਕਿ ਹਾਂਜੀ ਜੀ ਫਲਾਨਾ ਆ ਗਿਆ ਜੀ ਉਹ ਵੀ ਮੇਰੇ ਸਿਰ ਤੇ ਹੱਥ ਰੱਖ ਦੇ, ਧਮਕਾਨਾ ਆ ਗਿਆ ਉਹ ਵੀ ਮੇਰੇ ਸਿਰ ਤੇ ਹੱਥ ਰੱਖ ਦੇ, ਫਲਾਨੇ ਥਾਂ ਤੇ ਕਿਸੇ ਨੇ ਕਹਿਤਾ ਜੀ ਉਹ ਬਹੁਤ ਵਧੀਆ ਆ ਤੇ ਚਲੋ ਜੀ ਲੈਣ ਲਾ ਕੇ ਉਧਰ ਨੂੰ ਤੁਰ ਪੋ। ਤਾਂ ਮਤਲਬ ਇਦਾਂ ਦੀਆਂ ਜਿਹੜੀਆਂ ਨਿੱਕੇ ਨਿੱਕੇ ਨਿਆਣਿਆਂ ਵਾਲੀਆਂ ਗੱਲਾਂ ਆ ਨਾ ਉਹ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਆਪਾਂ ਨੂੰ ਭਰੋਸਾ ਹੋਣਾ ਚਾਹੀਦਾ ਸਾਡੇ ਪਰਮੇਸ਼ਵਰ ਦੇ ਉੱਤੇ, ਸਾਡੀ ਖੁਦ ਦੀ ਪ੍ਰਾਰਥਨਾ ਦੇ ਉੱਤੇ ਸਾਨੂੰ ਭਰੋਸਾ ਹੋਣਾ ਚਾਹੀਦਾ, ਪਰਮੇਸ਼ਵਰ ਜੀ ਦੇ ਵਚਨ ਦੇ ਉੱਤੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਆ ਕਿ ਜਦੋਂ ਆਪਾਂ ਕਿਸੇ ਤੋਂ ਪ੍ਰਾਰਥਨਾ ਕਰਵਾਉਂਦੇ ਆ ਇਹ ਸੋਚ ਕੇ ਕਿ ਹਾਂਜੀ ਇਹ ਪ੍ਰਾਰਥਨਾ ਕਰੇਗਾ ਤਾਂ ਜ਼ਰੂਰ ਸੁਣੀ ਜਾਏਗੀ, ਤੁਸੀਂ ਬਿਲਕੁਲ ਸਹੀ ਕਹਿੰਦੇ, ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਧਰਮੀ ਜਨ ਦੀ ਪ੍ਰਾਰਥਨਾ ਜਿਹੜੀ ਆ ਨਾ ਉਹ ਉੱਤਰ ਲੈ ਕੇ ਆਉਂਦੀ ਆ। ਇਸ ਲਈ ਅਸੀਂ ਮਨਾ ਨਹੀਂ ਕਰਦੇ ਕਿ ਤੁਸੀਂ ਕਿਸੇ ਤੋਂ ਪ੍ਰਾਰਥਨਾ ਨਾ ਕਰਾਓ, ਹਾਂਜੀ ਕਰਵਾਓ, ਸਿਰਫ ਉਹਨਾਂ ਤੋਂ ਵਾਕਿਆ ਹੀ ਜਿਨ੍ਹਾਂ ਦੇ ਜੀਵਨ ਦੇ ਵਿੱਚ ਧਾਰਮਿਕਤਾ ਜਿਹੜੀ ਆ ਨਾ ਉਹ ਪ੍ਰਗਟ ਹੋ ਰਹੀ ਹੋਵੇ, ਵਾਕਿਆ ਹੀ ਉਹਨਾਂ ਦੇ ਜਿਹੜੇ ਫਰੂਟਸ ਆ ਉਹ ਬਿਬਲੀਕਲ ਹੋਣ, ਬਾਈਬਲ ਦੇ ਨਾਲ ਮੇਲ ਖਾਂਦੇ ਹੋਣ, ਉਹਨਾਂ ਕੋਲੋਂ ਪ੍ਰਾਰਥਨਾ ਕਰਾਓ। ਅਦਰਵਾਈਜ਼ ਜੇ ਤੁਸੀਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੇ ਉਹਨਾਂ ਕੋਲੋਂ ਪ੍ਰਾਰਥਨਾ ਨਾ ਕਰਵਾਓ। ਜੇ ਤੁਸੀਂ ਉਹਨਾਂ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਤੇ ਸਿਰਫ ਉਹਨਾਂ ਦਾ ਸੂਟ ਬੂਟ ਪਾਇਆ ਵੇਖ ਕੇ ਉਹਨਾਂ ਤੋਂ ਪ੍ਰਾਰਥਨਾ ਨਾ ਕਰਵਾਓ, ਉਹਨਾਂ ਦੇ ਝੋਲੇ ਵਿੱਚ ਬਾਈਬਲ ਦੇਖ ਕੇ ਪ੍ਰਾਰਥਨਾ ਨਾ ਕਰਵਾਓ। ਬਹੁਤ ਸਾਰੇ ਇਹੋ ਜਿਹੇ ਪਾਸਟਰਸ ਆ, ਇਹੋ ਜਿਹੇ ਨਬੀ ਆ, ਇਹੋ ਜਿਹੇ ਇਵੈਂਜਲਿਸਟ ਆ ਜਿਹੜੇ ਆਪਣੇ ਹੱਥ ਦੇ ਵਿੱਚ ਬਾਈਬਲ ਫੜੀ ਫਿਰਦੇ ਆ, ਮੂੰਹ ਤੋਂ ਬਾਈਬਲ ਦੀਆਂ ਪੰਕਤੀਆਂ ਬੋਲਦੇ ਆ, ਪਰ ਉਹਨਾਂ ਨੇ ਆਪਣਾ ਆਪ ਜਿਹੜਾ ਹੈ ਉਹ ਸ਼ੈਤਾਨ ਨੂੰ ਵੇਚਿਆ ਹੋਇਆ ਆ। ਔਰ ਉਹ ਤੁਹਾਨੂੰ ਜਦੋਂ ਤੁਹਾਡੇ ਉੱਤੇ ਹੱਥ ਰੱਖਦੇ ਆ ਤਾਂ ਤੁਹਾਨੂੰ ਉਹ ਵਸ ਵਿੱਚ ਕਰ ਲੈਂਦੇ ਆ। ਚੇਤੇ ਰੱਖਿਓ, ਮੈਂ ਫਿਰ ਇਸ ਗੱਲ ਨੂੰ ਕਹਿੰਦੀ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਪਾਸਟਰਸ ਆ, ਜਿਹੜੇ ਨਬੀ ਆ, ਇਵੈਂਜਲਿਸਟ ਆ, ਉਹਨਾਂ ਦੇ ਝੋਲਿਆਂ 'ਚ ਬਾਈਬਲ ਆ, ਉਹਨਾਂ ਦੇ ਹੱਥਾਂ ਵਿੱਚ ਬਾਈਬਲ ਆ, ਇੱਥੋਂ ਤੱਕ ਕਿ ਉਹ ਆਪਣੇ ਮੂੰਹ ਤੋਂ ਵਚਨ ਬੋਲਦੇ ਆ, ਪਰ ਜਦੋਂ ਤੁਹਾਡੇ ਉੱਤੇ ਹੱਥ ਰੱਖਦੇ ਆ ਤੇ ਤੁਹਾਨੂੰ ਉਹ ਆਪਣੇ ਵਸ ਵਿੱਚ ਕਰ ਲੈਂਦੇ, ਤੁਹਾਡੀ ਬੁੱਧ ਦੇ ਉੱਤੇ ਕਬਜ਼ਾ ਕਰ ਲੈਂਦੇ ਆ। ਇਹੋ ਜਿਹਾ ਕਬਜ਼ਾ ਕਰਦੇ ਆ ਕਿ ਬਹੁਤ ਮਿਹਨਤ ਕਰਨ ਦੇ ਨਾਲ ਉਹ ਟੁੱਟ ਜਾਏ ਤਾਂ ਟੁੱਟ ਜਾਏ, ਅਦਰਵਾਈਜ਼ ਛੇਤੀ ਕੀਤਿਆਂ ਫਿਰ ਤੁਸੀਂ ਸੱਚ ਨੂੰ ਸੁਣਨ ਵਾਲੇ ਜਿਹੜੇ ਆ ਉਹ ਸੱਚ ਨੂੰ ਸੁਣਨ ਦੇ ਲਈ ਤੁਸੀਂ ਤਿਆਰ ਨਹੀਂ ਹੁੰਦੇ, ਕਿਉਂਕਿ ਤੁਹਾਡੀ ਬੁੱਧ ਦੇ ਉੱਤੇ ਫਿਰ ਹਨੇਰਾ ਪੈ ਜਾਂਦਾ ਆ, ਚਾਨਣ ਜਿਹੜਾ ਹੈ ਉਹ ਖਤਮ ਹੋ ਜਾਂਦਾ। ਜਦੋਂ ਸੁੱਚ ਜਿਹੜਾ ਚਾਨਣ ਵਾਲਾ ਹੈ ਉਹ ਆਫ ਕਰ ਦਿੱਤਾ ਗਿਆ ਤਾਂ ਫਿਰ ਕੀ ਹੋਏਗਾ? ਹਨੇਰਾ ਆ ਜਾਏਗਾ। ਜਦੋਂ ਹਨੇਰੇ ਨੇ ਤੁਹਾਡੀ ਬੁੱਧ ਦੇ ਉੱਤੇ ਕਬਜ਼ਾ ਕਰ ਲਿਆ ਤੇ ਮਤਲਬ ਸਮਝੋ ਕਿ ਤੁਸੀਂ ਜਿਹੜਾ ਹੈ ਉਹ ਕਿਤੇ ਵੀ ਠੇਡਾ ਲੱਗ ਕੇ ਜਿਹੜਾ ਹੈ ਨਾ ਉਹ ਡਿੱਗ ਸਕਦੇ ਹੋ, ਕਦੀ ਵੀ ਠੋਕਰ ਖਾ ਸਕਦੇ ਹੋ ਤੁਸੀਂ। ਇਸ ਲਈ ਛੇਤੀ ਦਿਨੀ ਬਲੀ ਦੇ ਬੱਕਰੇ ਨਾ ਬਣਿਆ ਕਰੋ, ਛੇਤੀ ਦਿਨੀ ਕਿਸੇ ਦੇ ਅੱਗੇ ਆਪਣਾ ਸਿਰ ਨਾ ਦਿਆ ਕਰੋ, ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ। ਅਗਰ ਉਸ ਮਨੁੱਖ ਦੀਆਂ ਪ੍ਰਾਰਥਨਾਵਾਂ, ਜਿਹੜਾ ਇੱਕ ਧਰਮੀ ਮਨੁੱਖ ਹੈ, ਹੁਣ ਮੈਂ ਗੱਲ ਕਰਦੀ ਜਿਹੜਾ ਧਰਮੀ ਮਨੁੱਖ ਤੁਹਾਡੇ ਲਈ ਪ੍ਰਾਰਥਨਾ ਕਰਦਾ, ਉਹਦੀ ਪ੍ਰਾਰਥਨਾ ਉੱਤਰ ਲੈ ਕੇ ਆਉਂਦੀ ਆ, ਬਾਈਬਲ ਇਹਦੇ ਨਾਲ ਗਵਾਹੀ ਪਾਉਂਦਾ ਯਾਰ, ਇਸ ਚੀਜ਼ ਨੂੰ ਅਸੀਂ ਵੀ ਐਗਰੀ ਕਰਦੇ ਹਾਂ, ਦਿਲ ਤੋਂ ਮੰਨਦੇ ਕਿ ਧਰਮੀ ਜਨ ਦੀ ਪ੍ਰਾਰਥਨਾ ਉੱਤਰ ਲੈ ਕੇ ਆਉਂਦੀ ਆ, ਬਸ਼ਰਤੇ ਕਿ ਉਹ ਹੋਵੇ ਧਰਮੀ, ਠੀਕ ਹੈ, ਉਹਦੀ ਜ਼ਿੰਦਗੀ ਦੇ ਵਿੱਚ ਫਰੂਟਸ ਜਿਹੜੇ ਆ ਉਹ ਆਤਮਿਕ ਹੋਣ। ਪਰ ਉਹਦੇ ਕੋਲੋਂ ਪ੍ਰਾਰਥਨਾ ਕਰਾਉਣ ਦੇ ਬਾਅਦ ਸਿਰਫ ਤੁਸੀਂ ਮੋੜ ਹੀ ਨਾ ਆਓ ਕਿ ਪ੍ਰਾਰਥਨਾ ਹੋ ਗਈ ਤੇ ਕੰਮ ਸਰ ਗਿਆ। ਜਦੋਂ ਕਿਸੇ ਧਰਮੀ ਬੰਦੇ ਕੋਲੋਂ ਪ੍ਰਾਰਥਨਾ ਕਰਵਾਉਂਦੇ ਹੋ
ਤਾਂ ਉਸ ਵੇਲੇ ਇੱਕ ਹੋਰ ਚੀਜ਼ ਜਿਹੜੀ ਆ ਨਾ ਉਹ ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰੋ ਕਿ ਅਗਰ ਇਸ ਬੰਦੇ ਦੀ ਪ੍ਰਾਰਥਨਾ ਪਰਮੇਸ਼ਵਰ ਦੇ ਹਜ਼ੂਰੋਂ ਉੱਤਰ ਲੈ ਕੇ ਆਉਂਦੀ ਆ ਤਾਂ ਮੈਨੂੰ ਵੀ ਇਹਦੇ ਵਰਗਾ ਬਣਨ ਦੀ ਜ਼ਰੂਰਤ ਹੈ ਕਿ ਮੇਰੀ ਪ੍ਰਾਰਥਨਾ ਵੀ ਪਰਮੇਸ਼ਵਰ ਦੇ ਕੋਲੋਂ ਉੱਤਰ ਲੈ ਕੇ ਆਏ। ਜਦੋਂ ਅਸੀਂ ਕਿਸੇ ਦੇ ਕੋਲੋਂ ਪ੍ਰਾਰਥਨਾ ਕਰਵਾਉਂਦੇ ਆ ਸਾਨੂੰ ਲੱਗਦਾ ਕਿ ਇਹਦੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਆ ਜਾਂ ਵਾਕਈ ਇਹਦੀ ਆਵਾਜ਼ ਜਿਹੜੀ ਆ ਪਰਮੇਸ਼ਵਰ ਤੱਕ ਪਹੁੰਚਦੀ ਆ, ਤਾਂ ਉਸ ਵੇਲੇ ਸਿਰਫ ਸੈਲਫਿਸ਼ ਨਾ ਹੋਵੋ ਕਿ ਜਿਹੜੀ ਪ੍ਰਾਰਥਨਾ ਕਰਵਾਈ ਆ ਕਿ ਹਾਂਜੀ ਜੀ ਸਾਡੇ ਘਰ ਬੇਟਾ ਪੈਦਾ ਹੋਏ ਤੇ ਤੁਸੀਂ ਪ੍ਰਾਰਥਨਾ ਕਰਵਾਈ ਤਾਂ ਤੁਹਾਡੇ ਘਰ ਬੇਟਾ ਪੈਦਾ ਹੋ ਗਿਆ ਤੇ ਚਲੋ ਜੀ ਕਹਾਣੀ ਖਤਮ ਹੋ ਗਈ। ਕਹਾਣੀ ਖਤਮ ਨਹੀਂ ਹੋਈ, ਕਹਾਣੀ ਤਾਂ ਸ਼ੁਰੂ ਹੋਈ ਆ। ਉਸ ਚੀਜ਼ ਨੇ ਤੁਹਾਡੇ ਉੱਤੇ ਪ੍ਰਗਟ ਕੀਤਾ ਕਿ ਇਸ ਬੰਦੇ ਦਾ ਕਨੈਕਸ਼ਨ ਜਿਹੜਾ ਹੈ ਉਹ ਪਰਮੇਸ਼ਵਰ ਦੇ ਨਾਲ ਆ, ਤੁਹਾਡੀ ਨੇਚਰ ਨੇ ਤੁਹਾਡੇ ਲਈ ਉਹ ਫਲ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਦਾ ਕੀਤਾ। ਪਰ ਕਿਉਂ ਨਹੀਂ ਤੁਸੀਂ ਕੋਸ਼ਿਸ਼ ਕਰਦੇ ਕਿ ਜਿਸ ਤਰੀਕੇ ਦੇ ਨਾਲ ਉਹ ਇਨਸਾਨ ਜਿਹਦੀਆਂ ਪ੍ਰਾਰਥਨਾਵਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚਦੀਆਂ ਆ ਸੁਣੀਆਂ ਜਾਂਦੀਆਂ, ਕਿਉਂ ਅਸੀਂ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰਦੀ? ਕਿਉਂ ਅਸੀਂ ਉਸ ਨਮੂਨੇ ਨੂੰ ਉਹਨੂੰ ਰੋਲ ਮਾਡਲ ਕਿਉਂ ਨਹੀਂ ਬਣਾ ਕੇ ਫੋਲੋ ਕਰਦੇ? ਸੋ ਵਚਨ ਦੇ ਵਿੱਚ ਲਿਖਿਆ ਜਿੱਦਾਂ ਕਿ ਸਾਨੂੰ ਨਵੀਂ ਇਨਸਾਨੀਅਤ ਦੇ ਵਿੱਚ ਜਿਹੜਾ ਹੈ ਨਵਾਂ ਸਰੂਪ ਜਿਹੜਾ ਆ ਉਹ ਆਪਣਾ ਜਿਹੜਾ ਆ ਬਣਾਉਣਾ ਆ, ਸੋ ਉਹਦੇ ਵਿੱਚ ਢਲਣਾ ਹੈ ਅਸੀਂ। ਇਸ ਲਈ ਜਿਹੜੇ ਨਵੇਂ ਸਰੂਪ ਦੇ ਵਿੱਚ ਢਲੇ ਹੋਏ ਆ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋ। ਬਾਕੀ ਜਿਹੜੀ ਗੱਲ ਰਹੀ ਨਾ ਚਕਾ ਚੌਂਦ ਦੀ ਤੇ ਸ਼ਾਨੋ ਸ਼ੌਕਤ ਦੀ, ਉਹ ਤੇ ਮੇਲਿਆਂ ਦੇ ਵਿੱਚ ਵੀ ਝੰਡੀਆਂ ਬੜੀਆਂ ਲਾਈਆਂ ਹੁੰਦੀਆਂ। ਤੇ ਜੇ ਗੱਲ ਕਰੋ ਭੀੜਾਂ ਦੀ, ਕਿ ਜੇ ਤੁਸੀਂ ਇਹ ਸਮਝਦੇ ਆ ਕਿ ਜਿੱਥੇ ਭੀੜ ਆ ਤੇ ਉੱਥੇ ਮਸਾ ਬਹੁਤ ਆ, ਤੇ ਕਿਤੇ ਇਸ ਗੱਲ ਦੇ ਵਿੱਚ ਪੈ ਕੇ ਧੋਖਾ ਨਾ ਖਾ ਲਿਓ ਵੀ ਜਿੱਥੇ ਭੀੜਾਂ ਬਹੁਤ ਆ ਉੱਥੇ ਮਸਾ ਬਹੁਤ ਆ। ਭੀੜਾਂ ਦੀ ਕਿਹੜੀ ਗੱਲ ਆ, ਭੀੜਾਂ ਤਾਂ ਮੇਲਿਆਂ ਤੇ ਬਹੁਤ ਹੁੰਦੀਆਂ। ਸੋ ਉਹ ਮੇਲੇ ਜਿੱਥੇ ਡਾਂਸਰਾਂ ਵੀ ਨਚਾਈਆਂ ਜਾਂਦੀਆਂ, ਉਹ ਮੇਲੇ ਜਿੱਥੇ ਘੁੰਗਰੂ ਬੰਨ ਕੇ ਪੈਰਾਂ ਦੇ ਵਿੱਚ ਨੱਚਿਆ ਜਾਂਦਾ, ਭੀੜਾਂ ਤੇ ਉੱਥੇ ਵੀ ਬਹੁਤ ਹੁੰਦੀਆਂ ਆ। ਸੋ ਭੀੜ ਸਰਕਸ 'ਚ ਥੋੜੀ ਹੁੰਦੀ ਆ, ਸੋ ਭੀੜ ਜਾਦੂਗਰ ਦਾ ਤਮਾਸ਼ਾ ਦੇਖਣ ਨੂੰ ਥੋੜੀ ਹੁੰਦੀ ਆ, ਭੀੜ ਸਿਨੇਮੇ 'ਚ ਥੋੜੀ ਹੁੰਦੀ ਆ, ਭੀੜ ਜਿਹੜੀ ਆ ਉਹ ਸ਼ਾਪਿੰਗ ਮਾਲਾਂ ਦੇ ਵਿੱਚ ਥੋੜੀ ਆ, ਭੀੜਾਂ ਤੇ ਹਸਪਤਾਲਾਂ ਵਿੱਚ ਵੀ ਬਹੁਤ ਆ। ਸੋ ਇਹਦਾ ਮਤਲਬ ਇਹ ਨਹੀਂ ਕਿ ਜਿੱਥੇ ਭੀੜ ਆ ਉੱਥੇ ਚਮਤਕਾਰ ਆ ਤੇ ਜਿੱਥੇ ਚਮਤਕਾਰ ਆ ਤੇ ਉੱਥੇ ਹੀ ਰੱਬ ਆ। ਚੇਤਾ ਰੱਖੋ, ਅਗਰ ਤੁਸੀਂ ਪਰਮੇਸ਼ਵਰ ਦੇ ਨੇੜੇ ਜਾਣਾ ਆ, ਅਗਰ ਤੁਸੀਂ ਆਪਣਾ ਰਿਸ਼ਤਾ ਪਰਮੇਸ਼ਵਰ ਨਾਲ ਸਿੱਧਾ ਕਰਨਾ, ਤੇ ਉਹਦਾ ਇੱਕੋ ਇੱਕ ਰਾਹ ਜਿਹੜਾ ਆ ਉਹ ਇਹ ਆ ਕਿ ਸਾਨੂੰ ਪ੍ਰਾਰਥਨਾ ਕਰਨੀ ਪਊਗੀ। ਔਰ ਪ੍ਰਾਰਥਨਾ ਜਦੋਂ ਅਸੀਂ ਕਰਾਂਗੇ ਪਵਿੱਤਰ ਆਤਮਾ ਦੀ ਹਜ਼ੂਰੀ ਆਏਗੀ। ਔਰ ਜਦੋਂ ਪਵਿੱਤਰ ਆਤਮਾ ਜੀ ਦੀ ਹਜ਼ੂਰੀ ਆਏਗੀ, ਪਵਿੱਤਰ ਆਤਮਾ ਜੀ ਸਾਨੂੰ ਅਗਵਾਈ ਕਰਨਗੇ ਕਿ ਅਸੀਂ ਕਿੱਧਰ ਨੂੰ ਤੁਰਨਾ ਆ ਔਰ ਕਿੱਧਰੋਂ ਅਸੀਂ ਮੁੜਨਾ ਆ। ਸੋ ਪ੍ਰੇਅਰ ਜਿਹੜੀ ਆ ਉਹ ਸਾਡੀ ਲਾਈਫ ਦੇ ਵਿੱਚ ਬਹੁਤ ਹੀ ਖਾਸ ਜਿਹੜਾ ਆ ਉਹ ਰੋਲ ਪਲੇ ਕਰਦੀ ਆ। ਇਸ ਲਈ ਅਗਰ ਤੁਸੀਂ ਚਾਹੁੰਦੇ ਕਿ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਕੰਮ ਕਰੇ, ਪਵਿੱਤਰ ਆਤਮਾ ਦਾ ਅਨੋਇੰਟਿੰਗ ਸਾਡੀ ਲਾਈਫ ਦੇ ਵਿੱਚ ਜਿਹੜਾ ਕੰਮ ਕਰੇ, ਤਾਂ ਉਹ ਉਦੋਂ ਹੀ ਕੰਮ ਕਰਨਾ ਸਟਾਰਟ ਹੋਣਾ ਆ ਜਦੋਂ ਅਸੀਂ ਪ੍ਰਾਰਥਨਾ ਕਰਨੀ ਸਟਾਰਟ ਕਰ ਦੇਵਾਂਗੇ। ਇਸ ਲਈ ਜਿਹੜੇ ਭੈਣ ਭਰਾ ਪ੍ਰੇਅਰ ਲੈਕਨੈਸ ਦੇ ਵਿੱਚ ਆ ਜਾਂ ਪ੍ਰੇਅਰਲੈਸਨੈਸ ਦੇ ਵਿੱਚ ਆ ਜਾਂ ਪ੍ਰਾਰਥਨਾ ਦੀ ਕਮੀ ਦੇ ਵਿੱਚ ਆ ਜਾਂ ਜਿਨਕੀ ਲਾਈਫ में प्रार्थना की कमी है, इन्नी की भाषा मैनूं आउंदी आ, ਤਾਂ ਮਤਲਬ ਉਹ ਸਮਝ ਲੈਣ ਕਿ ਉਹ ਸਮੱਸਿਆ ਦੇ ਵਿੱਚ ਆ। ਸਿਰਫ ਉਹ ਸਮੱਸਿਆ ਨਹੀਂ ਕਿ ਜਿਹੜੀ ਹਾਂਜੀ ਜੀ ਜੇ ਤੁਸੀਂ ਪ੍ਰਾਰਥਨਾ ਨਾ ਕੀਤੀ ਤਾਂ ਫਿਰ ਹੋਰ ਆਟਾ ਨਹੀਂ ਮਿਲਣਾ, ਜੇ ਤੁਸੀਂ ਪ੍ਰਾਰਥਨਾ ਨਾ ਕੀਤੀ ਤੇ ਹੋਰ ਖਾਣ ਨੂੰ ਨਹੀਂ ਮਿਲਣਾ, ਜੇ ਤੁਸੀਂ ਪ੍ਰਾਰਥਨਾ ਨਾ ਕੀਤੀ ਤਾਂ ਨਵੀਂ ਗੱਡੀ ਨਹੀਂ ਮਿਲਣੀ, ਜੇ ਤੁਸੀਂ ਪ੍ਰਾਰਥਨਾ ਨਾ ਕੀਤੀ ਤੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਬਹੁਤ ਸਾਰੇ ਲੋਕ ਆ ਜਿਹੜੇ ਪ੍ਰਾਰਥਨਾ ਨਹੀਂ ਕਰਦੇ ਤੇ ਕਾਪੀਆਂ ਵੀਜ਼ਿਆਂ ਨਾਲ ਭਰੀਆਂ ਪਈਆਂ ਉਹਨਾਂ ਦੀਆਂ। ਬਹੁਤ ਸਾਰੇ ਲੋਕ ਆ ਜਿਹੜੇ ਪ੍ਰਾਰਥਨਾ ਨਹੀਂ ਕਰਦੇ ਤਾਂ ਪਰ ਉਹ ਥਾਂ ਤੇ ਜਾ ਕੇ ਲੰਗਰ ਲਾਉਂਦੇ ਫਿਰਦੇ ਆ। ਬਹੁਤ ਸਾਰੇ ਲੋਕ ਆ ਜਿਹੜੇ ਪ੍ਰਾਰਥਨਾ ਨਹੀਂ ਕਰਦੇ ਪਰ ਉਹ ਹੱਟੇ ਕੱਟੇ ਆ। ਸੋ ਕਦੀ ਵੀ ਇਹਨਾਂ ਚੀਜ਼ਾਂ ਦੇ ਪਿੱਛੇ ਨਾ ਜਾਓ ਕਿ ਜੇ ਮੈਂ ਪ੍ਰਾਰਥਨਾ ਨਾ ਕੀਤੀ ਤੇ ਇਹ ਚੀਜ਼ਾਂ ਨਹੀਂ ਮਿਲਣੀਆਂ, ਮੈਂ ਤਾਂ ਕਰਕੇ ਪ੍ਰਾਰਥਨਾ ਕਰਦਾ ਆ। ਜੇ ਤੁਸੀਂ ਪ੍ਰਾਰਥਨਾ ਨਾ ਕੀਤੀ ਤੇ ਵੈਰੀ ਨੇ ਤੁਹਾਡੇ ਉੱਤੇ ਕਬਜ਼ਾ ਕਰ ਲੈਣਾ ਆ, ਇਸ ਗੱਲ ਦੇ ਪਿੱਛੇ ਜਾਓ। ਜੇ ਤੁਸੀਂ ਪ੍ਰਾਰਥਨਾ ਨਾ ਕੀਤੀ ਤਾਂ ਫਿਰ ਤੁਹਾਡਾ ਆਤਮਿਕ ਭੋਜਨ ਜਿਹੜਾ ਹੈ ਨਾ ਉਹ ਰੂਹ ਨੂੰ ਨਹੀਂ ਮਿਲਣਾ। ਔਰ ਫਿਰ ਤੁਹਾਡੇ ਜਦੋਂ ਆਤਮਾ ਨੇ ਮਰ ਜਾਣਾ ਨਾ, ਇਸ ਚੀਜ਼ ਦੇ ਬਾਰੇ ਵਿੱਚ ਸੋਚੋ। ਸੋ ਇਹ ਸੱਚ ਹੈ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਪਰਮੇਸ਼ਵਰ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਠੀਕ ਹੁੰਦੀ ਹੈ। ਔਰ ਜਦੋਂ ਸਾਡੀ ਰਿਲੇਸ਼ਨਸ਼ਿਪ ਪਰਮੇਸ਼ਵਰ ਜੀ ਦੇ ਨਾਲ ਠੀਕ ਹੁੰਦੀ ਆ ਤਾਂ ਸਾਡੀਆਂ ਜ਼ਰੂਰਤਾਂ ਨੂੰ ਪਰਮੇਸ਼ਵਰ ਜੀ ਆਪਣੇ ਆਪ ਹੀ ਪੂਰੀਆਂ ਕਰਦੇ ਆ। ਹਾਲੇਲੂਇਆ। ਸੋ ਇਸ ਲਈ ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਆ, ਪਰ ਸੁਣਨਗੇ ਕਦੋਂ? ਪ੍ਰਾਰਥਨਾ ਹੈ ਕੀ? ਪ੍ਰਾਰਥਨਾ ਮੰਗਤੇ ਬਣਨਾ ਨਹੀਂ ਆ। ਪ੍ਰਾਰਥਨਾ ਦੇ ਵਿੱਚ ਬੈਠ ਕੇ ਆਲ ਦਾ ਟਾਈਮ ਇਹੀ ਕਹੀ ਜਾਣਾ ਕਿ ਪ੍ਰਭੂ ਜੀ ਹੁਣ ਮੈਨੂੰ ਆਹ ਦੇ ਦਿਓ, ਪ੍ਰਭੂ ਜੀ ਮੈਨੂੰ ਹੁਣ ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਤੁਸੀਂ ਜਿੰਨੀ ਮਰਜ਼ੀ ਵੱਡੀ ਲਿਸਟ ਬਣਾ ਕੇ 2 ਘੰਟੇ ਅਗਰ ਤੁਸੀਂ ਉਹੀ ਲਿਸਟ ਪੜ੍ਹੀ ਜਾਂਦੇ ਆ ਫਿਰ ਤੁਸੀਂ ਕਹਿੰਦੇ ਅੱਜ ਮੈਂ 2 ਘੰਟੇ ਪ੍ਰਾਰਥਨਾ ਕੀਤੀ ਆ, ਤਾਂ ਆਪਣੇ ਆਪ ਨੂੰ ਜਿਹੜਾ ਆ ਉਹ ਕਮਲੇ ਨਾ ਬਣਾਓ। ਆਪਣੇ ਆਪ ਨੂੰ ਧੋਖਾ ਨਾ ਦਿਓ ਕਿ ਤੁਸੀਂ 2 ਘੰਟੇ ਪ੍ਰਾਰਥਨਾ ਕੀਤੀ। ਤੁਸੀਂ ਕਿਹੜੀ 2 ਘੰਟੇ ਪ੍ਰਾਰਥਨਾ ਕੀਤੀ ਦੱਸੋ? ਤੁਸੀਂ ਤਾਂ 2 ਘੰਟੇ ਆਪਣੀ ਲਿਸਟ ਹੀ ਪੜ੍ਹਦੇ ਰਹੇ ਕਿ ਮੈਂ ਜਿਹੜੀ ਆ ਮੇਰੀ ਜ਼ਿੰਦਗੀ 'ਚ ਐਸ ਚੀਜ਼ ਦੀ ਜ਼ਰੂਰਤ ਹੈ। ਪ੍ਰਾਰਥਨਾ ਕਿਹੜੀ ਸੀਗੀ? ਸੋ ਪ੍ਰਾਰਥਨਾ ਇੱਕ ਉਹ ਚੀਜ਼ ਆ ਜਿੱਦਾਂ ਅਸੀਂ ਜੀਂਦੇ ਇਨਸਾਨ ਦੇ ਨਾਲ ਗੱਲਾਂ ਕਰਦੇ ਆ।
ਜਿੱਦਾਂ ਅਸੀਂ ਆਪਣਾ ਦੁੱਖ ਸੁੱਖ ਇੱਕ ਜਿੰਦਾ ਇਨਸਾਨ ਦੇ ਨਾਲ ਕਰਦੇ ਹਾਂ, ਔਰ ਜੋ ਉਸ ਇਨਸਾਨ ਨੇ ਸਾਡੇ ਉੱਤੇ ਕਰਮ ਕੀਤੇ ਅਸੀਂ ਉਹਦੇ ਲਈ ਉਹਦਾ ਧੰਨਵਾਦ ਕਰਦੇ ਹਾਂ, ਇਸ ਸੇਮ ਤਰੀਕੇ ਦੇ ਨਾਲ ਜਦੋਂ ਅਸੀਂ ਪਰਮੇਸ਼ਵਰ ਜੀ ਨੂੰ ਜਿੰਦਾ ਮੰਨ ਕੇ, ਕਿਉਂਕਿ ਉਹ ਹੈ ਹੀ ਜਿੰਦਾ, ਹੀ ਇਜ਼ ਐਵਰਲਾਸਟਿੰਗ ਗੋਡ, ਹਮੇਸ਼ਾ ਤੱਕ ਰਹਿਣ ਵਾਲਾ ਪਰਮੇਸ਼ਵਰ ਹੈ। ਸੋ ਉਹਨੂੰ ਅਸੀਂ ਉਸ ਜਿੰਦਾ ਪਰਮੇਸ਼ਵਰ ਨੂੰ ਜਿੰਦਾ ਮੰਨ ਕੇ, ਆਪਣੇ ਸਨਮੁਖ ਮੰਨ ਕੇ ਜਦੋਂ ਅਸੀਂ ਫੇਰ ਪ੍ਰਾਰਥਨਾ ਕਰਦੇ ਹਾਂ ਨਾ, ਤਾਂ ਫਿਰ ਅਸੀਂ ਉਹਦੇ ਨਾਲ ਗੱਲਾਂ ਕਰਦੇ ਹਾਂ। ਪ੍ਰਾਰਥਨਾ ਕਰਨ ਦਾ ਇੱਕ ਵੇ ਆ। ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਆ, ਉਹ ਗੈਰ ਭਾਸ਼ਾ ਵੀ ਘੋਟਾ ਲਾ ਕੇ ਪੜ੍ਹੀ ਜਾਂਦੇ ਆ, ਠੀਕ ਹੈ। ਫਿਰ ਉਹ ਪ੍ਰਾਰਥਨਾ ਕਰਨਗੇ ਯਿਸੂ 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 ਯਿਸੂ, ਮਤਲਬ they call ਯਿਸੂ ਸ਼ਬਦ more than 100 times in 1 minute। 1 ਮਿੰਟ ਦੇ ਵਿੱਚ ਉਹ ਲੋਕ ਯਿਸੂ ਸ਼ਬਦ ਨੂੰ 100 ਵਾਰੀ ਤੋਂ ਜ਼ਿਆਦਾ ਵਾਰੀ ਬੋਲ ਦਿੰਦੇ ਆ, ਔਰ ਫਿਰ ਕਹਿੰਦੇ ਜੀ ਪ੍ਰਾਰਥਨਾ ਕਰਦੇ ਆ। ਨਹੀਂ, ਇਹ ਪ੍ਰਾਰਥਨਾ ਕਰਨਾ ਨਹੀਂ ਆ। ਤੁਸੀਂ ਤੋਤੇ ਨਾ ਬਣੋ, ਤੁਸੀਂ ਇਨਸਾਨ ਆ, ਤੁਸੀਂ ਇਨਸਾਨ ਬਣ ਕੇ ਪ੍ਰਾਰਥਨਾ ਕਰੋ। ਔਰ ਅਗਰ ਪਰਮੇਸ਼ਵਰ ਜਿੰਦਾ ਆ ਤਾਂ ਤੁਸੀਂ ਜਿੰਦੇ ਇਨਸਾਨ ਦੇ ਨਾਲ ਜਾਂ ਜਿੰਦਾ ਪਰਮੇਸ਼ਵਰ ਦੇ ਨਾਲ ਤੁਸੀਂ ਕਿੱਦਾਂ ਗੱਲ ਕਰਦੇ ਆ, ਜਸਟ ਤੁਸੀਂ ਉਸ ਚੀਜ਼ ਨੂੰ ਜਦੋਂ ਫੋਲੋ ਕਰੋਗੇ, ਜਦੋਂ ਤੁਸੀਂ ਉਸ ਚੀਜ਼ ਨੂੰ ਅਪਣਾ ਲਓਗੇ, ਉਸ ਚੀਜ਼ ਦੇ ਹਿਸਾਬ ਦੇ ਨਾਲ ਤੁਸੀਂ ਪ੍ਰਾਰਥਨਾ ਕਰੋਗੇ, ਦੈਨ ਉਦੋਂ ਤੁਸੀਂ ਫੀਲ ਕਰੋਗੇ ਕਿ ਪ੍ਰਾਰਥਨਾ ਦੇ ਵਿੱਚ ਆਨੰਦ ਕਿੰਨਾ ਆ। ਉਦੋਂ ਤੁਸੀਂ ਫੀਲ ਕਰੋਗੇ ਕਿ ਪਰਮੇਸ਼ਵਰ ਦੀ ਹਜ਼ੂਰੀ ਕੀ ਹੈ। ਤੁਸੀਂ ਕਦੀ ਪਰਮੇਸ਼ਵਰ ਨੂੰ ਹਾਜ਼ਰ ਤਾਂ ਸਮਝ ਕੇ ਪ੍ਰਾਰਥਨਾ ਨਹੀਂ ਕੀਤੀ, ਔਰ ਫਿਰ ਤੁਸੀਂ ਕਹਿੰਦੇ ਕਿ ਸਾਨੂੰ ਪ੍ਰਾਰਥਨਾ 'ਚ ਪਰਮੇਸ਼ਵਰ ਦੀ ਹਜ਼ੂਰੀ ਮਹਿਸੂਸ ਨਹੀਂ ਹੁੰਦੀ। ਕਿੱਦਾਂ ਤੁਹਾਨੂੰ ਪਰਮੇਸ਼ਵਰ ਦੀ ਹਜ਼ੂਰੀ ਮਹਿਸੂਸ ਹੋ ਜੂਗੀ ਪ੍ਰਾਰਥਨਾ ਦੇ ਵਿੱਚ, ਜਦੋਂ ਤੁਸੀਂ ਮੰਨਿਆ ਹੀ ਨਹੀਂ ਕਿ ਉਹ ਹਾਜ਼ਰ ਆ, ਤੁਸੀਂ ਮੰਨਿਆ ਹੀ ਨਹੀਂ ਉਹ ਜਿੰਦਾ ਆ, ਤਾਂ ਫਿਰ ਕਿੱਦਾਂ ਉਹਦੀ ਹਜ਼ੂਰੀ ਨੂੰ ਤੁਸੀਂ ਫੀਲ ਕਰ ਸਕਦੇ ਆ। ਸੋ ਪ੍ਰਾਰਥਨਾ ਦੇ ਵਿੱਚ ਬੈਠਣ ਤੋਂ ਪਹਿਲਾਂ ਹੀ ਤੁਹਾਨੂੰ ਜਿਹੜਾ ਆ ਉਹ ਪਰਮੇਸ਼ਵਰ ਨੂੰ ਹਾਜ਼ਰ ਮੰਨਣ ਦੀ ਜ਼ਰੂਰਤ ਆ। ਪਰਮੇਸ਼ਵਰ ਕਿਤੇ ਬਹੁਤ ਦੂਰ ਨਹੀਂ ਆ, ਉਹ ਤੁਹਾਡੇ ਬਹੁਤ ਕਲੋਜ਼ ਆ, ਪਰ ਸਾਡੀਆਂ ਆਤਮਿਕ ਅੱਖਾਂ ਖੋਲਣ ਦੀ ਜ਼ਰੂਰਤ ਆ। ਔਰ ਜਦੋਂ ਤੁਸੀਂ ਮਨ ਨੂੰ ਖੋਲ ਕੇ ਔਰ ਫਿਰ ਦਿਲ ਦੀਆਂ ਗੱਲਾਂ ਉਹਦੇ ਨਾਲ ਕਰੋਗੇ ਨਾ, ਦਿਲ ਦੀਆਂ ਗੱਲਾਂ, ਤਾਂ ਫਿਰ ਤੁਸੀਂ ਦੇਖਿਓ ਕਿ ਤੁਹਾਨੂੰ ਪ੍ਰਾਰਥਨਾ ਕਰਨ ਦਾ ਆਨੰਦ ਆਉਂਦਾ ਕਿ ਨਹੀਂ। ਫਿਰ ਤੁਸੀਂ ਦੱਸਿਓ ਕਿ ਤੁਹਾਡਾ ਮਨ ਪ੍ਰਾਰਥਨਾ 'ਚ ਲੱਗਦਾ ਕਿ ਨਹੀਂ। ਦੂਜੀ ਗੱਲ, ਹਰ ਵੇਲੇ ਪਰਮੇਸ਼ਵਰ ਦੇ ਵਚਨ ਦੇ ਬਾਰੇ ਵਿੱਚ ਸੋਚੋ। ਹਰ ਵੇਲੇ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਜਿਹੜਾ ਦੇਖੋ ਕਿ ਕੀ ਮੈਂ ਵਚਨ ਦੇ ਵਿੱਚ ਜਾ ਰਿਹਾ, ਕੀ ਮੈਂ ਵਚਨ ਦੇ ਵਿੱਚ ਜਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆਪਣੀ ਲਾਈਫ ਦੇ ਵਿੱਚ ਜਿਹੜੀਆਂ ਵਚਨ ਦੇ ਨਾਲ ਨਹੀਂ ਮੇਲ ਖਾਂਦੀਆਂ, ਪਰ ਆਪਾਂ ਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕਿ ਆਪਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਆ ਉਹ ਬਾਹਰ ਨਿਕਲੀਏ, ਔਰ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਆ ਇਨਵੋਲਵ ਹੋਈਏ ਜਿਹੜੀਆਂ ਵਚਨ ਦੇ ਨਾਲ ਮੇਲ ਖਾਂਦੀਆਂ ਆ। ਸੋ ਇਸ ਲਈ ਸਾਨੂੰ ਪ੍ਰਾਰਥਨਾ ਦੇ ਵਿੱਚ ਜਿਹੜਾ ਆ ਉਹ ਬਣੇ ਰਹਿਣ ਦੀ ਬਹੁਤ ਜ਼ਰੂਰਤ ਆ। ਜੇ ਅਸੀਂ ਪ੍ਰਾਰਥਨਾ ਦੇ ਵਿੱਚ ਕਮਜ਼ੋਰ ਹੋ ਗਏ, ਅਸੀਂ ਪ੍ਰਾਰਥਨਾ 'ਚ ਨਹੀਂ ਕਮਜ਼ੋਰ ਹੋਣਾ, ਭਾਵ ਅਸੀਂ ਸਵਰਗ ਤੋਂ ਠਾ ਕਰਕੇ ਜ਼ਮੀਨ ਦੇ ਉੱਤੇ ਡਿੱਗਣਾ। ਇਹ ਨਾ ਹੋਏ ਕਿ ਅਸੀਂ ਜ਼ਮੀਨ ਤੇ ਡਿੱਗ ਕੇ ਪਾਟ ਜਾਈਏ। ਤੁਸੀਂ ਸੋਚੋ ਸਵਰਗ ਕਿੰਨੀ ਦੂਰ ਹੈ ਔਰ ਜ਼ਮੀਨ ਕਿੰਨੀ ਦੂਰ ਹੈ। ਅਗਰ ਅਸੀਂ ਸਵਰਗ 'ਚੋਂ ਡਿੱਗੇ ਤਾਂ ਫਿਰ ਅਸੀਂ ਜ਼ਮੀਨ ਤੇ ਡਿੱਗ ਕੇ ਫਟ ਸਕਦੇ ਹਾਂ, ਅਸੀਂ ਖਤਮ ਹੋ ਸਕਦੇ, ਅਸੀਂ ਨਾਸ਼ ਹੋ ਸਕਦੇ ਹਾਂ। ਔਰ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਕਮਜ਼ੋਰ ਹੁੰਨੇ, ਸ਼ੈਤਾਨ ਜਦੋਂ ਮਰਜ਼ੀ ਆਣ ਕੇ ਕਬਜ਼ਾ ਕਰ ਲੈਂਦਾ। ਫਿਰ ਉਹ ਸਾਡੀਆਂ ਸੋਚਾਂ ਤੇ ਕਬਜ਼ਾ ਕਰਦਾ ਆ, ਫਿਰ ਉਹ ਸਾਡੇ ਖਿਆਲਾਂ ਤੇ ਕਬਜ਼ਾ ਕਰਦਾ, ਫਿਰ ਉਹ ਸਾਡੇ ਕੰਮਾਂ ਦੇ ਉੱਤੇ ਆਣ ਕੇ ਕਬਜ਼ਾ ਕਰ ਲੈਂਦਾ ਆ, ਫਿਰ ਉਹ ਸਾਡੇ ਦਿਲ ਦੇ ਉੱਤੇ ਕਬਜ਼ਾ ਕਰਦਾ। ਔਰ ਇਹੋ ਜਿਹਾ ਕਬਜ਼ਾ ਕਰਨਾ ਸ਼ੁਰੂ ਕਰਦਾ, ਇੱਕ ਪੋਰਸ਼ਨ ਤੇ, ਇੱਕ ਪਾਰਟ ਦੇ ਉੱਤੇ, ਇੱਕ ਹਿੱਸੇ ਦੇ ਉੱਤੇ ਉਹ ਆਣ ਕੇ ਇਹੋ ਜਿਹਾ ਕਬਜ਼ਾ ਕਰਦਾ ਕਿ ਇੱਕ ਦਿਨ ਉਹ ਸਾਡੀ ਜ਼ਿੰਦਗੀ ਦੇ ਉੱਤੇ ਕਬਜ਼ਾ ਕਰਕੇ ਤੇ ਸਾਨੂੰ ਬਰਬਾਦ ਕਰਕੇ ਰੱਖ ਦਿੰਦਾ। ਔਰ ਫਿਰ ਅਸੀਂ ਦੇਖਦੇ ਕਿ ਮੈਂ ਕੌਣ ਸੀ, ਮੈਂ ਕਿੱਥੇ ਸੀ, ਕਿੱਦਾਂ ਮੇਰੀ ਪਰਮੇਸ਼ਵਰ ਨਾਲ ਰਿਲੇਸ਼ਨਸ਼ਿਪ ਸੀ, ਮੈਂ ਪਿੱਛੇ ਹਟ ਗਿਆ ਪਰਮੇਸ਼ਵਰ ਤੋਂ, ਕੀ ਹੋਇਆ ਮੇਰੇ ਨਾਲ। ਤਾਂ ਫਿਰ ਉਸ ਵੇਲੇ ਕਹਿੰਦੇ ਹੁੰਦੇ ਆ ਪਛਤਾਇਆ ਕਿਆ ਕਰੇ ਜਬ ਚਿੜੀਆ ਚੁੱਗੀ ਖੇਤ। ਸੋ ਸਾਨੂੰ ਇਹ ਸਮਾਂ ਜਿਹੜਾ ਪਰਮੇਸ਼ਵਰ ਨੇ ਦਿੱਤਾ ਹੈ ਨਾ, ਚਿੜੀ ਦੇ ਚੋਗਾ ਚੁਗਣ ਤੋਂ ਪਹਿਲਾਂ ਹੀ ਇਸ ਖੇਤ ਦੇ ਦੁਆਲੇ ਨਾ ਆਪਣਾ ਜਿਹੜਾ ਇੱਕ ਪੀਪਾ ਜਿਹੜਾ ਆ ਉਹ ਪ੍ਰਾਰਥਨਾ ਵਾਲਾ ਪੀਪਾ ਖੜਕਾਉਣਾ ਸ਼ੁਰੂ ਕਰ ਦਿਓ ਕਿ ਜੋ ਮੇਰੇ ਇਸ ਖੱਤੇ ਦੇ ਵਿੱਚ ਮੈਂ ਬੀਜ ਰਿਹਾ ਨਾ, ਇੱਕ ਵੀ ਦਾਣਾ ਜਿਹੜਾ ਉਹ ਪੰਛੀ ਚੁੱਗ ਕੇ ਨਾ ਲੈ ਜਾਵੇ, ਪਰ ਇੱਕ ਇੱਕ ਦਾਣਾ ਜਿਹੜਾ ਆ ਨਾ ਉਹ ਫਲ ਲੈ ਕੇ ਆਏ। ਸੋ ਆਓ ਆਪਾਂ ਵਚਨ ਦੇ ਵਿੱਚ ਜਿਹੜਾ ਆ ਅੱਗੇ ਵੱਧਦੇ ਆ। ਅਯੂਬ ਦੀ ਕਿਤਾਬ ਉਸਦਾ 21 ਨੰਬਰ ਅਧਿਆਏ ਤੇ ਉਹਦੀ 14 ਤੇ 15 ਨੰਬਰ ਪੰਕਤੀ ਦੇ ਵਿੱਚ ਜਿਹੜਾ ਆ ਉਹ ਆਪਾਂ ਦੇਖਦੇ ਆ। 21 ਨੰਬਰ ਅਧਿਆਏ ਅਯੂਬ ਦੀ ਕਿਤਾਬ, ਸੋ ਉਹਦੀ 14 ਤੇ 15 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਆ ਉਹਨਾਂ ਲੋਕਾਂ ਦੇ ਬਾਰੇ ਵਿੱਚ ਜਿਹੜੇ ਪ੍ਰਾਰਥਨਾ ਦੇ ਵਿੱਚ ਘਟ ਜਾਂਦੇ ਆ। ਉਹਨਾਂ ਲੋਕਾਂ ਦੇ ਬਾਰੇ ਵਿੱਚ ਆ, ਕਹਿੰਦੇ ਹਾਂਜੀ, ਇੱਕ ਬ੍ਰਦਰ ਪੁੱਛੇ ਕੀ ਸਿਸਟਰ ਗੈਰ ਭਾਸ਼ਾ ਬੋਲਣੀ ਜ਼ਰੂਰੀ ਆ?
ਹਾਂਜੀ, ਜੇ ਤਾਂ ਤੁਹਾਨੂੰ ਮਿਲਿਆ ਆ ਗੈਰ ਭਾਸ਼ਾ, ਇੱਕ 9 ਵਰਦਾਨਾਂ ਦੇ ਵਿੱਚੋਂ ਵਰਦਾਨ ਆ, ਜੇ ਕਿਸੇ ਨੂੰ ਗੈਰ ਭਾਸ਼ਾ ਦਾ ਵਰਦਾਨ ਮਿਲਿਆ ਆ ਤਾਂ ਬਹੁਤ ਅੱਛੀ ਗੱਲ ਆ, ਉਹਨੂੰ ਉਹ ਬੋਲਣੀ ਚਾਹੀਦੀ ਆ, ਕਿਉਂਕਿ ਉਹ ਭਾਸ਼ਾ ਉਹ ਆ ਜਿਹੜੀ ਸਵਰਗੀ ਭਾਸ਼ਾ ਆ, ਔਰ ਜਿਹੜੀ ਸਾਡੀ ਪਵਿੱਤਰ ਆਤਮਾ ਸਾਡੇ ਲਈ ਆਪ ਹੋ ਕੇ ਭਰ ਕੇ ਪਰਮੇਸ਼ਵਰ ਦੇ ਅੱਗੇ ਸਿਫਾਰਿਸ਼ ਕਰਦਾ ਆ। ਸੋ ਸਾਨੂੰ ਉਹ ਜਿਹੜੀ ਆ ਗੈਰ ਭਾਸ਼ਾ, ਅਗਰ ਕਿਸੇ ਦੇ ਕੋਲੇ ਵਰਦਾਨ ਹੈਗਾ ਆ ਤਾਂ ਸਾਨੂੰ ਜ਼ਰੂਰ ਬੋਲਣੀ ਚਾਹੀਦੀ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਅਗਰ ਤੁਹਾਡੇ ਕੋਲ ਗੈਰ ਭਾਸ਼ਾ ਦਾ ਵਰਦਾਨ ਨਹੀਂ ਹੈ ਤੇ ਤੁਹਾਡੇ ਕੋਲ ਪਵਿੱਤਰ ਆਤਮਾ ਜਿਹੜਾ ਹੈ ਉਹ ਨਹੀਂ ਹੈ, ਕਿਉਂਕਿ ਪਵਿੱਤਰ ਆਤਮਾ ਇਜ਼ ਟੋਟਲੀ ਡਿਫਰੈਂਟ ਥਿੰਗ ਐਂਡ ਅਦਰ ਟੰਗਸ ਐਂਡ ਗੈਰ ਭਾਸ਼ਾ ਜਿਹੜੀ ਹੈ ਇਹ 9 ਵਰਦਾਨਾਂ ਦੇ ਵਿੱਚੋਂ ਇੱਕ ਵਰਦਾਨ ਹੈ। ਹੋ ਸਕਦਾ ਕਿਸੇ ਨੂੰ ਗੈਰ ਭਾਸ਼ਾ ਨਾ ਮਿਲਿਆ ਹੋਵੇ ਪਰ ਉਹਦੇ ਕੋਲ ਚੰਗੇ ਕਰਨ ਦੀ ਦਾਤ ਹੋਵੇ, ਹੋ ਸਕਦਾ ਕਿਸੇ ਕੋਲ ਗੈਰ ਭਾਸ਼ਾ ਦਾ ਵਰਦਾਨ ਨਾ ਹੋਵੇ ਪਰ ਉਹ ਦੁਸ਼ਟ ਆਤਮਿਆਂ ਨੂੰ ਕੱਢ ਸਕਦਾ ਹੋਵੇ। ਪਰ ਵਚਨ ਮਰਕਸ 16 ਦੇ ਵਿੱਚ ਇਦਾਂ ਲਿਖਿਆ ਆ ਕਿ ਜਿਹੜਾ ਬਪਤਿਸਮਾ ਕਰੇ ਤੇ ਨੇਚਾ ਕਰੇ ਤੇ ਬਪਤਿਸਮਾ ਲਿਆ ਹੋਵੇ, ਉਹਦੇ ਨਾਲ ਇਹ ਨਿਸ਼ਾਨ ਹੋਣਗੇ ਕਿ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਰੋਗੀਆਂ ਤੇ ਹੱਥ ਰੱਖਣਗੇ, ਰੋਗੀ ਚੰਗੇ ਹੋਣਗੇ, ਔਰ ਉਹ ਵੱਖ-ਵੱਖ ਬੋਲੀਆਂ ਵੀ ਬੋਲਣਗੇ। ਸੋ ਪਵਿੱਤਰ ਆਤਮਾ ਦੇ ਨਾਲ ਜਿਹੜਾ ਆ ਇਹ ਵਰਦਾਨ ਬਹੁਤ ਹੀ ਜਿਹੜਾ ਆ ਬਹੁਤਾਇਤ ਦੇ ਨਾਲ ਜਿਹੜਾ ਆ ਉਹ ਵਰਕ ਕਰਦਾ ਆ ਮਸੀਹ ਲਾਈਫ ਦੇ ਵਿੱਚ। ਸੋ ਇਹ ਬਹੁਤ ਲੋਕਾਂ ਦੇ ਕੋਲ ਆਮ ਵਰਦਾਨਾਂ ਦੇ ਨਾਲੋਂ ਇਹ ਵਾਲਾ ਵਰਦਾਨ ਜਿਹੜਾ ਹੈ ਇਹ ਜ਼ਿਆਦਾ ਲੋਕਾਂ ਦੇ ਉੱਤੇ ਆਪਰੇਟ ਕਰਦਾ, ਕਿਉਂਕਿ ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਜਿੱਥੇ ਵੀ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਜਾ ਕੇ ਹੱਥ ਰੱਖ ਕੇ ਲੋਕਾਂ ਦੇ ਉੱਤੇ ਪ੍ਰਾਰਥਨਾ ਕੀਤੀ ਔਰ ਲਿਖਿਆ ਪਵਿੱਤਰ ਆਤਮਾ ਉਤਰਿਆ, ਔਰ ਜਦੋਂ ਉਹਨਾਂ ਨੇ ਉੱਥੇ ਲਿਖਿਆ ਕਿ ਪਵਿੱਤਰ ਆਤਮਾ ਉਤਰਿਆ ਤੇ ਉੱਥੇ ਨਾਲ ਇਹ ਵੀ ਲਿਖਿਆ ਕਿ ਉਹ ਹੋਰਾਂ ਭਾਸ਼ਾ ਦੇ ਵਿੱਚ ਬੋਲਣ ਲੱਗ ਗਏ। ਸੋ ਇਹਦਾ ਮਤਲਬ ਕਿ ਜਦੋਂ ਪਵਿੱਤਰ ਆਤਮਾ ਉਤਰਦਾ ਆ ਤਾਂ ਸਾਡੇ ਵਿੱਚ ਇੱਕ ਵਰਦਾਨ ਜਿਹੜਾ ਆ ਸ਼ਾਇਦ ਪਹਿਲ ਦੇ ਆਧਾਰ ਤੇ ਕਹਿ ਲਓ ਕਿ ਇਹ ਵਾਲਾ ਵਰਦਾਨ ਜਿਹੜਾ ਆ ਵਰਕ ਕਰਨ ਲੱਗ ਜਾਂਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਕੋਲ ਪਵਿੱਤਰ ਜਿਹੜਾ ਅਦਰ ਟੰਗਸ ਦਾ ਗਿਫਟ ਆ ਅਗਰ ਉਹ ਨਹੀਂ ਹੈਗਾ ਤਾਂ ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ। ਜੋ ਸ਼ਬਦ ਪਰਮੇਸ਼ਵਰ ਨੇ ਜਿਹੜੀ ਭਾਸ਼ਾ ਤੁਹਾਨੂੰ ਦਿੱਤੀ ਹੈ ਨਾ, ਚਾਹੇ ਉਹ ਪੰਜਾਬੀ, ਅੰਗਰੇਜ਼ੀ, ਮਰਾਠੀ, ਬੰਗਾਲੀ, ਹਿੰਦੀ ਜਾਂ ਜਿਹੜੀ ਵੀ ਭਾਸ਼ਾ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ, ਜਿਹੜੀ ਤੁਹਾਡੀ ਮਦਰ ਟੰਗ ਆ, ਅਗਰ ਤੁਹਾਨੂੰ ਹੋਰ ਕੋਈ ਵੀ ਭਾਸ਼ਾ ਨਹੀਂ ਆਉਂਦੀ ਤਾਂ ਤੁਸੀਂ ਉਹਦੇ ਵਿੱਚ ਵੀ ਜਦੋਂ ਬੋਲ ਕੇ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਵਰ ਜੀ ਨੂੰ ਤੁਹਾਡੀ ਉਹ ਭਾਸ਼ਾ ਵੀ ਸਮਝ ਆਉਂਦੀ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਬੰਦਾ ਗੈਰ ਭਾਸ਼ਾ ਨਹੀਂ ਬੋਲ ਸਕਦਾ ਤੇ ਅਗਰ ਉਹ ਆਪਣੀ ਭਾਸ਼ਾ 'ਚ ਗੱਲ ਕਰੇਗਾ ਤਾਂ ਪਰਮੇਸ਼ਵਰ ਨੂੰ ਸਮਝ ਨਹੀਂ ਆਏਗੀ। ਜਦੋਂ ਤੁਸੀਂ ਕੁਝ ਵੀ ਨਹੀਂ ਬੋਲਦੇ ਪਰ ਚੁੱਪ ਕਰਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਜਾਂਦੇ ਹੋ ਨਾ, ਔਰ ਤੁਸੀਂ ਫੀਲ ਕਰਨ ਦੀ ਕੋਸ਼ਿਸ਼ ਕਰਦੇ ਹੋ ਔਰ ਤੁਸੀਂ ਸੁਣਨ ਦੀ ਕੋਸ਼ਿਸ਼ ਕਰਦੇ ਹੋ, ਉਦੋਂ ਵੀ ਜੋ ਤੁਹਾਡੇ ਅੰਦਰ ਚੱਲਦਾ ਨਾ ਉਹ ਬਿਨਾਂ ਬੋਲਣ ਦੇ ਉਹਨੂੰ ਵੀ ਪੜ੍ਹਨ ਦੀ ਤਾਕਤ ਰੱਖਦਾ। ਸੋ ਜਿਨ੍ਹਾਂ ਦੇ ਕੋਲ ਗੈਰ ਭਾਸ਼ਾ ਦਾ ਵਰਦਾਨ ਹੈ ਉਹ ਜ਼ਰੂਰ ਇਸ ਵਰਦਾਨ ਦਾ ਇਸਤੇਮਾਲ ਜਿਹੜਾ ਉਹ ਆਪਣੀ ਪ੍ਰਾਰਥਨਾ ਦੇ ਸਮੇਂ ਦੇ ਵਿੱਚ ਕਰਿਆ ਕਰਨ। ਔਰ ਜਿਨ੍ਹਾਂ ਦੇ ਕੋਲ ਗੈਰ ਭਾਸ਼ਾ ਦਾ ਵਰਦਾਨ ਹੈ ਨਾ ਉਹ ਇਹ ਵੀ ਪ੍ਰਾਰਥਨਾ ਕਰਨ ਕਿ ਪ੍ਰਭੂ ਜੀ ਇਹਦਾ ਤਰਜਮਾ ਵੀ ਸਾਨੂੰ ਦਿਓ, ਇਹਦਾ ਤਰਜਮਾ ਕਰਨ ਦਾ ਵੀ, ਕਿਉਂਕਿ ਫਿਰ ਉਹ ਹੋਰ ਵੀ ਲਾਹੇਵੰਦ ਹੋ ਜਾਂਦਾ ਕਿ ਫਿਰ ਸਾਨੂੰ ਸਮਝ ਆਉਣ ਲੱਗ ਜਾਂਦਾ ਕਿ ਅਸੀਂ ਕੀ ਕਹਿ ਰਹੇ ਹਾਂ ਜਾਂ ਅਸੀਂ ਜੋ ਗੱਲ ਕਰ ਰਹੇ ਹਾਂ ਉਹਦਾ ਅਰਥ ਕੀ ਆ। ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਚੀਜ਼ ਨੂੰ ਵੀ ਜਿਹੜਾ ਆ ਉਹ ਇਸ ਵਿਸ਼ੇ ਦੇ ਵਿੱਚ ਰੱਖੀਏ। ਐਨੀਵੇਜ਼ ਆਪਾਂ ਅੱਗੇ ਵੱਧਦੇ ਹਾਂ। ਹੁਣ ਆਪਾਂ ਉਹਨਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਜਿਹੜੇ ਪ੍ਰਾਰਥਨਾ ਦੇ ਵਿੱਚ ਕਮਜ਼ੋਰ ਆ, ਜਿਨ੍ਹਾਂ ਦੀ ਲਾਈਫ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ। ਅਯੂਬ 21 ਤੇ ਉਹਦੀ 14-15 ਆਇਤ ਦੇ ਵਿੱਚ ਕੀ ਲਿਖਿਆ, ਕਹਿੰਦਾ ਉਹ ਪਰਮੇਸ਼ਵਰ ਨੂੰ ਆਖਦੇ ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ। ਜੇ ਇਸ ਬੰਦੇ ਦੀ ਲਾਈਫ ਦੇ ਵਿੱਚ ਪ੍ਰਾਰਥਨਾ ਦੀ ਕਮੀ ਹੈ ਨਾ ਉਹ ਬਹੁਤ ਛੇਤੀ ਭਰਮਾਇਆ ਜਾਂਦਾ ਹੈ। ਉਹਨੂੰ ਕੋਈ ਆਣ ਕੇ ਕਹੂਗਾ ਲੈ ਵੀ ਤੈਨੂੰ ਹਾਲੇ ਤੱਕ ਤੁਸੀਂ ਇੰਨਾ ਚਿਰ ਹੋ ਗਿਆ ਆ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ, ਤੁਹਾਨੂੰ ਕੀ ਮਿਲ ਗਿਆ ਆ, ਤੂੰ ਮੇਰੇ ਨਾਲ ਫਲਾਣੇ ਬਾਬੇ ਦੇ ਜਾ, ਹੈਨਾ, ਤੇ ਉਹਨੇ ਜੀ ਬਸ ਇੱਕ ਸਵਾਹ ਦੀ ਪੁੜੀ ਦੇਣੀ, ਉਹ ਸਿਰ ਦੇ ਵਿੱਚ ਪਾ ਲਵੀਂ ਤੇ ਤੈਨੂੰ ਸਾਰਾ ਕੁਝ ਮਿਲ ਜਾਣਾ ਆ, ਜਾਂ ਉਹ ਫਲਾਣੇ ਦੇ ਸਿਰ 'ਚ ਪਾ ਦੇਵੀਂ ਤੇ ਫਿਰ ਉਹ ਤੇਰੇ ਵੱਸ ਵਿੱਚ ਹੋ ਜਾਣਾ। ਮਤਲਬ ਬੜੀਆਂ ਚੀਜ਼ਾਂ ਇਸ ਦੁਨੀਆ ਦੇ ਉੱਤੇ ਚੱਲਦੀਆਂ ਆ। ਤਾਂ ਵਚਨ ਸਾਨੂੰ ਏਦਾਂ ਦੱਸਦਾ ਕਿ ਜਿਹੜੇ ਲੋਕ ਪ੍ਰਾਰਥਨਾ ਦੇ ਵਿੱਚ ਜਿਨ੍ਹਾਂ ਦੀ ਕਮੀ ਆ ਜਾਂਦੀ ਹੈ ਨਾ ਉਹ ਪਰਮੇਸ਼ਵਰ ਨੂੰ ਆਖਦੇ ਸਾਤੋਂ ਦੂਰ ਹੋ। ਤਾਂ ਉਹ ਮਤਲਬ ਪਰਮੇਸ਼ਵਰ ਨੂੰ ਆਪਣੇ ਤੋਂ ਦੂਰ ਕਰਨਾ ਸ਼ੁਰੂ ਕਰਦੇ। ਉਹਨਾਂ ਨੂੰ ਲੱਗਦਾ ਮੈਨੂੰ ਜ਼ਰੂਰਤ ਨਹੀਂ ਹੈਗੀ ਮੇਰੀ ਲਾਈਫ ਦੇ ਵਿੱਚ ਪਰਮੇਸ਼ਵਰ ਦੀ, ਮੈਂ ਪਰਮੇਸ਼ਵਰ ਤੋਂ ਕੀ ਲੈਣਾ ਆ, ਮੈਂ ਪਰਮੇਸ਼ਵਰ ਦੇ ਰਾਹਾਂ ਤੇ ਚੱਲ ਕੇ। ਬਹੁਤ ਸਾਰੇ ਲੋਕੀ ਕੰਪਲੇਨ ਕਰਨਗੇ ਜਦੋਂ ਪਿੱਛੇ ਹੋ ਜਾਂਦੇ ਆ ਨਾ ਪਰਮੇਸ਼ਵਰ ਤੋਂ, ਤਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਨਹੀਂ ਹੁਣ ਪ੍ਰਾਰਥਨਾ ਕਰਦੇ ਜਾਂ ਕੀ ਰੀਜ਼ਨ ਹੋਇਆ, ਤੁਸੀਂ ਤਾਂ ਪਹਿਲਾਂ ਬਪਤਿਸਮਾ ਵੀ ਲਿਆ ਸੀ, ਤੁਸੀਂ ਚਰਚ ਨੂੰ ਆਉਂਦੇ ਸੀ, ਤੁਸੀਂ ਪ੍ਰਾਰਥਨਾ ਕਰਦੇ ਸੀ, ਪਰ ਹੁਣ ਤੁਸੀਂ ਫਿਰ ਉਹਨਾਂ ਹੀ ਚੀਜ਼ਾਂ ਦੇ ਵਿੱਚ ਫਸ ਗਏ ਹੋ। ਤੇ ਉਹ ਕਹਿੰਦੇ ਜੀ ਅਸੀਂ ਕੀ ਖੱਟਿਆ ਆ ਉਹ ਰਾਹਾਂ ਤੇ ਚੱਲ ਕੇ, ਅਸੀਂ ਕੀ ਕਰਨਾ ਰੱਬ ਦੀਆਂ ਰਾਹਾਂ ਤੇ ਚੱਲ ਕੇ, ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਭਾਈ ਤੁਹਾਡੀਆਂ ਸੋਚਾਂ ਤੁਹਾਨੂੰ ਮੁਬਾਰਕ, ਪਰ ਇਹ ਉਦੋਂ ਹੀ ਜਾ ਕੇ ਹੁੰਦਾ ਆ ਜਦੋਂ ਪ੍ਰਾਰਥਨਾ ਦੀ ਕਮੀ ਹੁੰਦੀ ਆ। ਪਰ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹਿੰਦੇ ਆ ਫਿਰ ਇਹੋ ਜਿਹੀਆਂ ਸੋਚਾਂ ਸਾਡੇ ਉੱਤੇ ਜਿਹੜੀਆਂ ਆ ਉਹ ਕਬਜ਼ਾ ਨਹੀਂ ਕਰ ਸਕਦੀਆਂ। ਪਰ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਕਮਜ਼ੋਰ ਹੁੰਨੇ ਆ ਫਿਰ ਕਿੱਦਾਂ ਦੀਆਂ ਸੋਚਾਂ ਆਉਂਦੀਆਂ, ਲੈ ਵੀ ਜਿੰਨੇ ਰੱਬ ਨੂੰ ਮੰਨਦੇ ਆ ਬਿਮਾਰ ਤਾਂ ਉਹ ਵੀ ਰਹਿੰਦੇ ਆ, ਫਿਰ ਸਾਨੂੰ ਰੱਬ ਨੂੰ ਮੰਨਣ ਦਾ ਕੀ ਫਾਇਦਾ ਆ। ਇਹ ਸੋਚਾਂ ਕਦੋਂ ਆਉਂਦੀਆਂ ਆ? ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਕਮਜ਼ੋਰ ਆ। ਇਹ ਸੋਚਾਂ ਸਾਨੂੰ ਡਿਕਲੇਅਰ ਕਰਦੀਆਂ ਕਿ ਅਸੀਂ ਪ੍ਰਾਰਥਨਾ ਦੇ ਕੇਸ ਰੈਲਮ ਦੇ ਵਿੱਚ ਆ। ਸੋ
ਸਾਨੂੰ ਬਹੁਤ ਇਸ ਚੀਜ਼ ਦੇ ਵਿੱਚ ਜਿਹੜਾ ਆ ਉਹ ਸੁਚੱਜੇ ਤਰੀਕੇ ਦੇ ਨਾਲ ਜਿਹੜਾ ਆ ਚੱਲਣ ਦੀ ਜ਼ਰੂਰਤ ਹੈ। ਔਰ ਪ੍ਰਾਰਥਨਾ ਦੇ ਵਿੱਚ ਸਾਨੂੰ ਬਹੁਤ ਹੀ ਮਜ਼ਬੂਤ ਹੋਣ ਦੀ ਜ਼ਰੂਰਤ ਆ, ਤਾਂ ਜੋ ਅਸੀਂ ਪ੍ਰਾਰਥਨਾ ਦੇ ਵਿੱਚ ਮਜ਼ਬੂਤ ਰਹਿੰਦਿਆਂ ਹੋਇਆਂ ਅਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹੀਏ। ਅਗਰ ਅਸੀਂ ਪ੍ਰਾਰਥਨਾ ਦੇ ਵਿੱਚ ਕਮਜ਼ੋਰ ਹੋ ਗਏ, ਅਸੀਂ ਪਰਮੇਸ਼ਵਰ ਵਿੱਚ ਬਣੇ ਨਹੀਂ ਰਹਿ ਸਕਦੇ, ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਨਹੀਂ ਰਹਿ ਸਕਦੇ। ਸੋ ਅਗਰ ਤੁਸੀਂ ਚਾਹੁੰਦੇ ਆ ਕਿ ਆਪਾਂ ਦੇਖੋ ਵਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਜਿਹੜਾ ਅੰਤ ਤੋੜੀ ਸਹੇਗਾ ਸੋ ਹੀ ਬਚਾਇਆ ਜਾਵੇਗਾ। ਸੋ ਏਦਾਂ ਨਹੀਂ ਹੈਗਾ ਕਿ ਮੁੱਢਲੇ ਦਿਨਾਂ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਸਹਿ ਲਿਆ, ਪਰ ਉਹਦੇ ਬਾਅਦ ਦੇ ਵਿੱਚ ਜਿਹੜਾ ਆ ਹੁਣ ਜੀ ਮੇਰੀ ਕੈਪੈਸਿਟੀ ਖਤਮ ਹੋ ਗਈ, ਹੁਣ ਨਹੀਂ ਮੈਂ ਪਰਮੇਸ਼ਵਰ 'ਚ ਹੋਰ ਨਹੀਂ ਮੈਂ ਕੁਝ ਬਰਦਾਸ਼ਤ ਕਰ ਸਕਦਾ। ਸਾਨੂੰ ਅੰਤ ਤੱਕ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਬਰਦਾਸ਼ਤ ਕਰਨਾ ਹੀ ਪਵੇਗਾ, ਔਰ ਫਿਰ ਅਸੀਂ ਬਚਾਏ ਜਾਣਾ, ਫਿਰ ਸਾਡੇ ਆਤਮਾ ਨੇ ਬਚਾਏ ਜਾਣਾ। ਸੋ ਜੇ ਮੈਂ ਐਵੇਂ ਹੀ ਤੁਹਾਨੂੰ ਪਲੀਜ਼ ਕਰਨ ਨੂੰ, ਤੁਹਾਨੂੰ ਖੁਸ਼ ਕਰਨ ਨੂੰ ਕਹੀ ਜਾਵਾਂ, ਨਹੀਂ ਕੋਈ ਗੱਲ ਨਹੀਂ, ਤੁਸੀਂ ਪ੍ਰਾਰਥਨਾ ਜਿਹੜੀ ਆ ਉਹ ਇਸ ਲਈ ਕਰੋ ਕਿ ਤੁਹਾਨੂੰ ਆਹ ਮਿਲ ਜੂ, ਉਹ ਮਿਲ ਜੂ, ਉਹ ਮਿਲ ਜੂ, ਮਿਲੂਗਾ, ਜ਼ਰੂਰ ਮਿਲੂਗਾ। ਪਰ ਸਿਰਫ ਇਹੀ ਨਹੀਂ ਆ ਕਿ ਤੁਸੀਂ ਪ੍ਰਾਰਥਨਾ ਇਸੇ ਲਾਲਚ ਦੇ ਪਿੱਛੇ ਪੈ ਕੇ ਕਰਨੀ ਆ। ਜੇ ਨਹੀਂ ਵੀ ਮਿਲਦਾ, ਰੱਬ ਹੀ ਮਿਲ ਗਿਆ ਤੇ ਹੋਰ ਤੁਹਾਨੂੰ ਕੀ ਚਾਹੀਦਾ ਆ। ਠੀਕ ਹੈ, ਦੇਖੋ ਜਿਹਦੇ ਕੋਲ ਸਾਰਾ ਕੁਛ ਹੈ, ਜੇ ਉਹ ਹੀ ਤੁਹਾਨੂੰ ਕਹੇ ਕਿ ਮੇਰੇ ਘਰ ਦੇ ਵਿੱਚ ਆ ਜਾ, ਤੇ ਜਦੋਂ ਤੁਸੀਂ ਉਹਦੇ ਘਰ ਵਿੱਚ ਆ ਗਏ, ਉਹ ਤੁਹਾਨੂੰ ਕਹੇ ਕਿ ਮੈਂ ਤੈਨੂੰ ਆਪਣਾ ਬੇਟਾ ਅਡਾਪਟ ਕਰ ਲਿਆ, ਮੈਂ ਤੈਨੂੰ ਆਪਣੀ ਬੇਟੀ ਅਡਾਪਟ ਕਰ ਲਿਆ, ਤੇ ਫਿਰ ਪਿੱਛੇ ਕੀ ਰਹਿ ਗਿਆ? ਜੋ ਕੁਛ ਉਹਦਾ ਸੋ ਤੁਹਾਡਾ ਆ। ਸੋ ਅਸੀਂ ਕਹਿੰਦੇ ਆ ਤੂੰ ਨਾ ਸਾਡਾ ਬਣ, ਸਾਨੂੰ ਅਡਾਪਸ਼ਨ ਦੀ ਕੋਈ ਜ਼ਰੂਰਤ ਨਹੀਂ ਹੈ, ਸਾਨੂੰ ਅਡਾਪਟ ਨਾ ਕਰ ਤੂੰ, ਪਰ ਤੂੰ ਏਦਾਂ ਕਰਕੇ ਜੋ ਤੇਰੇ ਘਰ ਵਿੱਚ ਉਹਨਾਂ ਚੋਂ ਵਾਰੀ ਸਿਰ ਇੱਕ ਕਰਕੇ ਚੀਜ਼ ਦੇਈ ਜਾ। ਪਰ ਵਚਨ ਕੀ ਦੱਸਦਾ? ਕਹਿੰਦਾ ਉਹਦੀ ਬਾਦਸ਼ਾਹਤ ਨੂੰ ਪਾਲੋ, ਉਹਦੇ ਰਾਜ ਨੂੰ ਪਾਲੋ, ਤੇ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ। ਸਾਨੂੰ ਜ਼ਰੂਰਤ ਆ ਅਸੀਂ ਉਹਦੀ ਬਾਦਸ਼ਾਹਤ ਨੂੰ ਪਾਲਣਾ, ਔਰ ਉਹਦੀ ਬਾਦਸ਼ਾਹਤ ਦਾ ਰਸਤਾ ਸਾਨੂੰ ਪ੍ਰਾਰਥਨਾ ਦੇ ਵਿੱਚ ਹੀ ਨਜ਼ਰ ਆਉਣਾ ਆ। ਤੋ ਵਚਨ ਕੀ ਦੱਸਦਾ? ਕਹਿੰਦਾ ਉਹ ਪਰਮੇਸ਼ਰ ਨੂੰ ਆਖਦੇ ਹਨ ਸਾਤੋਂ ਦੂਰ ਹੋ। ਜਿਨ੍ਹਾਂ ਦੀ ਲਾਈਫ 'ਚ ਪ੍ਰੇਅਰ ਦੀ ਕਮੀ, ਉਹ ਕਹਿੰਦੇ ਸਾਤੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ। ਉਹ ਕਹਿੰਦੇ ਅਸੀਂ ਨਹੀਂ ਰਾਹਾਂ ਨੂੰ ਜਾਣਨਾ ਚਾਹੁੰਦੇ। ਉਹ ਇਹੋ ਜਿਹੇ ਲੋਕ ਜਿਹੜੇ ਪ੍ਰਾਰਥਨਾ ਨਹੀਂ ਉਹ ਕਰਦੇ, ਛੱਡੋ ਜੀ, ਕੀ ਤੁਸੀਂ ਚੱਤੋ ਪੈਰ ਰੱਬ ਦੀਆਂ ਗੱਲਾਂ ਕਰਦੇ ਰਹਿੰਦੇ ਆ, ਤੁਸੀਂ ਹੋਰ ਵੀ ਕੋਈ ਗੱਲ ਕਰਿਆ ਕਰੋ, ਕੋਈ ਪ੍ਰਾਰਥਨਾ ਤੋਂ ਬਿਨਾਂ ਵੀ ਕੋਈ ਗੱਲ ਹੈਗੀ ਕਿ ਨਹੀਂ, ਕੋਈ ਹੋਰ ਵੀ ਬੰਦੇ ਦਾ ਜਿਹੜਾ ਦੁੱਖ ਸੁੱਖ ਜਿਹੜਾ ਆ ਉਹ ਕਰਿਆ ਕਰੋ। ਪਰ ਸਾਨੂੰ ਜਿਹੜਾ ਆ ਨਾ ਦੁੱਖ ਤੇ ਸੁੱਖ, ਇਹ ਦੋਵੇਂ ਚੀਜ਼ਾਂ ਜਿਹੜੀਆਂ ਆ ਇਹ ਪਰਮੇਸ਼ਵਰ ਦੇ ਵਚਨ 'ਚੋਂ ਹੀ ਨਜ਼ਰ ਆਉਂਦੀਆਂ, ਤੇ ਪਰਮੇਸ਼ਵਰ ਦੇ ਵਚਨ 'ਚ ਹੀ ਆਣ ਕੇ ਜਿਹੜੀਆਂ ਇਹਨਾਂ ਦਾ ਹੱਲ ਲੱਭਦਾ ਆ। ਕਿਉਂਕਿ ਜਿਹੜਾ ਦੁੱਖ ਆ ਨਾ ਉਹ ਬੜੀ ਵਧੀਆ ਚੀਜ਼ ਆ ਲਾਈਫ ਦੇ ਵਿੱਚ, ਪਰ ਜਿਹੜਾ ਸੁੱਖ ਆ ਉਹ ਇੱਕ ਡੇਂਜਰਸ ਚੀਜ਼ ਆ। ਬਹੁਤ ਸਾਰੇ ਲੋਕ ਆ, ਸਗੋਂ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਨੂੰ ਭਾਲਦਾ ਹੈ ਕਿ ਸੁੱਖ ਮਿਲੇ, ਪਰ ਜਿਹੜਾ ਸੁੱਖ ਆ ਨਾ ਉਹ ਮਿੱਠਾ ਜ਼ਹਿਰ ਆ, ਔਰ ਜਿਹੜਾ ਦੁੱਖ ਆ ਉਹ ਜ਼ਿੰਦਗੀ ਦਾ ਰਾਹ ਆ। ਕਿਉਂਕਿ ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ ਆ, ਅਸੀਂ ਪਰਮੇਸ਼ਵਰ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ। ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ, ਅਸੀਂ ਦਿਲ ਤੋਂ ਪ੍ਰਾਰਥਨਾਵਾਂ ਕਰਦੇ। ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ, ਅਸੀਂ ਦੂਜੇ ਦੇ ਦੁੱਖ ਨੂੰ ਵੀ ਮਹਿਸੂਸ ਕਰਦੇ ਹਾਂ। ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ, ਅਸੀਂ ਕਿਸੇ ਦੀ ਜ਼ਰੂਰਤ ਨੂੰ ਸਮਝਦੇ ਹਾਂ। ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ ਆ, ਅਸੀਂ ਆਪ ਤੋਂ ਵੱਡੇ ਨੂੰ ਵੱਡਾ ਹੀ ਸਮਝਦੇ ਹਾਂ, ਆਪ ਤੋਂ ਛੋਟੇ ਨੂੰ ਛੋਟਾ ਸਮਝਦੇ ਹਾਂ। ਪਰ ਜਦੋਂ ਅਸੀਂ ਸੁੱਖ ਦੇ ਵਿੱਚ ਹੁੰਨੇ ਆ, ਤੇ ਸੁੱਖ ਸਾਡੀਆਂ ਅੱਖਾਂ ਨੂੰ ਅੰਨ੍ਹਿਆ ਕਰ ਦਿੰਦਾ ਆ। ਸੁੱਖ ਦੇ ਵਿੱਚ ਨਾ ਸਾਨੂੰ ਕਿਸੇ ਦਾ ਦੁੱਖ ਨਜ਼ਰ ਆਉਂਦਾ ਆ, ਨਾ ਸਾਨੂੰ ਸੁੱਖ ਨਜ਼ਰ ਆਉਂਦਾ ਆ। ਸੁੱਖ ਦੇ ਵਿੱਚ ਨਾ ਸਾਨੂੰ ਬੰਦੇ ਦੀ ਕਦਰ ਸਮਝ ਆਉਂਦੀ ਹੈ, ਸੁੱਖ ਦੇ ਵਿੱਚ ਨਾ ਸਾਨੂੰ ਬੰਦੇ ਦੀ ਕੀਮਤ ਸਮਝ ਆਉਂਦੀ, ਨਾ ਸਾਨੂੰ ਰੱਬ ਨਜ਼ਰ ਆਉਂਦਾ, ਨਾ ਸਾਨੂੰ ਰੱਬ ਦੀ ਕਿਰਪਾ ਨਜ਼ਰ ਆਉਂਦੀ, ਨਾ ਸਾਨੂੰ ਰੱਬ ਦਾ ਜਲਾਲ ਹੀ ਸਮਝ ਆਉਂਦਾ ਹੈ। ਇਸ ਲਈ ਸੁੱਖ ਜਿਹੜਾ ਆ ਨਾ ਉਹ ਇੱਕ ਮਿੱਠਾ ਜ਼ਹਿਰ ਆ, ਬੜੀ ਡੇਂਜਰਸ ਚੀਜ਼ ਆ ਸੁੱਖ। ਅਗਰ ਤੁਸੀਂ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਜਾਈਏ, ਤਾਂ ਹਰ ਵੇਲੇ ਲਗਜ਼ਰੀ ਚੀਜ਼ਾਂ ਦੇ ਪਿੱਛੇ ਨਾ ਜਾਓ, ਇਹ ਬਹੁਤ ਡੇਂਜਰਸ ਜ਼ੋਨ ਆ। ਪਰ ਜਿਸ ਸਿਚੁਏਸ਼ਨ ਦੇ ਵਿੱਚ ਸਾਨੂੰ ਪਰਮੇਸ਼ਵਰ ਨੇ ਰੱਖਿਆ ਨਾ, ਉਸ ਸਿਚੁਏਸ਼ਨ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਦੇ ਵਿੱਚ ਬਣੇ ਰਹੋ। ਅਗਰ ਤੁਹਾਨੂੰ ਪਰਮੇਸ਼ਵਰ ਨੇ ਬਹੁਤ ਸੁੱਖ ਦਿੱਤਾ ਆ, ਤਾਂ ਪ੍ਰਭੂ ਦਾ ਦੂਣਾ ਸ਼ੁਕਰ ਕਰਿਆ ਕਰੋ। ਫਿਰ ਹੋਰ ਵੀ ਡਰ ਕੇ ਚੱਲੋ। ਜੇ ਪਰਮੇਸ਼ਵਰ ਨੇ ਤੁਹਾਨੂੰ ਬਹੁਤ ਸੁੱਖ ਦਿੱਤਾ ਨਾ, ਫਿਰ ਹੋਰ ਵੀ ਡਰ ਕੇ ਚੱਲੋ ਕਿ ਪ੍ਰਭੂ ਕਿਤੇ ਇਹ ਸੁੱਖ ਜਿਹੜਾ ਆ ਨਾ, ਇਹ ਮੇਰੇ ਵਿਚਕਾਰ ਤੇ ਪ੍ਰਭੂ ਤੁਹਾਡੇ ਵਿਚਕਾਰ ਕਿਤੇ ਕੰਧ ਨਾ ਬਣ ਜਾਵੇ। ਇਹ ਸੁੱਖ ਜਿਹੜਾ ਆ ਨਾ, ਇਹ ਮੈਨੂੰ ਨਰਕ ਵੱਲ ਨੂੰ ਨਾ ਲੈ ਕੇ ਜਾਵੇ। ਇਹ ਸੁੱਖ ਮੈਨੂੰ ਅੰਨ੍ਹਿਆ ਨਾ ਕਰ ਦੇਵੇ। ਇਹ ਸੁੱਖ ਮੈਨੂੰ ਜਿਹੜਾ ਆ ਬੋਲਾ ਨਾ ਕਰ ਦੇਵੇ। ਇਹ ਸੁੱਖ ਮੈਨੂੰ ਤੇਰੀ ਮਹਿਮਾ ਬੋਲਣ ਤੋਂ ਗੂੰਗਿਆ ਨਾ ਕਰ ਦੇਵੇ। ਪ੍ਰਭੂ ਮੈਨੂੰ ਉਹਨੇ ਦੇ ਵਿੱਚ ਰੱਖਿਓ, ਜਿਸ ਦੇ ਵਿੱਚ ਰਹਿ ਕੇ ਜਿੰਨਾ ਮੈਂ ਪਚਾ ਸਕਾਂ, ਜਿੰਨਾ ਮੈਂ ਜਰ ਸਕਾਂ, ਔਰ ਜਿਸ ਸੁੱਖ ਦੇ ਵਿੱਚ ਰਹਿ ਕੇ ਪ੍ਰਭੂ ਜੀ ਮੈਂ ਤੁਹਾਨੂੰ ਚੇਤੇ ਰੱਖ ਸਕਾਂ, ਉਹਨਾਂ ਸੁੱਖ ਜਿਹੜਾ ਆ ਨਾ ਉਹ ਇਨਫ ਆ। ਉਹਨਾਂ ਸੁੱਖ ਸਾਡੇ ਲਈ ਜਿਹੜਾ ਆ ਉਹ ਬਹੁਤ ਆ। ਹਾਲੇਲੂਇਆ। ਸੋ ਆਓ ਆਪਾਂ ਹੁਣ ਵਚਨ ਦੇ ਵਿੱਚੋਂ ਦੇਖਦੇ ਹਾਂ ਵਿਵਸਥਾ ਸਾਰ ਦੀ ਕਿਤਾਬ ਤੇ ਉਹਦਾ 32 ਨੰਬਰ ਚੈਪਟਰ, ਵਿਵਸਥਾ ਸਾਰ ਉਹਦਾ 32 ਨੰਬਰ ਚੈਪਟਰ ਤੇ ਉਹਦੀ 13 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ। ਕਹਿੰਦਾ ਓਕੇ, ਹੁਣ ਦੇਖੋ ਜਦੋਂ ਆਪਾਂ ਪ੍ਰਾਰਥਨਾ ਕਰਦੇ ਹਾਂ, ਹੁਣ ਆਪਾਂ
ਪ੍ਰਾਰਥਨਾ ਦੇ ਬੈਨੀਫਿਟਸ ਦੇ ਵੱਲ ਨੂੰ ਚੱਲੇ ਹਾਂ। ਜਦੋਂ ਆਪਾਂ ਪ੍ਰਾਰਥਨਾ ਕਰਦੇ ਹਾਂ ਤਾਂ ਪ੍ਰਾਰਥਨਾ ਸਾਨੂੰ ਨੀਵੇਂ ਪੱਧਰ ਤੋਂ ਚੱਕ ਕੇ ਉੱਚੇ ਪੱਧਰ ਤੱਕ ਲੈ ਕੇ ਜਾਂਦੀ ਆ। ਉੱਚੇ ਪੱਧਰ ਦੇ ਤੱਕ ਲੈ ਕੇ ਜਾਂਦੀ ਮਤਲਬ ਪਹਿਲਾਂ ਸਾਡੀਆਂ ਸੋਚਾਂ ਸਿਰਫ ਧਰਤੀ ਦੀਆਂ ਕਿ ਹਾਂਜੀ ਮੈਂ ਆਹ ਖਾਣਾ, ਮੈਂ ਉਹ ਖਾਣਾ, ਉਹ ਚਾਹੀਦਾ, ਉਹ ਪਾਉਣਾ, ਉੱਥੇ ਨੂੰ ਜਾਣਾ, ਆਹ ਚਾਹੀਦਾ, ਮੇਰੇ ਕੋਲ ਮੇਰੇ ਬੈਂਕ ਅਕਾਊਂਟ 'ਚ ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਪਰ ਜਦੋਂ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰਦੇ ਹਾਂ ਤੇ ਅਸੀਂ ਆਤਮਾ 'ਚ ਲਿਫਟ ਅਪ ਹੋਣਾ ਸ਼ੁਰੂ ਹੁੰਦੇ ਹਾਂ। ਸਾਡਾ ਆਤਮਾ ਵਧਣਾ ਸ਼ੁਰੂ ਹੁੰਦਾ, ਉਚਾਈ ਵੱਲ ਨੂੰ ਵਧਣਾ ਸ਼ੁਰੂ ਹੁੰਦਾ, ਕਿਉਂਕਿ ਸਾਡਾ ਪਰਮੇਸ਼ਵਰ ਜਿਹੜਾ ਹੈ ਨਾ ਉਹ ਉੱਚੀਆਂ ਥਾਵਾਂ ਤੇ ਆ। ਉੱਚੀ ਥਾਂ ਦਾ ਮਤਲਬ ਪਹਾੜੀ ਨਹੀਂ ਹੈਗੀ ਫਸਟ ਆਫ ਆਲ, ਕਿ ਬਹੁਤ ਕੋਈ ਲੋਕੀ ਕਹਿਣ ਜੀ ਉਹ ਪਹਾੜਾਂ ਦੇ ਵਿੱਚ ਰਹਿੰਦਾ ਆ, ਤਾਂ ਨਹੀਂ। ਜਿਹੜਾ ਪਰਮੇਸ਼ਵਰ ਆ ਨਾ ਉਚਾਈ ਮਤਲਬ ਉਹਦਾ ਸੁਭਾਅ, ਉਹਦਾ ਜਿਹੜਾ ਆ ਇਹਦਾ ਕਹਿ ਲਓ ਉਹਦੀ ਧਾਰਮਿਕਤਾ ਉੱਚੀ ਆ। ਜਿੱਦਾਂ ਆਪਾਂ ਕਹੀਏ ਕਿ ਫਲਾਣੇ ਬੰਦੇ ਦੀਆਂ ਸੋਚਾਂ ਬਹੁਤ ਉੱਚੀਆਂ ਆ, ਤੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੀਆਂ ਸੋਚਾਂ ਟੀਸੀ ਤੇ ਟੰਗੀਆਂ ਆ। ਸੋਚਾਂ ਉੱਚੀਆਂ ਹੋਣ ਦਾ ਮਤਲਬ ਕਿ ਆਮ ਲੋਕਾਂ ਦੇ ਨਾਲੋਂ ਉਹਦੀਆਂ ਸੋਚਾਂ ਜਿਹੜੀਆਂ ਆ ਉਹ ਖਾਸ ਆ, ਉਹ ਸਪੈਸ਼ਲ ਆ, ਔਰ ਉਹ ਦੂਜੀਆਂ ਸੋਚਾਂ ਉਹਦੇ ਸਾਹਮਣੇ ਜਿਹੜੀਆਂ ਆ ਨਾ ਉਹ ਛੋਟੀਆਂ ਆ। ਸੇਮ ਵੇ ਦੇ ਨਾਲ ਜਦੋਂ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰਦੇ ਹਾਂ ਤਾਂ ਅਸੀਂ ਆਤਮਿਕ ਤੌਰ ਤੇ ਉੱਚਿਆਂ ਹੋਣਾ ਸ਼ੁਰੂ ਹੋ ਜਾਂਦੇ ਆ। ਸਾਡਾ ਆਤਮਾ ਉੱਚੀਆਂ ਥਾਵਾਂ ਦੇ ਵਿੱਚ ਜਾਂਦਾ, ਭਾਵ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਸਾਨੂੰ ਉਹ ਸਟੈਪ ਡਾਊਨ ਹੀ ਦਿਖਦੀਆਂ ਆ, ਔਰ ਅਸਲ ਦੇ ਵਿੱਚ ਉਹ ਜਿਹੜੀਆਂ ਸਟੈਪ ਡਾਊਨ ਹੁੰਦੀਆਂ ਆ ਉਹ ਨੀਵੀਆਂ ਹੁੰਦੀਆਂ ਆ, ਔਰ ਉਹ ਹੇਠਾਂ ਹੀ ਹੁੰਦੀਆਂ ਆ। ਇਸ ਲਈ ਵਚਨ ਦੇ ਵਿੱਚ ਕੀ ਲਿਖਦਾ, ਕਹਿੰਦਾ 12 ਨੰਬਰ 'ਚ ਕਹਿੰਦਾ ਤਿਵੇਂ ਯਹੋਵਾ ਹੀ ਨੇ ਉਸ ਦੀ ਅਗਵਾਈ ਕੀਤੀ ਅਤੇ ਉਸ ਨਾਲ ਕੋਈ ਓਪਰਾ ਦੇਵਤਾ ਨਹੀਂ ਸੀ। ਅਤੇ ਹਾਂਜੀ, ਉਸ ਨੇ ਉਹਨੂੰ ਧਰਤੀ ਦੀਆਂ ਉਚਾਈਆਂ ਉੱਤੇ ਸਵਾਰ ਕੀਤਾ, ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ ਅਤੇ ਉਸ ਨੇ ਪੱਥਰ ਵਿੱਚੋਂ ਸ਼ਹਿਦ ਚੁਸਾਇਆ ਅਤੇ ਤੇਲ ਚਕਮਕ ਦੀ ਚਟਾਨ ਤੋਂ। ਸੋ ਇਸ ਚੀਜ਼ ਨੂੰ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਆਪਣੇ ਬੰਦੇ ਨੂੰ ਉਚਾਈ ਦੇ ਉੱਤੇ ਲੈ ਕੇ ਗਏ ਪਰਮੇਸ਼ਵਰ। ਸੋ ਇੱਥੇ ਫਿਜ਼ੀਕਲੀ ਹੋ ਸਕਦਾ ਆ ਔਰ ਸਪਿਰਿਚੁਅਲੀ ਵੀ ਹੋ ਸਕਦਾ ਆ, ਪਰ ਆਪਾਂ ਸਪਿਰਿਚੁਅਲੀ ਵੇ ਦੇ ਨਾਲ ਗੱਲ ਕਰ ਰਹੇ, ਆਪਾਂ ਆਤਮਿਕ ਵੇ ਦੇ ਨਾਲ ਗੱਲ ਕਰ ਰਹੇ। ਤੇ ਆਤਮਿਕ ਵੇ ਦੇ ਨਾਲ ਕੀ ਆ, ਜਦੋਂ ਅਸੀਂ ਪ੍ਰਾਰਥਨਾਵਾਂ ਦੇ ਵਿੱਚ ਉੱਚਾ ਜਾਂਦੇ ਆ ਤਾਂ ਆਪਾਂ ਕਹਿੰਦੇ ਆ ਕਿ ਉਹਦੀ ਹਜ਼ੂਰੀ ਦੇ ਵਿੱਚ ਤਾਂ ਸ਼ਹਿਦ ਵਰਗਾ ਮਿੱਠਾ ਆ। ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ, ਕਹਿੰਦਾ ਜਿਹੜਾ ਤੇਰਾ ਵਚਨ ਆ, ਕਹਿੰਦਾ ਉਹ ਸ਼ਹਿਦ ਨਾਲੋਂ ਵੀ ਮਿੱਠਾ ਆ, ਮਖੀਲ ਦੇ ਚੋਇਆਂ ਨਾਲੋਂ ਵੀ ਵੱਧ, ਹਨਾ। ਕਹਿੰਦਾ ਉਹ ਮੇਰੇ ਤਾਲੂ ਨੂੰ ਜਿਹੜਾ ਆ ਮਿਠਾਸ ਦਿੰਦਾ ਆ। ਸੋ ਉਹ ਹੁਣ ਬਹੁਤ ਸਾਰੇ ਲੋਕ ਆ ਉਹ ਜਦੋਂ ਵਚਨ ਪੜ੍ਹਦੇ ਉਹ ਕਹਿੰਦੇ ਜੀ ਸਾਨੂੰ ਸਮਝ ਹੀ ਨਹੀਂ ਆਉਂਦਾ, ਤੇ ਉਹਨਾਂ ਨੂੰ ਕੀ ਪਤਾ ਲੱਗੂ ਕਿ ਮਿੱਠਾ ਆ ਕਿ ਨਮਕੀਨ ਆ। ਜਦੋਂ ਅਸੀਂ ਪ੍ਰੇਅਰ ਦੇ ਉੱਪਰਲੇ ਰੈਲਮ ਦੇ ਵਿੱਚ ਜਾਂਦੇ ਆ, ਉਚਾਈ ਵਾਲੇ ਪੱਧਰ ਦੇ ਉੱਤੇ ਜਾਂਦੇ ਆ, ਤਾਂ ਫਿਰ ਉਸ ਵੇਲੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਉਹ ਸਮਝ ਆਉਂਦੀਆਂ, ਔਰ ਫਿਰ ਉਸ ਥਾਂ ਤੇ ਜਾ ਕੇ ਸਾਨੂੰ ਜਿਹੜਾ ਹੈ ਨਾ ਇੱਕ ਟੇਸਟ ਜਿਹੜਾ ਆ, ਇੱਕ ਸਵਾਦ ਜਿਹੜਾ ਆ, ਇੱਕ ਆਨੰਦ ਜਿਹੜਾ ਆ ਨਾ ਉਹ ਆਉਂਦਾ ਆ। ਉਹ ਆਨੰਦ ਕੀ ਆ, ਮਤਲਬ ਉਹਨਾਂ ਥਾਵਾਂ ਦੇ ਵਿੱਚ ਆਨੰਦ ਜਿੱਥੇ ਅਸੀਂ ਕਦੀ ਆਨੰਦ ਦੇਖਿਆ ਹੀ ਨਹੀਂ ਸੀ। ਇੱਥੇ ਉਹ ਕੀ ਕਹਿੰਦਾ ਉਸਨੇ ਪੱਥਰ ਵਿੱਚੋਂ ਸ਼ਹਿਦ ਚੁਸਾਇਆ। ਪੱਥਰ ਦੇ ਵਿੱਚੋਂ ਸ਼ਹਿਦ ਡਿਫਿਕਲਟ ਚੀਜ਼ ਆ। ਸੋ ਪਰਮੇਸ਼ਵਰ ਸਾਨੂੰ ਉਸ ਥਾਂ ਤੇ ਵੀ ਆਨੰਦ ਦੇ ਵਿੱਚ ਰੱਖਦਾ ਆ, ਕਰ ਦਿੰਦਾ ਆ, ਭਰ ਦਿੰਦਾ ਆ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਹੁੰਨੇ ਆ, ਜਿੱਥੇ ਸਾਨੂੰ ਲੱਗਦਾ ਨਹੀਂ ਇਹ ਸਿਚੁਏਸ਼ਨਸ ਜਿਹੜੀਆਂ ਮੇਰੀਆਂ ਆ ਨਾ ਇਹ ਮੇਰੇ ਅਨੁਕੂਲ ਨਹੀਂ ਹੈਗੀਆਂ, ਇਹ ਸਿਚੁਏਸ਼ਨਸ ਜਿਹੜੀਆਂ ਇਹਦੇ ਵਿੱਚ ਮੈਂ ਜਿੰਦਾ ਨਹੀਂ ਰਹਿ ਸਕਦਾ, ਇਹ ਸਿਚੁਏਸ਼ਨਸ ਜਿਹੜੀਆਂ ਬੜੀਆਂ ਦੁੱਖ ਭਰੀਆਂ ਆ। ਸੋ ਪਰ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਪਰਮੇਸ਼ਵਰ ਦੇ ਨਾਲ ਜੁੜਦੇ ਹਾਂ, ਜਦੋਂ ਆਪਾਂ ਪ੍ਰਾਰਥਨਾ ਦੇ ਵਿੱਚ ਹਾਈ ਰੈਲਮ ਦੇ ਉੱਤੇ ਜਾਂਦੇ, ਉੱਚੇ ਪੱਧਰ ਦੇ ਉੱਤੇ ਜਾਂਦੇ ਆ, ਤਾਂ ਕੀ ਆ ਸਾਨੂੰ ਉੱਥੇ ਹੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਅਸੀਂ ਉੱਥੇ ਹੀ ਜਿਹੜਾ ਆ ਨਾ ਉਹ ਫਿਰ ਪਰਮੇਸ਼ਵਰ ਦੇ ਆਨੰਦ ਨੂੰ ਮਹਿਸੂਸ ਕਰਨਾ ਜਿਹੜਾ ਆ ਉਹ ਸ਼ੁਰੂ ਕਰ ਦਿੰਦੇ ਆ। ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਜਾਈਏ, ਔਰ ਉਹ ਜਿਹੜੀਆਂ ਉੱਚੇ ਲੈਵਲ ਦੀਆਂ ਚੀਜ਼ਾਂ ਆ, ਉੱਚੇ ਲੈਵਲ ਦੀਆਂ ਜਿਹੜੀਆਂ ਚੀਜ਼ਾਂ ਆ, ਜਿਹੜੀਆਂ ਸਿਰਫ ਪ੍ਰਾਰਥਨਾ ਦੇ ਵਿੱਚ ਜਾ ਕੇ ਹੀ ਤੁਸੀਂ ਦੇਖ ਸਕਦੇ ਆ, ਪ੍ਰਾਰਥਨਾ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਟੇਸਟ ਕਰ ਸਕਦੇ ਆ, ਪ੍ਰਾਰਥਨਾ ਦੇ ਵਿੱਚ ਜਾ ਕੇ ਹੀ ਤੁਸੀਂ ਉਹਨਾਂ ਨੂੰ ਚੱਖ ਸਕਦੇ ਆ, ਪ੍ਰਾਰਥਨਾ ਦੇ ਵਿੱਚ ਜਾ ਕੇ ਹੀ ਤੁਸੀਂ ਉਹਨਾਂ ਦਾ ਆਨੰਦ ਲੈ ਸਕਦੇ ਆ। ਉਹ ਤੁਹਾਨੂੰ ਬਿਨਾਂ ਪ੍ਰਾਰਥਨਾ ਦੇ ਨਾ ਦਿਖਣੀਆਂ ਆ, ਨਾ ਸਮਝ ਆਉਣੀਆਂ ਆ, ਨਾ ਉਹਨਾਂ ਦਾ ਸਵਾਦ ਆਉਣਾ ਆ। ਸੋ ਇਸ ਲਈ ਅਗਰ ਤੁਸੀਂ ਚਾਹੁੰਦੇ ਨਾ ਕੁਝ ਸੁਪਰ ਨੈਚੁਰਲ ਚੀਜ਼ਾਂ ਨੂੰ ਤੁਸੀਂ ਟੇਸਟ ਕਰੋ, ਸੁਪਰ ਨੈਚੁਰਲ ਚੀਜ਼ਾਂ ਨੂੰ, ਤਾਂ ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਪੂਰੀ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋਗੇ, ਪੂਰੇ ਮਨ ਦੇ ਨਾਲ ਪ੍ਰਾਰਥਨਾ ਕਰੋਗੇ, ਪਰਮੇਸ਼ਵਰ ਨੂੰ ਹਾਜ਼ਰ ਤੇ ਨਾਜ਼ਰ ਸਮਝ ਕੇ ਪ੍ਰਾਰਥਨਾ ਕਰੋਗੇ, ਪਰਮੇਸ਼ਵਰ ਨੂੰ ਜ਼ਿੰਦਾ ਤੇ ਜਲਾਲੀ ਸਮਝ ਕੇ ਪ੍ਰਾਰਥਨਾ ਕਰੋਗੇ, ਉਸ ਵੇਲੇ ਤੁਸੀਂ ਉਹਨਾਂ ਚੀਜ਼ਾਂ ਦੇ ਸਵਾਦ ਨੂੰ ਜਿਹੜਾ ਆ ਉਹ ਚੱਖੋਗੇ। ਬਹੁਤ ਸਾਰੇ ਲੋਕ ਪ੍ਰਾਰਥਨਾ ਕਿੱਦਾਂ ਕਰਦੇ ਆ, ਉਹਨਾਂ ਨੇ ਫੇਸਬੁੱਕ ਖੋਲਿਆ ਆ, ਠੀਕ ਆ, ਇਹ
85% ਮਸੀਹ ਲੋਕਾਂ ਦੇ ਪ੍ਰਾਰਥਨਾ ਕਰਨ ਦਾ ਤਰੀਕਾ ਦੇਖੋ। ਪ੍ਰਾਰਥਨਾ ਕਰ ਰਹੇ ਆ, ਹਾਲੇਲੂਇਆ, ਥੈਂਕ ਯੂ ਜੀਸਸ, ਗੈਰ ਭਾਸ਼ਾ ਵੀ ਬੋਲੀ ਜਾ ਰਹੀ ਆ, ਟਿੰਗਲਿੰਗ ਲਿੰਗਲਿੰਗ ਵੀ ਹੋਈ ਜਾ ਰਹੀ ਆ, ਮਤਲਬ ਉਹ ਫੇਸਬੁੱਕ ਦੇ ਉੱਤੇ ਵੀ ਜਿਹੜਾ ਆ ਉਹ ਸਵਾਈਪ ਕਰੀ ਜਾ ਰਹੇ ਆ ਉਹਨੂੰ ਅੱਗੇ ਪਿੱਛੇ ਇੱਧਰ ਉੱਧਰ ਨੂੰ, ਨਿਊਜ਼ ਵੀ ਨਾਲ ਹੀ ਚੈੱਕ ਕਰ ਰਹੇ ਆ ਐਂਡ ਉਹ ਮੂੰਹ ਤੋਂ ਪ੍ਰਾਰਥਨਾ ਕਰ ਰਹੇ ਆ। ਅਗਰ ਤੁਸੀਂ ਪਰਮੇਸ਼ਵਰ ਨੂੰ ਜਿੰਦਾ ਸਮਝਦੇ ਹੋ ਔਰ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਹੋ ਤਾਂ ਮੈਨੂੰ ਦੱਸੋ ਕਿ ਤੁਹਾਡੀ ਇੰਨੀ ਜ਼ਰੂਰਤ ਕਿ ਕਰਨ ਦੇ ਹੋ ਤੁਸੀਂ ਪ੍ਰਾਰਥਨਾ ਤੇ ਉਸ ਵੇਲੇ ਤੁਸੀਂ ਨਿਊਜ਼ ਚੈੱਕ ਕਰੋ, ਉਸ ਵੇਲੇ ਤੁਸੀਂ ਫੇਸਬੁੱਕ ਚੈੱਕ ਕਰੋ ਜਾਂ ਉਸ ਵੇਲੇ ਤੁਸੀਂ WhatsApp ਚੈੱਕ ਕਰੋ। ਕੀ ਤੁਹਾਡੇ ਇਹ ਕੰਮ ਡਿਕਲੇਅਰ ਨਹੀਂ ਕਰਦੇ ਕਿ ਤੁਸੀਂ ਪਰਮੇਸ਼ਵਰ ਨੂੰ ਜਿੰਦਾ ਨਹੀਂ ਸਮਝਦੇ? ਇਹ ਕੰਮ ਡਿਕਲੇਅਰ ਨਹੀਂ ਕਰਦੇ ਕਿ ਪਰਮੇਸ਼ਵਰ ਨੂੰ ਤੁਸੀਂ ਜਲਾਲੀ ਨਹੀਂ ਸਮਝਦੇ? ਇਹ ਕੰਮ ਡਿਕਲੇਅਰ ਕਰਦੇ ਕਿ ਤੁਸੀਂ ਪਰਮੇਸ਼ਵਰ ਨੂੰ ਉਨਾ ਭਿਆਨਕ ਨਹੀਂ ਸਮਝਦੇ ਜਿੰਨਾ ਭਿਆਨਕ ਉਹ ਹੈ। ਤੁਸੀਂ ਪਰਮੇਸ਼ਵਰ ਨੂੰ ਤੁੱਛ ਜਾਣਦੇ ਹੋ, ਤਾਂ ਹੀ ਤਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਵੀ WhatsApp ਚੈੱਕ ਕਰ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਮੈਂ ਪ੍ਰਾਰਥਨਾ ਦੇ ਵਿੱਚ ਹਾਂ। ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਹੋ ਔਰ ਤੁਸੀਂ ਫੇਸਬੁੱਕ ਚੈੱਕ ਕਰ ਰਹੇ ਹੋ। ਜਦੋਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੇ ਹੋ ਤੁਸੀਂ ਆਪਣੇ ਫੋਨ ਦੇ ਉੱਤੇ ਆਰਾਧਨਾ ਪਲੇ ਕਰ ਸਕਦੇ ਹੋ, ਤੁਸੀਂ ਇੱਕ ਅੱਛਾ ਮਿਊਜ਼ਿਕ ਪਲੇ ਕਰ ਸਕਦੇ ਹੋ, ਉਸ ਚੀਜ਼ ਨੂੰ ਪਲੇ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਰਮੇਸ਼ਵਰ ਦੇ ਹੋਰ ਕਲੋਜ਼ ਲੈ ਕੇ ਜਾਵੇ। ਉਹਨੂੰ ਤੁਸੀਂ ਨਹੀਂ ਪਲੇ ਕਰ ਸਕਦੇ ਜਿਹੜਾ ਤੁਹਾਡੇ ਧਿਆਨ ਨੂੰ ਪਰਮੇਸ਼ਵਰ ਤੋਂ ਵੱਖਰਾ ਕਰੇ। ਅਗਰ ਤੁਸੀਂ ਕਿਸੇ SSP ਦੇ ਨਾਲ ਗੱਲ ਕਰ ਰਹੇ ਹੋ ਤਾਂ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੋਵੇ ਤਾਂ ਤੁਸੀਂ ਉੱਥੇ ਕਹੋ ਉਹ ਗੱਲ ਕਰੀ ਜਾਵੇ ਤੇ ਤੁਸੀਂ ਵੀ ਉਹਦੇ ਨਾਲ ਗੱਲ ਕਰੀ ਜਾਓ ਤੇ ਤੁਸੀਂ ਨਾਲੇ ਆਪਣੇ ਮੋਬਾਈਲ ਨੂੰ ਜਿਹੜਾ ਹੈ ਉਹ ਸਵਾਈਪ ਕਰੀ ਜਾਓ, ਇੱਧਰ ਉੱਧਰ ਨੂੰ ਜਿਹੜਾ ਹੈ ਉਹ ਕਰੀ ਜਾਓ, ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਤੁਹਾਨੂੰ ਕਿੱਡਾ ਕੁ ਅਕਲਮੰਦ ਸਮਝੂਗਾ? ਜਾਂ ਤੁਸੀਂ ਕਿੰਨਾ ਕੁ ਆਪਣਾ ਇੰਪ੍ਰੈਸ਼ਨ ਉਹਨੂੰ ਦੇ ਸਕੋਗੇ? ਕੀ ਖੱਟ ਲਓਗੇ, ਕੀ ਲੈ ਲਓਗੇ ਤੁਸੀਂ ਉਹਦੇ ਕੋਲੋਂ? ਉਹਨੇ ਕਹਿਣਾ ਇਹ ਮੂਰਖ ਬੰਦਾ ਹੈ ਕਿ ਇਹਨੂੰ ਮੇਰੇ ਅਹੁਦੇ ਦਾ ਵੀ ਲਿਹਾਜ਼ ਨਹੀਂ ਆ। ਅਰੇ ਹੋ ਸਕਦਾ ਕਿ ਉਹ ਤੁਹਾਨੂੰ ਉਸੇ ਘੜੀ ਕਵੇ ਭਾਈ ਜਾ ਤੂੰ ਪਹਿਲਾਂ ਇਹੀ ਕੰਮ ਕਰ ਲੈ। ਸੋ ਬਹੁਤ ਵਾਰੀ ਲੋਕੀ ਉਹਨਾਂ ਨੂੰ ਲੱਗਦਾ ਕਿ ਕੱਲੀ ਪ੍ਰਾਰਥਨਾ ਕੀਤਿਆਂ ਜਿਹੜਾ ਆ ਨਾ ਉਹ ਟਾਈਮ ਨਹੀਂ ਪਾਸ ਹੁੰਦਾ, ਕੱਲੀ ਪ੍ਰਾਰਥਨਾ ਕੀਤਿਆਂ ਤੇ ਮਨ ਹੀ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ। ਉਦਾਂ ਅੱਖਾਂ ਬੰਦ ਕਰਨ ਤੋਂ ਡਰਦੇ ਆ, ਕਹਿੰਦੇ ਜੇ ਅੱਖਾਂ ਬੰਦ ਕੀਤੀਆਂ ਤਾਂ ਪਤਾ ਨਹੀਂ ਕੀ ਹੋ ਜਾਣਾ। ਉਹਨਾਂ ਦੇ ਪਾਪ ਡਰਾਉਂਦੇ ਆ ਕਿ ਜੇ ਅੱਖਾਂ ਬੰਦ ਕੀਤੀਆਂ ਤੇ ਇਹ ਨਾ ਹੋਵੇ ਰੱਬ ਮੋਹਰੇ ਆਣ ਕੇ ਪ੍ਰਗਟ ਹੋ ਜਾਏ ਤੇ ਕਿਤੇ ਆਣ ਕੇ ਮੇਰਾ ਗਲਾ ਨਾ ਘੁੱਟ ਦੇਵੇ ਵੀ ਤੂੰ ਇੰਨੇ ਪਾਪ ਕੀਤੇ ਆ। ਤੁਹਾਡੇ ਪਾਪ ਤੁਹਾਨੂੰ ਡਰਾਉਂਦੇ ਆ, ਪਰਮੇਸ਼ਵਰ ਨਹੀਂ ਡਰਾਉਂਦਾ। ਕਦੀ ਪ੍ਰਾਰਥਨਾ ਕਰਦੇ ਵੀ ਡਰ ਲੱਗਣਾ ਚਾਹੀਦਾ ਆ। ਪ੍ਰਾਰਥਨਾ ਤਾਂ ਡਰ ਨੂੰ ਖਤਮ ਕਰਦੀ ਆ, ਪ੍ਰਾਰਥਨਾ ਤਾਂ ਡਰ ਦੀ ਜੜ ਨੂੰ ਵੱਢ ਦਿੰਦੀ ਆ। ਔਰ ਲੋਕ ਕਹਿੰਦੇ ਕਿ ਅਸੀਂ ਅੱਖਾਂ ਬੰਦ ਕਰਕੇ ਪ੍ਰਾਰਥਨਾ ਨਹੀਂ ਕਰ ਪਾਉਂਦੇ। ਉਹ ਤੁਸੀਂ ਜਦੋਂ ਅੱਖਾਂ ਨਹੀਂ ਬੰਦ ਕਰੋਗੇ ਤੁਹਾਡਾ ਤੇ ਮਨ ਹੀ ਨਹੀਂ ਟਿਕਣਾ। ਔਰ ਉਹ ਕਹਿੰਦਾ ਆਪਣੀ ਕੋਠੜੀ ਦੇ ਵਿੱਚ ਵੜ ਜਾ, ਆਪਣੇ ਬੂਹੇ ਤਾਕੀਆਂ ਨੂੰ ਭੇੜ ਲਾ। ਇਹਨਾਂ ਬੂਹੇ ਤਾਕੀਆਂ ਨੂੰ ਭੇੜਨਾ ਆ ਤੇ ਭਾਵੇਂ ਖੁੱਲੇ ਹੀ ਰਹਿਣ ਦੋ, ਜਿਹੜੇ ਦੂਜੇ ਕਮਰੇ ਦੇ ਬੂਹੇ ਤਾਕੀਆਂ ਨੂੰ ਭਾਵੇਂ ਖੁੱਲੇ ਹੀ ਰਹਿਣ ਦੋ, ਪਰ ਆਪਣੇ ਜਿਹੜੇ ਜਿਸਮ ਦੇ ਬੂਹੇ ਤਾਕੀਆਂ ਨਾ ਕੰਨਾਂ ਨੂੰ ਭੇੜ ਲਾ। ਇਹਨਾਂ ਤਾਕੀਆਂ ਨੂੰ ਭੇੜਦਾ ਮਤਲਬ ਕਿ ਇਹ ਨਹੀਂ ਕਿ ਬਾਹਰ ਬੈਠਾ ਕੋਈ ਮੇਰੇ ਲਈ ਕੀ ਗੱਲ ਕਰ ਰਿਹਾ ਆ, ਅੱਖਾਂ ਦੇਖ ਰਹੀਆਂ ਕਿ ਨਿਆਣਾ ਇੱਧਰ ਨੂੰ ਗਿਆ ਆ, ਮੁੱਠੀ 'ਚ ਕੀ ਲੈ ਕੇ ਗਿਆ ਆ, ਨਿਆਣਾ ਉੱਧਰ ਨੂੰ ਗਿਆ ਆ, ਉਹ ਕੀ ਕਰਦਾ ਆ, ਮੇਰਾ ਹਸਬੈਂਡ ਜਿਹੜਾ ਉਹ ਕੀ ਕਰ ਰਿਹਾ ਆ, ਮੇਰੇ ਫੈਮਿਲੀ ਦੇ ਬਾਕੀ ਮੈਂਬਰ ਕੀ ਕਰ ਰਹੇ ਆ। ਸੋ ਅਸੀਂ ਏਦਾਂ ਦੀ ਪ੍ਰਾਰਥਨਾ ਨੂੰ ਪ੍ਰਾਰਥਨਾ ਨਹੀਂ ਕਹਿ ਸਕਦੇ। ਤੁਸੀਂ ਕੁਝ ਪਲੇ ਕਰਨਾ ਹੀ ਆ, ਪਰਮੇਸ਼ਵਰ ਦੇ ਭਜਨ ਪਲੇ ਕਰੋ। ਹਾਂਜੀ, ਜੇ ਤੁਸੀਂ ਸ਼ਾਂਤ ਅਵਸਥਾ ਦੇ ਵਿੱਚ ਬੈਠਣਾ ਚਾਹੁੰਦੇ, ਕੁਝ ਨਹੀਂ ਬੋਲਣਾ, ਤਾਂ ਆਡੀਓ ਬਾਈਬਲ ਜਿਹੜੀ ਆ ਤੁਸੀਂ ਉਹਨੂੰ ਪਲੇ ਕਰ ਲਓ। ਤੁਸੀਂ ਕੋਈ ਪਰਮੇਸ਼ਵਰ ਦਾ ਬੰਦਾ ਜਿਹੜਾ ਆ ਉਹ ਵਚਨ ਬੋਲ ਕੇ ਪ੍ਰਾਰਥਨਾ ਕਰ ਰਿਹਾ, ਤੁਸੀਂ ਉਹਨੂੰ ਜਿਹੜਾ ਆ ਪਲੇ ਕਰਕੇ ਤੁਸੀਂ ਖੁਦ ਬਹਿ ਜਾਓ ਔਰ ਉਹਨਾਂ ਚੀਜ਼ਾਂ ਨੂੰ ਮੈਡੀਟੇਟ ਕਰੋ। ਐਂਡ ਕਿੱਦਾਂ ਨਾ ਤੁਸੀਂ ਆਨੰਦ ਨਾਲ ਭਰੋਗੇ, ਕਿੱਦਾਂ ਨਾ ਤੁਹਾਨੂੰ ਆਨੰਦ ਆਊਗਾ ਪ੍ਰਾਰਥਨਾ ਦੇ ਵਿੱਚ। ਉਹ ਜਦੋਂ ਤੁਸੀਂ ਪ੍ਰਾਰਥਨਾ ਕਰਨੀ ਸਿੱਖ ਜਾਓਗੇ ਨਾ, ਤੁਹਾਨੂੰ ਉੱਠਣਾ ਭੁੱਲ ਜੂਗਾ ਪ੍ਰਾਰਥਨਾ ਦੇ ਵਿੱਚੋਂ। ਤੁਸੀਂ ਰਾਤ ਨੂੰ ਉੱਠ ਕੇ ਵੀ ਪ੍ਰਾਰਥਨਾ ਕਰੋਗੇ, ਪਾਸਾ ਵੀ ਲਓਗੇ ਨਾ ਤੇ ਤੁਹਾਡੇ ਮੂੰਹ ਚੋਂ ਹਾਲੇਲੂਇਆ ਨਿਕਲਣਾ ਆ। ਹਾਲੇ ਤਾਂ ਜਦੋਂ ਪਾਸਾ ਲੈਂਦੇ ਆ ਹਾਏ ਓਏ ਨਿਕਲਦਾ ਨਾ, ਜਦੋਂ ਤੁਸੀਂ ਪ੍ਰਾਰਥਨਾ ਕਰਨ ਲੱਗ ਗਏ ਉਦੋਂ ਤੁਹਾਡੇ ਮੂੰਹ ਚੋਂ ਹਾਲੇਲੂਇਆ ਨਿਕਲਣਾ ਸ਼ੁਰੂ ਹੋ ਜਾਣਾ। ਔਰ ਜਦੋਂ ਰਾਤ ਨੂੰ ਪਾਸਾ ਲੈਂਦਿਆਂ ਵੀ ਹਾਲੇਲੂਇਆ ਨਿਕਲਣਾ ਸ਼ੁਰੂ ਹੋ ਗਿਆ ਨਾ, ਉਦੋਂ ਸਮਝ ਲਓ ਕਿ ਜਿਹੜਾ ਕਨੈਕਸ਼ਨ ਹੈ ਨਾ ਉਹ ਜੁੜਨਾ ਸ਼ੁਰੂ ਹੋ ਗਿਆ ਆ। ਉਦੋਂ ਜਿਹੜਾ ਆ ਆਪਣਾ ਜਿਹੜਾ ਆ ਇਹ ਜਿਹੜਾ ਵਾਇਰਲੈਸ ਸਿਸਟਮ ਹੈ ਨਾ ਉਹ ਪ੍ਰੋਪਰ ਰੇਂਜ ਫੜਨ ਲੱਗ ਗਿਆ। ਜਦੋਂ ਆਪਾਂ ਸੁੱਤੇ ਪਿਆਂ ਦੇ ਮੂੰਹ ਦੇ ਵਿੱਚੋਂ ਵੀ ਹਾਲੇਲੂਇਆ ਜਾਂ ਥੈਂਕ ਯੂ ਜੀਸਸ ਨਿਕਲੇ, ਜਾਂ ਆਪਣੇ ਮੂੰਹ ਦੇ ਵਿੱਚੋਂ ਰੱਬਾ ਤੇਰਾ ਸ਼ੁਕਰ ਆ, ਮਤਲਬ ਪਰਮੇਸ਼ਵਰ ਦੀ ਵਡਿਆਈ ਵਾਲੇ ਮਹਿਮਾ ਵਾਲੇ ਸ਼ਬਦ ਨਿਕਲਣ, ਉਦੋਂ ਸਮਝੋ ਕਿ ਹੁਣ ਕਨੈਕਸ਼ਨ ਜਿਹੜਾ ਆ ਨਾ ਉਹ ਜੁੜ ਰਿਹਾ ਆ। ਹੁਣ ਜਿਹੜਾ ਆ ਨਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸਹੀ ਹੋ ਰਿਹਾ ਆ। ਤੇ ਫਿਰ ਦੇਖਿਓ ਤੁਹਾਨੂੰ ਪ੍ਰਾਰਥਨਾ ਕਰਨ 'ਚ ਮਜ਼ਾ ਆਉਂਦਾ ਕਿ ਨਹੀਂ। ਔਰ ਪ੍ਰਾਰਥਨਾ ਇਹ ਹੀ ਨਹੀਂ ਹੈ ਕਿ ਤੁਸੀਂ 2 ਘੰਟੇ ਬੈਠੇ ਤਾਂ ਕਰ ਲਈ ਪ੍ਰਾਰਥਨਾ ਤੇ ਉਹਦੇ ਬਾਅਦ ਦੇ ਵਿੱਚ ਪੂਰਾ ਦਿਨ ਚਲੋ ਜੀ ਤੁਸੀਂ ਜਿਹੜੀਆਂ ਉਹ ਗੰਦੀਆਂ ਮੰਦੀਆਂ ਫਿਲਮਾਂ ਦੇਖੀ ਜਾਓ, ਤੁਸੀਂ ਪੋਰਨ ਵੀਡੀਓਜ਼ ਲਾ ਛੱਡੋ, ਜਾਂ ਤੁਸੀਂ ਅਸ਼ਲੀਲ ਗਾਣੇ ਲਾ ਛੱਡੋ, ਜਾਂ ਹੋਰ ਚੀਜ਼ਾਂ ਨੂੰ ਲਾ ਛੱਡੋ।
ਠੀਕ ਹੈ, ਤੁਸੀਂ ਉਹ ਚੀਜ਼ਾਂ ਦੇਖੋ ਜਿਹੜੀਆਂ ਤੁਹਾਨੂੰ ਤੁਹਾਡੀਆਂ ਸੋਚਾਂ ਨੂੰ ਖਰਾਬ ਨਹੀਂ ਕਰਦੀਆਂ, ਉਹਨਾਂ ਚੀਜ਼ਾਂ ਨੂੰ ਦੇਖੋ। ਬਹੁਤ ਸਾਰੀਆਂ ਮੂਵੀਜ਼ ਆ ਜਿਹੜੀਆਂ ਤੁਹਾਨੂੰ ਅੱਛੀ ਸਿੱਖਿਆ ਦਿੰਦੀਆਂ, ਅੱਛੀ ਸੇਧ ਦਿੰਦੀਆਂ ਆ। ਬਹੁਤ ਸਾਰੀਆਂ ਮੂਵੀਜ਼ ਆ ਜਿਹੜੀਆਂ ਬਾਈਬਲ ਬੇਸਡ ਆ। ਬਹੁਤ ਸਾਰੀਆਂ ਮੂਵੀਜ਼ ਆ ਤੁਹਾਡੀ ਜ਼ਿੰਦਗੀ ਦੇ ਬਾਰੇ ਵਿੱਚ ਤੁਹਾਨੂੰ ਜਿਹੜਾ ਆ ਮੋਟੀਵੇਸ਼ਨ ਤੁਹਾਨੂੰ ਦਿੰਦੀਆਂ ਆ। ਸੋ ਉਹਨਾਂ ਨੂੰ ਤੁਸੀਂ ਜਿਹੜਾ ਆ ਉਹ ਐਜ਼ ਅ ਇੰਟਰਟੇਨਮੈਂਟ ਤੁਸੀਂ ਉਹਨਾਂ ਨੂੰ ਕਿਤੇ ਕਿਤਾਈ ਜਿਹੜਾ ਹੈ ਨਾ ਉਹਨੂੰ ਦੇਖ ਸਕਦੇ, ਪਰ ਉਹਨਾਂ ਨੂੰ ਪਾਰਟ ਨਾ ਬਣਾਓ ਆਪਣੀ ਲਾਈਫ ਦਾ। ਪਰ ਤੁਸੀਂ ਬਾਕੀ 2 ਘੰਟੇ ਤਾਂ ਤੁਸੀਂ ਬੈਠ ਕੇ ਜਿਹੜਾ ਹੈ ਉਹ ਪ੍ਰਾਰਥਨਾ ਕਰ ਲਈ, ਪਰ ਬਾਕੀ ਦੇ ਟਾਈਮ ਦੇ ਵਿੱਚ ਤੁਸੀਂ ਖਾਣਾ ਬਣਾ ਰਹੇ ਹੋ, ਤੁਹਾਡਾ ਮਨ ਦੇ ਵਿੱਚ ਉਦੋਂ ਵੀ ਗੀਤ ਜਾਂ ਭਜਨ ਜਾਂ ਪਰਮੇਸ਼ਵਰ ਦੇ ਲਈ ਕੋਈ ਵਿਚਾਰ ਹੋਣਾ ਚਾਹੀਦਾ ਹੈ। ਨਹੀਂ ਵੀ ਤੁਹਾਡੇ ਮਨ 'ਚ ਕੋਈ ਵਿਚਾਰ ਆ ਰਿਹਾ, ਤੁਹਾਡਾ ਮਨ ਭੱਜ ਕੇ ਇੱਧਰ ਨੂੰ ਜਾਂਦਾ, ਕਦੀ ਭੱਜ ਕੇ ਉੱਧਰ ਨੂੰ ਜਾਂਦਾ ਆ, ਜਾਂ ਕੁਝ ਹੋਰ ਹੋ ਰਿਹਾ, ਤਾਂ ਆਪਣੇ ਲਾਗੇ ਮੋਬਾਈਲ ਰੱਖੋ, ਉਹਦੇ ਵਿੱਚ ਕੋਈ ਸਰਮਨ ਪਲੇ ਕਰ ਲਓ, ਉਹਦੇ ਵਿੱਚ ਕੋਈ ਆਰਾਧਨਾ ਪਲੇ ਕਰ ਲਓ, ਉਹਦੇ ਵਿੱਚ ਕਿਸੇ ਮੋਟੀਵੇਸ਼ਨ ਸਪੀਕਰ ਨੂੰ ਸੁਣ ਲਓ, ਕਿਸੇ ਅੱਛੇ ਪ੍ਰਚਾਰਕ ਨੂੰ ਸੁਣ ਲਓ, ਕੋਈ ਐਂਡ ਟਾਈਮ ਦੀ ਗੱਲ ਸੁਣ ਲਓ, ਕੋਈ ਪ੍ਰਭੂ ਯਿਸੂ ਮਸੀਹ ਦਾ ਵਚਨ ਸੁਣ ਲਓ। ਮਤਲਬ ਤੁਸੀਂ ਹਰ ਚੀਜ਼ ਦੇ ਵਿੱਚ ਕੀ ਕਹਿੰਦਾ ਨਿਰੰਤਰ ਪ੍ਰਾਰਥਨਾ ਦੇ ਵਿੱਚ ਬਣੇ ਰਹੋ। ਤੇ ਇਸ ਲਈ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹੀਏ। ਹਾਲੇਲੂਇਆ। ਸੋ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹਿੰਦੇ ਉਦੋਂ ਅਸੀਂ ਕਿੱਦਾਂ ਦੇ ਹੁੰਦੇ ਆ, ਆਪਾਂ ਦੇਖਦੇ ਹਾਂ ਦੂਜਾ ਇਤਿਹਾਸ ਉਹਦਾ 26 ਨੰਬਰ ਚੈਪਟਰ ਤੇ ਉਹਦੀ 5 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ। ਇੱਥੇ ਕੀ ਆ, ਇੱਥੇ ਇੱਕ ਰਾਜੇ ਦਾ ਜਿਹੜਾ ਜ਼ਿਕਰ ਹੈ ਨਾ, ਇਸ ਚੈਪਟਰ ਨੂੰ ਤੁਸੀਂ ਜਦੋਂ ਪੂਰਾ ਪੜੋਗੇ ਬਾਅਦ ਦੇ ਵਿੱਚ, ਇਹ ਹੈਗਾ ਜੇ ਦੂਜਾ ਇਤਿਹਾਸ ਤੇ ਉਹਦਾ 26 ਨੰਬਰ ਚੈਪਟਰ ਆ, ਉਜੀਆ ਦੀਆਂ ਜਿੱਤਾਂ ਅਤੇ ਉਹਦਾ ਕੋੜੀ ਹੋਣਾ। ਸੋ ਇਹਦੇ ਵਿੱਚ ਕੀ ਲਿਖਿਆ ਆ, ਇਹ ਜਦੋਂ ਤੁਸੀਂ ਪੂਰਾ ਚੈਪਟਰ ਇਸ ਆਪਣਾ ਸਤਸੰਗ ਨੂੰ ਖਤਮ ਹੋਣ ਦੇ ਬਾਅਦ ਵਿੱਚ ਤੁਸੀਂ ਜ਼ਰੂਰ ਪੜਿਓ, ਫਿਰ ਤੁਹਾਨੂੰ ਪੂਰੀ ਸਟੋਰੀ ਜਿਹੜੀ ਹੈ ਨਾ ਚੰਗੇ ਤਰੀਕੇ ਨਾਲ ਸਮਝ ਆ ਜਾਊਗੀ। ਕਿਉਂਕਿ ਆਪਾਂ ਜੇ ਪੂਰਾ ਚੈਪਟਰ ਪੜੂਗੇ ਤਾਂ ਫਿਰ ਉਹਦੇ ਲਈ ਬਹੁਤ ਟਾਈਮ ਚਾਹੀਦਾ ਆ। ਔਰ ਇਹ 'ਚ ਲਿਖਿਆ, ਉਹ ਜ਼ਕਰੀਆ ਦੇ ਦਿਨਾਂ ਵਿੱਚ ਜੋ ਪਰਮੇਸ਼ਵਰ ਦੀਆਂ ਦ੍ਰਿਸ਼ਟਾਂ ਵਿੱਚ ਗਿਆਤਾਵੰਦ ਸੀ, ਪਰਮੇਸ਼ਵਰ ਦਾ ਤਾਲਿਬ ਸੀ, ਅਤੇ ਜਦੋਂ ਤੀਕਰ ਉਹ ਯਹੋਵਾ ਦਾ ਤਾਲਿਬ ਰਿਹਾ, ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਸੋ ਇੱਥੇ ਇੱਕ ਰਾਜਾ ਆ ਜਿਹੜਾ ਉਜੀਆ ਰਾਜਾ ਆ, ਜਿਹੜਾ 16 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਆ ਉਹ ਰਾਜਾ ਬਣ ਗਿਆ ਸੀ। ਔਰ ਉਹ ਜਦੋਂ ਜ਼ਕਰੀਆ ਦਾ ਟਾਈਮ ਸੀਗਾ ਨਾ, ਉਸ ਵੇਲੇ ਵੀ ਉਹ ਜਿਹੜਾ ਸੀਗਾ ਰਾਜਾ, ਜਿਹੜਾ ਛੋਟੀ ਉਮਰ ਦਾ ਰਾਜਾ ਸੀਗਾ ਬਣਿਆ, ਉਹਦਾ ਜਿਹੜਾ ਮਨ ਸੀਗਾ ਨਾ ਉਹ ਪਰਮੇਸ਼ਵਰ ਦੇ ਵਿੱਚ ਬਹੁਤ ਸੀ, ਉਹਦਾ ਇੰਟਰਸਟ ਪਰਮੇਸ਼ਵਰ 'ਚ ਬਹੁਤ ਸੀ, ਉਹਦਾ ਲਗਾਵ ਪਰਮੇਸ਼ਵਰ ਦੇ ਨਾਲ ਬਹੁਤ ਸੀ, ਔਰ ਪਰਮੇਸ਼ਵਰ ਦੀਆਂ ਚੀਜ਼ਾਂ ਦਾ ਗਿਆਨ ਲੈਣ ਦੀ ਚਾਹਨਾ ਉਹਦੇ ਅੰਦਰ ਜਿਹੜੀ ਸੀ ਉਹ ਬਹੁਤ ਸੀ। ਔਰ ਵਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਪਰਮੇਸ਼ਵਰ ਦਾ ਤਾਲਿਬ ਸੀ, ਪਰਮੇਸ਼ਵਰ ਦਾ ਤਾਲਿਬ ਸੀ, ਭਾਵ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦਾ ਸੀ, ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਚੱਲਦਾ ਸੀ। ਅਤੇ ਜਦੋਂ ਤੱਕ ਉਹ ਯਹੋਵਾ ਦਾ ਤਾਲਿਬ ਰਿਹਾ, ਭਾਵ ਜਦੋਂ ਤੱਕ ਉਹ ਵਚਨ ਦੇ ਵਿੱਚ ਬਣਿਆ ਰਿਹਾ, ਜਦੋਂ ਤੱਕ ਪਰਮੇਸ਼ਵਰ ਦੇ ਨਾਲ ਉਹ ਪਿਆਰ 'ਚ ਬਣਿਆ ਰਿਹਾ, ਜਦੋਂ ਤੱਕ ਪਰਮੇਸ਼ਵਰ ਦੀ ਸਿੱਖਿਆ ਦੇ ਵਿੱਚ ਬਣਿਆ ਰਿਹਾ, ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਜਦੋਂ ਤੱਕ ਲਿਖਿਆ, ਜਦੋਂ ਤੱਕ ਉਹ ਉਹਦੇ ਵਿੱਚ ਬਣਿਆ ਰਿਹਾ, ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਹੁਣ ਕੀ ਚੀਜ਼ ਆਪਾਂ ਦੇਖਦੇ ਆ ਕਿ ਜਦੋਂ ਜਿੰਨੀ ਦੇਰ ਤੱਕ ਆਪਾਂ ਪ੍ਰਾਰਥਨਾ ਦੇ ਵਿੱਚ ਬਣੇ ਰਵਾਂਗੇ, ਜਿੰਨੀ ਦੇਰ ਤੱਕ ਆਪਾਂ ਪਰਮੇਸ਼ਵਰ ਜੀ ਵਿੱਚ ਬਣੇ ਰਵਾਂਗੇ, ਜਿੰਨੀ ਦੇਰ ਤੱਕ ਆਪਾਂ ਵਚਨ ਦੇ ਵਿੱਚ ਬਣੇ ਰਵਾਂਗੇ, ਉਨੀ ਦੇਰ ਤੱਕ ਆਪਾਂ ਸਫਲਤਾ ਦੇ ਵਿੱਚ ਬਣੇ ਰਵਾਂਗੇ। ਕਿਹੜੀ ਸਫਲਤਾ? ਉਹ ਸਫਲਤਾ ਜਿਹੜੀ ਸਾਨੂੰ ਵੈਰੀ ਨਹੀਂ ਮਿਲਣ ਦੇਣਾ ਚਾਹੁੰਦਾ। ਉਹ ਇੱਕ ਆਤਮਿਕ ਸਫਲਤਾ ਆ ਜਿਹੜੀ ਹਰ ਮਨੁੱਖ ਜਿਹੜਾ ਆ ਉਹ ਹਾਸਲ ਨਹੀਂ ਕਰ ਸਕਦਾ, ਜਿਹੜਾ ਹਰ ਮਨੁੱਖ ਜਿਹੜਾ ਆ ਉਸ ਸਫਲਤਾ ਦਾ ਆਨੰਦ ਜਿਹੜਾ ਆ ਉਹ ਨਹੀਂ ਲੈ ਸਕਦਾ। ਇਸ ਲਈ ਵਚਨ ਕੀ ਦੱਸਦਾ, ਕਹਿੰਦਾ ਜਿੰਨੀ ਦੇਰ ਤੱਕ ਜਿਹੜਾ ਉਜੀਆ ਸੀਗਾ ਉਹ ਪਰਮੇਸ਼ਵਰ ਦਾ ਤਾਲਿਬ ਰਿਹਾ, ਉਨੀ ਦੇਰ ਤੱਕ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਪਰ ਜਦੋਂ ਤੁਸੀਂ ਅੱਗੇ ਜਾ ਕੇ ਸਟੋਰੀ ਦੇ ਵਿੱਚ ਦੇਖੋਗੇ ਤਾਂ 16 ਨੰਬਰ ਵਰਸ ਦੇ ਵਿੱਚ ਕੀ ਲਿਖਿਆ, ਕਹਿੰਦਾ ਪਰ ਜਦੋਂ ਤਕੜਾ ਹੋ ਗਿਆ ਤਾਂ ਉਹਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ। ਸੋ ਜਦੋਂ ਤੁਸੀਂ ਪੂਰਾ ਚੈਪਟਰ ਪੜੋਗੇ ਤਾਂ ਦੇਖੋਗੇ ਕਿ ਜਦੋਂ ਪਰਮੇਸ਼ਵਰ ਦਾ ਤਾਲਿਬ ਸੀ, ਪਰਮੇਸ਼ਵਰ ਦੇ ਵਚਨ 'ਚ ਚੱਲਦਾ ਸੀ, ਪਰਮੇਸ਼ਵਰ ਨੇ ਬੜੀਆਂ ਜੰਗਾਂ ਦੇ ਵਿੱਚ ਉਹਨੂੰ ਫਤਿਹ ਬਖਸ਼ੀ, ਬਹੁਤ ਸਾਰੇ ਲੋਕ ਉਹਨੂੰ ਆਨਰ ਕਰਦੇ ਸੀ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹਨੇ ਫਤਿਹ ਪ੍ਰਾਪਤ ਕੀਤੀ। ਔਰ ਉਹਦਾ ਨਾਮ ਇਸ ਚੈਪਟਰ ਦੇ ਵਿੱਚ ਲਿਖਿਆ ਕਿ ਉਹਦਾ ਦੁਨੀਆ ਤੇ ਜਿਹੜਾ ਸੀ ਨਾ ਉਹ ਬੋਲਬਾਲਾ ਹੋ ਗਿਆ, ਦੁਨੀਆ ਉਹਦੇ ਨਾਮ ਨੂੰ ਜਾਣਨ ਲੱਗੀ। ਕਿਉਂ? ਕਿਉਂਕਿ ਉਹਨੇ ਪਰਮੇਸ਼ਵਰ ਨੂੰ ਜਾਣਿਆ, ਤਾਂ ਪਰਮੇਸ਼ਵਰ ਨੇ ਉਹਨੂੰ ਚਮਕਾਇਆ, ਪਰਮੇਸ਼ਵਰ ਨੇ ਉਹਨੂੰ ਦੂਜਿਆਂ ਦੇ ਉੱਤੇ ਜਿਹੜਾ ਆ ਨਾ ਉਹਦਾ ਬੋਲਬਾਲਾ ਜਿਹੜਾ ਆ ਪ੍ਰਗਟ ਕੀਤਾ। ਸੋ ਵਚਨ ਫਿਰ ਆਪਾਂ ਨੂੰ ਕੀ ਦੱਸਦਾ, ਜਦੋਂ ਉਹ ਤਕੜਾ ਹੋ ਗਿਆ, ਜਦੋਂ ਉਹਨੇ ਇੰਨੀਆਂ ਜਿੱਤਾਂ ਨੂੰ ਪ੍ਰਾਪਤ ਕਰ ਲਿਆ, ਜਦੋਂ ਸਾਰਾ ਕੁਝ ਉਹਦੇ ਕੋਲ ਆ ਗਿਆ, ਤਾਂ ਹੁਣ ਉਹ ਕੀ ਕਹਿੰਦਾ ਉਹਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ। ਹੁਣ ਅੱਜ ਕੱਲ੍ਹ ਜਦੋਂ ਆਪਾਂ ਦੇਖਦੇ ਕੀ ਹੁੰਦਾ, ਜਦੋਂ ਆਪਾਂ ਪਰਮੇਸ਼ਵਰ ਦੇ ਕੋਲ ਸ਼ੁਰੂ ਦੇ ਵਿੱਚ ਆਉਂਦੇ ਆ ਤੇ ਸਾਡਾ ਬੜਾ ਲਗਾਵ ਹੁੰਦਾ ਪਰਮੇਸ਼ਵਰ ਦੇ ਨਾਲ, ਪ੍ਰਾਰਥਨਾ ਕਰਨ ਨੂੰ, ਵਚਨ ਪੜ੍ਹਨ ਨੂੰ, ਸਾਰੀਆਂ ਚੀਜ਼ਾਂ ਕਰਨ ਨੂੰ। ਪਰ ਜਿੱਦਾਂ ਸਾਡੀਆਂ ਉਹ ਜ਼ਰੂਰਤਾਂ ਪੂਰੀਆਂ ਹੋਣ ਲੱਗ ਜਾਂਦੀਆਂ, ਫਿਰ ਸਾਡਾ ਲਗਾਵ ਜਿਹੜਾ ਹੈ ਨਾ ਉਹ ਮੱਠਾ ਹੋਣਾ ਸ਼ੁਰੂ ਹੋ ਜਾਂਦਾ।
ਫਿਰ ਅਸੀਂ ਕੀ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਇੰਨਾ ਕੁ ਜ਼ਿਆਦਾ ਰੁੱਝ ਜਾਂਦੇ ਕਿ ਅਸੀਂ ਪਰਮੇਸ਼ਵਰ ਨੂੰ ਭੁੱਲ ਜਾਂਦੇ ਆ। ਤਾਂ ਫਿਰ ਮੇਰਾ ਮਤਲਬ ਕਿ ਸਾਨੂੰ ਉਹ ਚੀਜ਼ਾਂ ਤਾਂ ਮਿਲਣੀਆਂ ਹੀ ਨਹੀਂ ਚਾਹੀਦੀਆਂ ਜਿਹੜੀਆਂ ਚੀਜ਼ਾਂ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਦੇਣ। ਇਸੇ ਤਰੀਕੇ ਦੇ ਨਾਲ ਜਦੋਂ ਉਜੀਆ ਰਾਜਾ ਜਿਹੜਾ ਸੀਗਾ ਉਹਨੂੰ ਸਾਰਾ ਕੁਝ ਮਿਲ ਗਿਆ, ਉਹ ਤਕੜਾ ਹੋ ਗਿਆ, ਦੁਨੀਆ ਤੇ ਬੋਲਬਾਲਾ ਹੋ ਗਿਆ, ਤਾਂ ਲਿਖਿਆ ਕਹਿੰਦਾ ਉਹ ਹੰਕਾਰਿਆ ਗਿਆ ਤੇ ਉਹ ਵਿਗੜ ਗਿਆ ਅਤੇ ਯਹੋਵਾ ਆਪਣੇ ਪਰਮੇਸ਼ਵਰ ਤੋਂ ਬੇਮੁਖ ਹੋ ਗਿਆ। ਫਿਰ ਉਹ ਪਰਮੇਸ਼ਵਰ ਤੋਂ ਵੀ ਬੇਮੁਖ ਹੋ ਗਿਆ। ਆਪਾਂ ਅਯੂਬ 21 ਦੇ ਵਿੱਚ ਜਿਹੜਾ ਆ ਉਹ ਕੀ ਦੇਖਿਆ, ਉਹ ਕਹਿੰਦੇ ਕਿ ਅਸੀਂ ਇਹਨਾਂ ਰਾਹਾਂ ਤੇ ਨਹੀਂ ਚੱਲਣਾ, ਪਰਮੇਸ਼ਵਰ ਦਾ ਰਾਹ ਸਾਤੋਂ ਦੂਰ ਕਰੋ ਔਰ ਅਸੀਂ ਪਰਮੇਸ਼ਵਰ ਦੇ ਵਚਨ ਬਾਰੇ ਨਹੀਂ ਸਿੱਖਣਾ। ਸੋ ਜਦੋਂ ਕੋਈ ਹੰਕਾਰਿਆ ਜਾਂਦਾ ਆ ਉਹ ਸਿੱਖਿਆ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ, ਉਹਨੂੰ ਲੱਗਦਾ ਕਿ ਮੇਰੀ ਬੁੱਧ ਜਿਹੜੀ ਆ ਨਾ ਉਹ ਬਹੁਤ ਉੱਤਮ ਆ। ਔਰ ਇਸ ਥਾਂ ਤੇ ਇਸ ਰਾਜੇ ਨਾਲ ਇਦਾਂ ਹੀ ਹੋਇਆ ਕਿ ਉਹ ਹੰਕਾਰਿਆ ਗਿਆ, ਉਹ ਵਿਗੜ ਗਿਆ ਔਰ ਪਰਮੇਸ਼ਵਰ ਦੀ ਸਿੱਖਿਆ ਤੋਂ ਬੇਮੁਖ ਹੋ ਗਿਆ ਅਤੇ ਯਹੋਵਾ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਦਿਖਾਉਣ ਲੱਗਾ। ਹੁਣ ਉਹਨੂੰ ਇਹ ਵੀ ਭੁੱਲ ਗਿਆ ਕਿ ਜਿਹੜਾ ਪਰਮੇਸ਼ਵਰ ਦੀ ਹੈਕਲ ਦੇ ਵਿੱਚ ਜਾ ਕੇ ਧੂਪ ਦਿਖਾਉਣ ਦਾ ਕੰਮ ਆ ਉਹ ਕਿਹਦਾ ਆ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਹੈਕਲ ਦੇ ਵਿੱਚ ਜਾ ਕੇ ਧੂਪ ਦਿਖਾਈ ਜਾਂਦੀ ਸੀਗੀ, ਜਿਹੜੀ ਕਿ ਨਿਊ ਟੈਸਟਾਮੈਂਟ ਦੇ ਵਿੱਚ ਆਣ ਕੇ ਜਿਹੜੀ ਆ ਉਹ ਖਤਮ ਹੋ ਗਈ। ਇਸ ਵੇਲੇ ਸਾਡੀਆਂ ਪ੍ਰਾਰਥਨਾਵਾਂ ਹੀ ਜਿਹੜੀ ਆ ਉਹ ਧੂਪ ਆ ਪਰਮੇਸ਼ਵਰ ਦੀ ਅੱਗੇ। ਉਹ ਕੀ ਕਹਿੰਦਾ, ਜਿਹੜਾ ਆਪਾਂ ਭਜਨ ਗਾਉਂਦੇ ਹੁੰਦੇ ਆ, ਯਹੋਵਾ ਮੈਂ ਪੁਕਾਰਦਾ ਹਾਂ ਮੇਰੇ ਵੱਲ ਤੂੰ ਛੇਤੀ ਆ, ਤੇ ਉੱਚ ਕੀ ਲਿਖਿਆ, ਕਹਿੰਦਾ ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ ਪਹੁੰਚੇ ਵਾਂਗ ਬਖੂਰ ਦੇ ਜਾ। ਬਖੂਰ ਕੀ ਆ? ਬਖੂਰ ਦਾ ਮਤਲਬ ਆ ਧੂਪ, ਬਖੂਰ ਦਾ ਮਤਲਬ ਆ ਚੰਗੀ ਸੁਗੰਧ ਦੇ ਨਿਆਈ। ਸੋ ਇਸ ਵੇਲੇ ਸਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਆ ਉਹ ਧੂਪ ਦਾ ਕੰਮ ਕਰਦੀਆਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਤੇ ਤੁਸੀਂ ਹੁਣ ਆਪ ਹੀ ਸੋਚੋ ਕਿ ਜਦੋਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰਾਰਥਨਾ ਕਰਨੀ ਆ ਤੇ ਕਿੱਦਾਂ ਦੀ ਸਮੈਲ ਜਿਹੜੀ ਆ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਸਾਡੀ ਪ੍ਰਾਰਥਨਾ ਦੀ। ਕਿ ਜੇ ਤੁਸੀਂ ਮੰਗਦੇ ਹੀ ਰਹੋਗੇ ਤੇ ਫਿਰ ਉਹ ਧੂਪ ਥੋੜੀ ਰਹੂਗੀ, ਫਿਰ ਤੇ ਉਹ ਮੇਰੇ ਖਿਆਲ ਕਛੂਆ ਛਾਪ ਜਿਹੜਾ ਆਪਾਂ ਦਿਖਾਉਂਦੇ ਹੁੰਦੇ ਮੱਛਰ ਮਾਰਨ ਨੂੰ, ਉਹਦੀ ਇੰਨੀ ਸਟਰੋਂਗ ਸਮੈਲ ਹੁੰਦੀ, ਉਹਦੇ ਨਾਲੋਂ ਵੀ ਜਿਹੜੀ ਆ ਭੈੜੀ ਸਮੈਲ ਹੋਊਗੀ ਜੇ ਅਸੀਂ ਓਨਲੀ ਡਿਮਾਂਡਸ ਕਰਦੇ ਰਹੀਏ। ਪਰ ਜੇ ਅਸੀਂ ਪ੍ਰੇਜ਼ ਐਂਡ ਵਰਸ਼ਿਪ ਕਰੀਏ, ਧੰਨਵਾਦ ਕਰੀਏ, ਥੈਂਕਸ ਗਿਵਿੰਗ ਦੀ ਪ੍ਰਾਰਥਨਾ ਕਰੀਏ, ਤਾਂ ਸਾਡੀ ਜਿਹੜੀ ਪ੍ਰਾਰਥਨਾ ਆ ਨਾ ਉਹ ਬਖੂਰ ਦੀ ਨਿਆਈ, ਧੂਪ ਦੀ ਨਿਆਈ ਜਿਹੜੀ ਆ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚੇਗੀ। ਇਸ ਥਾਂ ਤੇ ਉਜੀਆ ਜਿਹੜਾ ਆ ਉਹ ਭੁੱਲ ਗਿਆ ਕਿ ਇਹ ਕੰਮ ਕਿਹਦਾ ਆ, ਕਿਉਂਕਿ ਓਲਡ ਟੈਸਟਾਮੈਂਟ ਵਿੱਚ ਸਾਨੂੰ ਦੱਸਿਆ ਜਾਂਦਾ ਆ ਕਿ ਇੱਕ ਸਪੈਸ਼ਲ ਕੈਟਾਗਰੀ ਦੇ ਲੋਕ ਜਿਹੜੇ ਆ ਪਰਮੇਸ਼ਵਰ ਦੇ ਵੱਲੋਂ ਮਸਾ ਕਰਕੇ ਠਹਿਰਾਏ ਜਾਂਦੇ ਸੀ, ਜਿਹੜੇ ਪਰਮੇਸ਼ਵਰ ਦੀ ਹੈਕਲ ਦੇ ਅੰਦਰ ਜਾਂਦੇ ਸੀ ਔਰ ਪਰਮੇਸ਼ਵਰ ਦੀ ਹੈਕਲ ਦੇ ਅੰਦਰ ਜਾ ਕੇ ਧੂਪ ਦਿਖਾਉਣਾ ਜਾਂ ਹੋਰ ਜਿਹੜੀਆਂ ਵਿਵਸਥਾ ਕਰਨੀਆਂ ਸੀ ਉਹ ਉਹਨਾਂ ਦਾ ਜਿਹੜਾ ਸੀ ਫਰਜ਼ ਹੁੰਦਾ ਸੀ, ਬਲੀਆਂ ਦੇਣਾ ਉਹਨਾਂ ਦਾ ਫਰਜ਼ ਹੁੰਦਾ ਸੀ। ਹਰ ਕੋਈ ਮਨੁੱਖ ਜਿਹੜਾ ਉਹ ਨਹੀਂ ਕਰ ਸਕਦਾ ਸੀ, ਭਾਵੇਂ ਉਹ ਰਾਜਾ ਹੀ ਕਿਉਂ ਨਾ ਹੋਵੇ, ਪਰ ਉਹਨੂੰ ਉਹ ਜਾਜਕਾਂ ਦੇ ਰਾਹੀਂ ਕਰਨਾ ਪੈਂਦਾ ਸੀਗਾ। ਪਰ ਇਹ ਇੰਨਾ ਹੰਕਾਰਿਆ ਗਿਆ ਕਿ ਇਹ ਆਪੇ ਹੀ ਹੈਕਲ ਦੇ ਵਿੱਚ ਜਾ ਕੇ ਉਹ ਕੰਮ ਵੀ ਕਰਨ ਲੱਗ ਗਿਆ। ਇਹਨੂੰ ਲੱਗਾ ਕਿ ਬਸ ਜੀ ਹੁਣ ਮੈਂ ਸਭ ਕੁਛ ਆ ਤੇ ਮੈਂ ਸਭ ਕੁਛ ਕਰ ਸਕਦਾ। ਤੇ ਇੱਕ ਝੁੰਡ ਜਿਹੜਾ ਆ, ਜਦੋਂ ਆਪਾਂ ਅੱਗੇ ਦੇਖਦੇ ਆ ਤੇ ਉਹ ਇੱਥੇ ਲਿਖਿਆ ਆ ਕਿ ਉਹ ਜਿਹੜੇ ਸੀਗੇ ਜਾਜਕ, ਉਹ ਕੁਛ ਜਾਜਕ ਇਕੱਠੇ ਹੋ ਕੇ ਜਦੋਂ ਆਏ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਜਿਹੜਾ ਆ ਧੂਪ ਜਿਹੜਾ ਆ ਜਗਵੇਦੀ ਦੇ ਕੋਲ ਜਿਹੜਾ ਕਰ ਰਿਹਾ ਆ, ਤਾਂ ਉਹਨਾਂ ਨੇ ਇਹਨੂੰ ਕਿਹਾ ਵੀ ਤੈਨੂੰ ਜਿਹੜਾ ਆ ਡਰ ਆਉਣਾ ਚਾਹੀਦਾ ਪਰਮੇਸ਼ਵਰ ਤੋਂ, ਇਹ ਕੰਮ ਤੇਰਾ ਨਹੀਂ ਆ, ਇਹ ਤੈਨੂੰ ਨਹੀਂ ਕਰਨਾ ਚਾਹੀਦਾ, ਇਹ ਕੰਮ ਸਾਡਾ ਆ। ਪਰ ਉਹ ਆਖੇ ਨਹੀਂ ਲੱਗਾ, ਉਹਨੇ ਫਿਰ ਵੀ ਕੀਤਾ। ਔਰ ਵਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਉੱਥੇ ਹੀ ਜਗਵੇਦੀ ਦੇ ਕੋਲ ਹੀ ਉਹਦੇ ਮੱਥੇ ਦੇ ਉੱਤੇ ਕੋੜ ਦਾ ਫੋੜਾ ਨਿਕਲ ਆਇਆ। ਸੋ ਉਹਦੇ ਮੱਥੇ ਤੇ ਕੋੜ ਨਿਕਲ ਆਇਆ। ਉਹ ਜਿਹੜੇ ਜਾਜਕ ਸੀ ਉਹ ਪਹਿਲਾਂ ਹੀ ਕਹਿ ਰਹੇ ਸੀ ਤੂੰ ਇਸ ਹੈਕਲ ਚੋਂ ਨਿਕਲ ਜਾ, ਇਹ ਕੰਮ ਤੇਰਾ ਨਹੀਂ ਆ। ਪਰ ਉਹ ਇੰਨਾ ਹੰਕਾਰਿਆ ਗਿਆ, ਕਹਿੰਦਾ ਨਹੀਂ ਮੈਂ ਨਹੀਂ ਨਿਕਲਣਾ, ਮੈਂ ਧੂਪ ਦਿਖਾਉਣੀ ਆ। ਔਰ ਜਦੋਂ ਉਹ ਉੱਥੇ ਹੀ ਸੀਗਾ, ਜਗਵੇਦੀ ਦੇ ਕੋਲ ਹੀ ਖੜਾ ਸੀਗਾ, ਤਾਂ ਪਰਮੇਸ਼ਵਰ ਦਾ ਕ੍ਰੋਧ, ਉਹ ਪਰਮੇਸ਼ਵਰ ਜਿਹੜਾ ਉਹਨੂੰ ਜੰਗ ਦੇ ਵਿੱਚ ਫਤਿਹ ਦਿੰਦਾ ਸੀ, ਉਹ ਪਰਮੇਸ਼ਵਰ ਜਿਹੜਾ ਉਹਦੀ ਹਰ ਜ਼ਰੂਰਤ ਨੂੰ ਪੂਰੀਆਂ ਕਰਦਾ ਸੀ, ਉਹ ਪਰਮੇਸ਼ਵਰ ਜਿਹਨੇ ਉਹ ਦੀਨ ਦੁਨੀਆ ਦੇ ਵਿੱਚ ਉਹਦਾ ਬੋਲਬਾਲਾ ਕੀਤਾ, ਉਸੇ ਹੀ ਪਰਮੇਸ਼ਵਰ ਨੇ ਆਪਣੀ ਹਜ਼ੂਰੀ ਵਿੱਚ ਖੜੇ ਉਸੇ ਹੀ ਬੰਦੇ ਦੇ ਉੱਤੇ ਕੋੜ ਭੇਜ ਦਿੱਤਾ। ਔਰ ਵਚਨ ਦੇ ਵਿੱਚ ਲਿਖਿਆ ਕਿ ਆਪਣੀ ਸਾਰੀ ਜ਼ਿੰਦਗੀ ਉਹ ਕੋੜ ਦੇ ਵਿੱਚ ਕੋੜੀ ਹੋ ਕੇ ਰਿਹਾ ਔਰ ਫਿਰ ਉਹ ਕੋੜ ਦੇ ਨਾਲ ਹੀ ਮਰਿਆ ਔਰ ਉਹਦੇ ਪੁੱਤਰ ਨੇ ਗਾਂ ਜਿਹੜਾ ਆ ਉਹ ਰਾਜ ਕੀਤਾ। ਸੋ ਵਚਨ 'ਚ ਸਾਨੂੰ ਇਹ ਚੀਜ਼ ਸਮਝ ਆਉਂਦੀ, ਆਪਾਂ ਪਹਿਲਾਂ ਕੀ ਦੇਖਿਆ, ਕਹਿੰਦਾ ਜਦ ਤੀਕਰ ਉਹ ਪਰਮੇਸ਼ਵਰ ਦਾ ਤਾਲਿਬ ਰਿਹਾ ਉਦੋਂ ਤੱਕ ਯਹੋਵਾ ਨੇ ਉਹਨੂੰ ਸਫਲਤਾ ਦਿੱਤੀ। ਸੋ ਜਦੋਂ ਤੱਕ ਅਸੀਂ ਪਰਮੇਸ਼ਵਰ ਦੇ ਤਾਲਿਬ ਰਵਾਂਗੇ, ਜਦੋਂ ਤੱਕ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਰਵਾਂਗੇ, ਜਦੋਂ ਤੱਕ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਔਰ ਪ੍ਰਾਰਥਨਾ ਦੇ ਵਿੱਚ ਬਣੇ ਰਵਾਂਗੇ, ਪਰਮੇਸ਼ਵਰ ਜੀ ਸਾਨੂੰ ਸਫਲਤਾ ਦੇਣਗੇ। ਪਰ ਜਦੋਂ ਅਸੀਂ ਘਮੰਡ ਦੇ ਵਿੱਚ ਆਵਾਂਗੇ, ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਤੋਂ ਜਿਹੜਾ ਆ ਪਾਸੇ ਨੂੰ ਜਾਵਾਂਗੇ, ਜਦੋਂ ਅਸੀਂ ਹੰਕਾਰੇ ਜਾਵਾਂਗੇ, ਜਾਂ ਜਦੋਂ ਅਸੀਂ ਕਵਾਂਗੇ ਨਾ ਮੈਂ ਸਭ ਕੁਝ ਕਰਨ ਵਾਲਾ ਆ, ਤਾਂ ਚੇਤਾ ਰੱਖੋ ਉਹ ਆਪਣੀ ਹਜ਼ੂਰੀ ਦੇ ਵਿੱਚ ਖੜੇ ਨੂੰ ਹੀ ਜਿਹੜਾ ਆ ਨਾ ਉਹ ਕੁਛ ਵੀ ਨਾਸ ਕਰਨ ਵਾਲੀ ਜਿਹੜੀ ਆ ਨਾ ਅੱਗ ਭੇਜ ਕੇ, ਬਿਮਾਰੀ ਭੇਜ ਕੇ, ਕਿਸੇ ਵੀ ਤਰੀਕੇ ਦੇ ਨਾਲ ਉਹ ਸਾਨੂੰ, ਜਿਹੜਾ ਪਰਮੇਸ਼ਵਰ ਸਾਨੂੰ ਉਚਾਈ ਤੇ ਚੱਕਣ ਦੀ ਤਾਕਤ ਰੱਖਦਾ, ਉਹ ਉਚਾਈ ਤੋਂ ਪੁੰਜੇ ਸਿੱਟਣ ਦੀ ਤਾਕਤ ਵੀ ਰੱਖਦਾ ਆ। ਇਸ ਲਈ ਡਰੋ। ਕੀ ਕਹਿੰਦਾ ਉਹਦੇ ਘਰ ਵਿੱਚ
ਹੁਸ਼ਿਆਰੀ ਤੇ ਚੌਕਸੀ ਦੇ ਨਾਲ ਪੈਰ ਰੱਖੋ। ਫਿਰ ਕੀ ਕਹਿੰਦਾ, ਉਹਦੀ ਹਜ਼ੂਰੀ 'ਚ ਡਰਦੇ ਤੇ ਕੰਬਦੇ ਹੋਏ ਜਿਹੜਾ ਆ ਖੁਸ਼ੀ ਤੇ ਆਨੰਦ ਕਰੋ। ਸੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸਾਨੂੰ ਬਹੁਤ ਚੌਕਸ ਰਹਿਣ ਦੀ ਜ਼ਰੂਰਤ ਹੈ। ਇਹ ਨਾ ਸੋਚੋ ਕਿ ਹੁਣ ਪ੍ਰਭੂ ਯਿਸੂ ਮਸੀਹ ਜੀ ਸਲੀਬ ਦੇ ਉੱਤੇ ਜਿਹੜੇ ਆ ਉਹ ਕੁਰਬਾਨ ਹੋ ਗਏ ਤਾਂ ਹੁਣ ਸਾਡੇ ਲਈ ਹੈਕਲ ਦਾ ਪਰਦਾ ਫਟ ਗਿਆ ਤੇ ਅਸੀਂ ਪਰਮੇਸ਼ਵਰ ਦੇ ਅੱਗੇ ਜਾ ਸਕਦੇ ਹਾਂ, ਤਾਂ ਮਤਲਬ ਅਸੀਂ ਕੁਝ ਵੀ ਕਰ ਸਕਦੇ ਹਾਂ। ਨੋ, ਅਸੀਂ ਉਹ ਸਭ ਕੁਝ ਕਰ ਸਕਦੇ ਹਾਂ ਜਿਹੜਾ ਪਰਮੇਸ਼ਵਰ ਦੇ ਜ਼ੋਰ ਦੇ ਨਾਲ ਕੀਤਾ ਜਾ ਸਕਦਾ ਹੈ, ਪਰ ਆਪਣੇ ਜ਼ੋਰ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਜਿਹੜਾ ਪਰਮੇਸ਼ਵਰ ਨੂੰ ਪਸੰਦ ਨਾ ਆਵੇ। ਇੱਕ ਲਾਸਟ ਵਰਸ ਪੜਾਂਗੇ, ਦੈਨ ਆਪਾਂ ਇਸ ਸਤਸੰਗ ਨੂੰ ਜਿਹੜਾ ਆ ਓਵਰ ਕਰਾਂਗੇ। ਆਓ ਆਪਾਂ ਦੇਖਦੇ ਹਾਂ 1 ਕੁਰਿੰਥੀਆਂ ਉਹਦਾ 9 ਨੰਬਰ ਚੈਪਟਰ ਤੇ ਉਹਦੀ 27 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ। 1 ਕੁਰਿੰਥੀਅਨਸ ਉਹਦਾ 9ਵਾਂ ਚੈਪਟਰ ਤੇ ਉਹਦੀ 27 ਨੰਬਰ ਪੰਕਤੀ ਦੇ ਵਿੱਚ ਇਹ ਲਾਸਟ ਵਰਸ ਆਪਾਂ ਪੜਾਂਗੇ, ਕਾਫੀ ਟਾਈਮ ਹੋ ਰਿਹਾ ਆ। ਸੋ ਇੱਥੇ ਕੀ ਲਿਖਿਆ, ਕਹਿੰਦਾ ਸਗੋਂ ਆਪਣੇ ਸਰੀਰ ਨੂੰ, ਸੋ 26 ਨੰਬਰ ਤੋਂ ਆਪਾਂ ਪੜ੍ਹਦੇ ਹਾਂ, ਕਹਿੰਦਾ ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥੋਹਾ ਨਹੀਂ, ਮੈਂ ਇਉਂ ਹੂਰੀ ਲੜਦਾ ਹਾਂ ਪਰ ਉਸ ਵਾਂਗ ਨਹੀਂ ਜੋ ਪਾਉਣ ਨੂੰ ਮਾਰਦਾ ਹੈ, ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ, ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਸੋ ਇੱਥੇ ਪਰਮੇਸ਼ਵਰ ਦਾ ਦਾਸ ਕੀ ਗੱਲ ਕਰਦਾ ਆ, ਕਹਿੰਦਾ ਮੈਂ ਏਦਾਂ ਦੌੜਦਾ ਆ ਕਿ ਆਪਣੀ ਜਿਹੜੀ ਦੌੜ ਆ ਨਾ ਉਹ ਕਮਲਿਆਂ ਵਾਂਗ ਪੂਰੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਬੇਥਾਹਾ ਹੀ ਨਹੀਂ ਕਹਿੰਦਾ ਮੈਂ ਦੌੜੀ ਜਾਂਦਾ ਬਿਨ ਮਤਲਬ ਦੇ ਕਿ ਮੈਨੂੰ ਕੋਈ ਡਾਇਰੈਕਸ਼ਨ ਨਹੀਂ ਪਤਾ। ਮੈਂ ਏਦਾਂ ਦੌੜਦਾ ਆ ਜਿਹੜੀ ਸਹੀ ਡਾਇਰੈਕਸ਼ਨ ਨੂੰ ਜਾਵੇ। ਫਿਰ ਉਹ ਕੀ ਕਹਿੰਦਾ ਆ, ਕਹਿੰਦਾ ਮੈਂ ਇਉਂ ਹੂਰੀ ਲੜਦਾ ਪਰ ਉਸ ਵਾਂਗ ਨਹੀਂ ਜੋ ਪਾਉਣ ਨੂੰ ਮਾਰਦਾ। ਕਹਿੰਦਾ ਮੈਂ ਇੱਕ ਲੜਾਈ ਲੜਦਾ ਆ ਪਰ ਮੈਂ ਏਦਾਂ ਨਹੀਂ ਲੜਾਈ ਲੜਦਾ ਵੀ ਮੈਂ ਹਵਾ 'ਚ ਹੀ ਘਸੁੰਨ ਮਾਰੀ ਜਾਂਦਾ ਆ ਵੀ ਬਸ ਹਾਂਜੀ ਮੈਂ ਲੜ ਰਿਹਾ ਆ ਔਰ ਮੋਹਰੇ ਕੋਈ ਨਹੀਂ ਹੈਗਾ ਜਿਹਦੇ ਨਾਲ ਮੈਂ ਲੜ ਰਿਹਾ, ਜਾਂ ਮੈਨੂੰ ਪਤਾ ਨਹੀਂ ਮੈਂ ਕਿਹਦੇ ਨਾਲ ਲੜ ਰਿਹਾ। ਸੋ ਕਹਿੰਦਾ ਮੈਨੂੰ ਪਤਾ ਆ ਮੈਂ ਦੌੜ ਰਿਹਾ ਔਰ ਕਿਸ ਰਸਤੇ ਤੇ ਦੌੜ ਰਿਹਾ, ਮੈਨੂੰ ਪਤਾ ਆ ਮੈਂ ਲੜਾਈ ਲੜ ਰਿਹਾ ਔਰ ਕਿਹਦੇ ਨਾਲ ਲੜ ਰਿਹਾ। ਫਿਰ ਅੱਗੇ ਜਾ ਕੇ ਕੀ ਕਹਿੰਦਾ ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਤੇ ਉਹਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ। ਕੀ ਮਤਲਬ ਹੈ ਮਾਰਦਾ ਕੁੱਟਦਾ ਤੇ ਵੱਸ ਵਿੱਚ ਲਿਆਉਂਦਾ? ਜਿਹੜੀ ਮੇਰੀ ਬੋਡੀ ਆ ਕਹਿੰਦਾ ਉਹਨੂੰ ਮੈਂ ਆਪਣੇ ਵੱਸ ਵਿੱਚ ਰੱਖਣ ਦੇ ਲਈ, ਮਾਰਦਾ ਕੁੱਟਦਾ ਮਤਲਬ ਮੈਂ ਉਹਦੀਆਂ ਕਾਮਨਾਵਾਂ ਨੂੰ ਜਿਹੜਾ ਆ ਉਹ ਕੰਟਰੋਲ 'ਚ ਕਰਦਾ ਆ। ਕਈ ਵਾਰੀ ਮਨ ਕਹਿੰਦਾ ਨਹੀਂ ਉੱਠ ਜਾ, ਪ੍ਰਾਰਥਨਾ ਨਾ ਕਰ, ਗੈਸਟ ਆ ਗਏ ਉਹਨਾਂ ਨੂੰ ਮਿਲ ਲਾ, ਪਹਿਲਾਂ ਪ੍ਰਾਰਥਨਾ ਦਾ ਕੀ ਆ ਤੇ ਤੂੰ ਰਾਤ ਨੂੰ ਵੀ ਕਰ ਲੂੰਗਾ, ਪਰ ਉਸ ਵੇਲੇ ਤੁਹਾਡੀ ਲਿਵ ਲੱਗੀ ਯਾਰ, ਤੁਹਾਨੂੰ ਕਿਸੇ ਨੇ ਆਵਾਜ਼ ਮਾਰੀ ਤੁਸੀਂ ਉੱਠ ਕੇ ਚਲੇ ਗਏ, ਜਾਂ ਹੋਰਾਂ ਚੀਜ਼ਾਂ ਦੇ ਲਈ ਮਨ ਜਿਹੜਾ ਆ ਇੱਕ ਬੇਲਗਾਮ ਘੋੜਾ ਯਾਰ ਦੌੜਦਾ ਰਹਿੰਦਾ ਕਿ ਕਈ ਤਰ੍ਹਾਂ ਦੀਆਂ ਇਹਦੀਆਂ ਜਿਹੜੀਆਂ ਤ੍ਰਿਸ਼ਨਾ ਆ ਉਹ ਹੁੰਦੀਆਂ ਆ। ਤਾਂ ਉਹ ਕਹਿੰਦਾ ਕਿ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਆ, ਭਾਵ ਮੈਂ ਆਪਣੀਆਂ ਕਾਮਨਾਵਾਂ ਨੂੰ ਜਿਹੜਾ ਆ ਉਹ ਰੋਕਦਾ ਆ, ਆਪਣੀਆਂ ਐਕਸਪੈਕਟੇਸ਼ਨਸ ਨੂੰ, ਆਪਣੀਆਂ ਵਾਸਨਾ ਨੂੰ, ਆਪਣੀਆਂ ਇੱਛਾਵਾਂ ਨੂੰ ਜਿਹੜਾ ਆ ਉਹ ਮੈਂ ਕੰਟਰੋਲ ਵਿੱਚ ਰੱਖਦਾ ਆ। ਕਿਉਂ ਕੰਟਰੋਲ ਦੇ ਵਿੱਚ ਰੱਖਦਾ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ? ਕਹਿੰਦਾ ਉਹਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ, ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਕਹਿੰਦਾ ਇਹ ਨਾ ਹੋਵੇ ਦੂਜਿਆਂ ਨੂੰ ਮੈਂ ਸਿਖਾਈ ਜਾਵਾਂ ਬਈ ਤੁਸੀਂ ਪ੍ਰਾਰਥਨਾ ਕਰਕੇ ਇੱਕ ਉੱਚੇ ਲੈਵਲ ਤੇ ਜਾਓ, ਦੂਜਿਆਂ ਨੂੰ ਮੈਂ ਸਿਖਾਈ ਜਾਵਾਂ ਬਈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਵੱਡੇ ਕੰਮ ਹੁੰਦੇ ਆ, ਔਰ ਮੈਂ ਆਪ ਆਪਣੇ ਹੀ ਸਰੀਰ ਦੀਆਂ ਕਾਮਨਾਵਾਂ ਦੇ ਪਿੱਛੇ ਲੱਗ ਕੇ ਤੇ ਆਪ ਮੈਂ ਜਿਹੜਾ ਉਹ ਨਰਕ ਦੇ ਵਿੱਚ ਜਾ ਪਵਾਂ। ਸੋ ਕਈ ਵਾਰੀ ਕੀ ਆ, ਸਾਡੀਆਂ ਪ੍ਰਾਰਥਨਾਵਾਂ ਦੇ ਨਾਲ ਰੋਗੀ ਚੰਗੇ ਹੋ ਸਕਦੇ ਆ, ਔਰ ਰੋਗੀਆਂ ਦਾ ਚੰਗਾ ਹੋਣਾ ਹੀ ਸਾਡੇ ਲਈ ਇੱਕ ਘਮੰਡ ਦਾ ਕਾਰਨ ਬਣ ਸਕਦਾ, ਔਰ ਉਹ ਘਮੰਡ ਹੀ ਸਾਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਬਾਹਰ ਸਿੱਟ ਸਕਦਾ ਆ। ਇਸੇ ਤਰੀਕੇ ਦੇ ਨਾਲ ਕਈ ਵਾਰੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਾਂ ਪਰਮੇਸ਼ਵਰ ਦੇ ਵਰਦਾਨ ਜਿਹੜੇ ਆ ਉਹ ਪਾ ਕੇ ਇਨਸਾਨ ਘਮੰਡੀ ਹੋ ਜਾਂਦਾ ਆ। ਇਸ ਲਈ ਕਦੀ ਵੀ ਪਰਮੇਸ਼ਵਰ ਦੀ ਦਿੱਤੀ ਕਿਸੇ ਵੀ ਬਰਕਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਘਮੰਡੀ ਨਾ ਹੋਵੋ, ਹੰਕਾਰੀ ਨਾ ਹੋਵੋ, ਪਰ ਆਪਣੀਆਂ ਕਾਮਨਾਵਾਂ ਨੂੰ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕਰੋ, ਆਪਣੀਆਂ ਇੱਛਾਵਾਂ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰੋ, ਔਰ ਹਰ ਮੁਮਕਿਨ ਕੋਸ਼ਿਸ਼ ਕਰੋ। ਕਿਉਂਕਿ ਵਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਬਹੁਤੇ ਕਹਿਣਗੇ ਵੀ ਮੈਂ ਤੇਰਾ ਨਾਮ ਲੈ ਕੇ ਰੋਗੀਆਂ ਨੂੰ ਚੰਗੇ ਕੀਤਾ, ਬਹੁਤੇ ਕਹਿਣਗੇ ਅਸੀਂ ਤਾਂ ਮੁਰਦਿਆਂ ਨੂੰ ਵੀ ਜਗਾਇਆ, ਅਸੀਂ ਤਾਂ ਭੂਤਾਂ ਨੂੰ ਕੱਢਿਆ, ਪਰ ਉਹ ਕੀ ਕਹਿੰਦਾ, ਮੈਂ ਕਹਿ ਦੂੰਗਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਇਸੇ ਲਈ ਪਰਮੇਸ਼ਵਰ ਦਾ ਦਾਸ ਇੱਥੇ ਕੀ ਕਹਿੰਦਾ ਮੈਂ ਆਪਣੇ ਬੋਡੀ ਨੂੰ, ਆਪਣੇ ਸਰੀਰ ਨੂੰ ਕੁੱਟਦਾ ਆ, ਮਾਰਦਾ ਆ, ਆਪਣੇ ਵੱਸ ਵਿੱਚ ਲਿਆਉਂਦਾ ਆ, ਬਈ ਇਹ ਨਾ ਹੋਵੇ ਕਿ ਮੈਂ ਦੂਜਿਆਂ ਨੂੰ ਉਪਦੇਸ਼ ਦੇਈ ਜਾਵਾਂ ਤੇ ਆਪ ਮੈਂ ਜਿਹੜਾ ਆ ਉਹ ਅਪਰਵਾਨ ਹੋ ਜਾ। ਇਸ ਲਈ ਆਪਾਂ ਵੀ ਅਪਰਵਾਨ ਨਹੀਂ ਹੋਣਾ, ਪਰ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਵਾਨ ਠਹਿਰ ਸਕੀਏ। ਇਸ ਲਈ ਸਾਨੂੰ ਪ੍ਰਾਰਥਨਾ ਦੇ ਵਿੱਚ ਜਿਹੜਾ ਆ ਬਣੇ ਰਹਿਣ ਦੀ ਜ਼ਰੂਰਤ ਆ, ਅੜੇ ਰਹਿਣ ਦੀ ਜ਼ਰੂਰਤ ਆ, ਖੜੇ ਰਹਿਣ ਦੀ ਜ਼ਰੂਰਤ ਆ। ਔਰ ਪ੍ਰਾਰਥਨਾ ਸਾਡਾ ਇੱਕ ਜ਼ਬਰਦਸਤ ਹਥਿਆਰ ਆ ਜਿਹੜਾ ਵੈਰੀ ਦੇ ਹਥਿਆਰਾਂ ਨੂੰ ਖੁੰਡਿਆਂ ਤੇ ਨਿਕੰਮਿਆਂ ਕਰਦਾ ਆ। ਪ੍ਰਾਰਥਨਾ ਉਹ ਹਥਿਆਰ ਆ ਜਿਹੜਾ ਸਾਨੂੰ ਇਹ ਜਿਹੜਾ ਸਾਡਾ ਬੈਟਲਫੀਲਡ ਆ ਨਾ, ਜਿਹੜਾ ਸੁਪਰਨੈਚੁਰਲ ਬੈਟਲਫੀਲਡ ਆ, ਇੱਕ ਅਲੌਕਿਕ ਆਤਮਿਕ ਯੁੱਧ ਦਾ ਮੈਦਾਨ ਆ, ਇਹਦੇ ਵਿੱਚ ਸਾਨੂੰ ਇਹੀ ਹਥਿਆਰ ਜਿਹੜਾ ਆ ਉਹ ਫਤਿਹਮੰਦ ਕਰਦਾ। ਔਰ ਜਦੋਂ ਪ੍ਰਾਰਥਨਾ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਬੋਲ ਕੇ ਪ੍ਰਾਰਥਨਾ ਕਰਦੇ ਆ ਤੇ ਇਹ ਹੁੰਦਾ ਜਿੱਦਾਂ ਇੱਕ ਤਲਵਾਰ ਨੂੰ ਸਾਨ ਦੇ ਉੱਤੇ ਲਾ ਦਈਏ ਨਾ, ਸਾਨ ਹੁੰਦੀ
कि जदों किसी चीज़ नूं शार्प करन दे लई एक गेड़ घुमदा है, ਉਹਨੂੰ शार्प करन दे लई ਉਹਦੇ ਉੱਤੇ ਘਸਾਇਆ ਜਾਂਦਾ ਹੈ, ਸਾਮ ਦੇ ਉੱਤੇ ਲਾਇਆ ਜਾਂਦਾ ਹੈ, ਤਾਂ ਉਹ ਫਿਰ ਹੋਰ ਸ਼ਾਰਪ ਹੋ ਕੇ ਜਿਹੜਾ ਆ ਉਹ ਜ਼ਿਆਦਾ ਵੱਢਦੀ ਆ। ਤਾਂ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਵਚਨ ਨੂੰ ਇਨਵੋਲਵ ਕਰਦੇ, ਕਿ ਆਪਾਂ ਜਦੋਂ ਪ੍ਰਾਰਥਨਾ ਕਰਦੇ ਹਾਂ ਤੇ ਆਪਾਂ ਫਿਰ ਉਹਦੇ ਵਿੱਚ ਵਚਨ ਕੋਟ ਕਰਦੇ ਹਾਂ ਕਿ ਪ੍ਰਭੂ ਜੀ ਤੁਹਾਡੇ ਵਚਨ 'ਚ ਇੱਦਾਂ ਲਿਖਿਆ ਆ, ਜਾਂ ਅਸੀਂ ਵੈਰੀ ਦੇ ਨਾਲ ਲੜਾਈ ਲੜਦੇ ਹਾਂ ਕਿ ਵੈਰੀ ਅਸੀਂ ਯਿਸੂ ਮਸੀਹ ਨੇ ਸਾਨੂੰ ਇਹ ਇਖਤਿਆਰ ਦਿੱਤਾ, ਵਚਨ 'ਚ ਇੱਦਾਂ ਲਿਖਿਆ ਆ, ਤਾਂ ਮਤਲਬ ਉਦੋਂ ਅਸੀਂ ਉਸ ਹਥਿਆਰ ਨੂੰ ਹੋਰ ਤਿੱਖਾ ਕਰੀ ਜਾਂਦੇ ਹਾਂ, ਉਹਦਾ ਨਿਸ਼ਾਨਾ ਜਿਹੜਾ ਨਾ ਪ੍ਰੋਪਰ ਟਿਕਾਣੇ ਤੇ ਲਾਉਂਦੇ ਆ, ਤੇ ਫਿਰ ਉਹ ਚੀਜ਼ਾਂ ਜਿਹੜੀਆਂ ਸਾਡੇ ਅਗੇਂਸਟ ਕੰਮ ਕਰਦੀਆਂ ਉਹ ਵੱਡੀਆਂ ਟੁੱਕੀਆਂ ਤੇ ਖਤਮ ਹੋ ਜਾਂਦੀਆਂ ਆ। ਪਰਮੇਸ਼ਵਰ ਤੁਹਾਨੂੰ ਇਸ ਸੁਨੇਹੇ ਦੇ ਰਾਹੀਂ, ਇਸ ਮੈਸੇਜ ਦੇ ਰਾਹੀਂ ਬਹੁਤ ਆਸ਼ੀਸ਼ ਦੇਣ। ਆਮ 100% ਸ਼ੋਰ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਇਸ ਜਿਹੜੀ ਪ੍ਰੇਅਰਲੈਸਨੈਸ ਆ, ਜਿਹੜੀ ਪ੍ਰਾਰਥਨਾ ਦੀ ਕਮੀ ਆ, ਤੁਸੀਂ ਹੁਣ ਇਹਨੂੰ ਪ੍ਰਾਰਥਨਾ ਦੀ ਬੜੋਤਰੀ ਦੇ ਨਾਲ ਜਿਹੜਾ ਆ ਉਹਦੇ ਉੱਤੇ ਫਤਿਹਮੰਦ ਹੋਵੋਗੇ, ਔਰ ਜ਼ਰੂਰ ਤੁਹਾਡੀ ਪ੍ਰਾਰਥਨਾ ਜਿਹੜੀ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਵਧੇਗੀ, ਇੰਪਰੂਵ ਹੋਏਗੀ, ਔਰ ਪ੍ਰਾਰਥਨਾ ਕਰਨ ਦਾ ਤਰੀਕਾ ਜਿਹੜਾ ਆ ਉਹ ਸਹੀ ਹੋ ਜਾਏਗਾ। ਇਸ ਲਈ ਆਪਾਂ ਘੋਟੇ ਲਾਉਣ ਵਾਲੇ ਨਹੀਂ ਬਣਨਾ, ਆਪਾਂ ਤੋਤੇ ਨਹੀਂ ਬਣਨਾ, ਆਪਾਂ ਇਨਸਾਨ ਆ, ਔਰ ਪਰਮੇਸ਼ਵਰ ਜਿੰਦਾ ਆ। ਜਿੰਦਾ ਪਰਮੇਸ਼ਵਰ ਨੂੰ ਜਿੰਦਾ ਸਮਝ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪ੍ਰਾਰਥਨਾ ਦੇ ਸਮੇਂ ਵਿੱਚ ਬਿਨਾਂ ਫੇਸਬੁੱਕ ਚਲਾਇਆ, ਬਿਨਾਂ ਜਿਹੜੀਆਂ ਨਿਊਜ਼ ਆ ਉਹਨਾਂ ਨੂੰ ਚੈੱਕ ਕੀਤਿਆਂ, ਬਿਨਾਂ WhatsApp ਨੂੰ ਚੈੱਕ ਕੀਤਿਆਂ, ਔਰ ਬਿਨਾਂ ਹੋਰ ਕੋਈ ਐਕਟੀਵਿਟੀਜ਼ ਦੇ ਕੀਤਿਆਂ ਸਿਰਫ ਪਰਮੇਸ਼ਵਰ ਦੇ ਨਾਲ ਸਮਾਂ ਬਤੀਤ ਕਰਨਾ ਆ। ਅਗਰ ਤੁਸੀਂ ਆਪਣੇ ਨੇੜੇ ਕੁਝ ਲਾਉਣਾ ਹੈ ਤਾਂ ਉਹ ਸਿਰਫ ਜਿਹੜਾ ਆ ਉਹ ਪਵਿੱਤਰ ਮਿਊਜ਼ਿਕ ਹੋਣਾ ਚਾਹੀਦਾ ਆ, ਉਹ ਅੱਛੇ ਭਜਨ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਪਰਮੇਸ਼ਵਰ ਦੇ ਨਾਲ ਜੋੜਨ ਵਿੱਚ ਤੁਹਾਡੀ ਮਦਦ ਕਰਨ, ਤੁਹਾਡੇ ਮਨ ਨੂੰ ਇਕਾਗਰ ਕਰਨ ਵਿੱਚ ਤੁਹਾਡੀ ਮਦਦ ਕਰਨ। ਇੱਕ ਅੱਛਾ ਤੁਸੀਂ ਜਿਹੜਾ ਮਿਊਜ਼ਿਕ ਪਲੇ ਕਰ ਸਕਦੇ ਆ, ਇੱਕ ਇਕਾਂਤ ਸਥਾਨ ਦੇ ਉੱਤੇ ਤੁਸੀਂ ਬੈਠ ਸਕਦੇ ਆ। ਅਦਰਵਾਈਜ਼ ਇਹ ਨਹੀਂ ਕਿ ਮੂੰਹ ਦੇ ਵਿੱਚ ਹਾਲੇਲੂਇਆ ਤੇ ਹੱਥ ਦੇ ਵਿੱਚ ਮੋਬਾਈਲ, ਐਂਡ ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਨੈਟਫਲਿਕਸ ਤੇ ਕਿੰਨੇ ਵਜੇ ਕਿਹੜੀ ਮੂਵੀ ਆਉਣੀ, ਕਿੰਨੇ ਵਜੇ ਕਿਹੜਾ ਸੀਰੀਅਲ ਆਉਣਾ ਆ, ਤਾਂ ਕਰਨ ਪ੍ਰਾਰਥਨਾ ਡੇ ਆ ਤੇ ਆਪਣੇ ਆਪ ਨੂੰ ਤੁਸੀਂ ਵੈਰੀ ਦੇ ਹੱਥ ਵਿੱਚ ਸਰੈਂਡਰ ਕਰ ਰਹੇ ਆ। ਸੋ ਬੀ ਕੇਅਰਫੁਲ, ਇਦਾਂ ਨਹੀਂ ਕਰਨਾ। ਪਰਮੇਸ਼ਵਰ ਤੋਂ ਪੁੱਛੋ ਕਿ ਪ੍ਰਭੂ ਅਸੀਂ ਕਿੱਦਾਂ ਪ੍ਰਾਰਥਨਾ ਕਰੀਏ, ਪਵਿੱਤਰ ਆਤਮਾ ਸਾਡੀ ਅਗਵਾਈ ਕਰੇ। ਔਰ ਜਦੋਂ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਡੈਫੀਨੇਟਲੀ ਯੂ ਵਿਲ ਇੰਜੋਏ ਯੋਰ ਪ੍ਰੇਅਰ ਪੀਰੀਅਡ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।